ਅਸੀਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਗੁਰਪੁਰਬ ਕਿਸ ਤਰੀਕੇ ਨਾਲ ਮਨਾਈਏ ਤੇ ਇਸ ਦੇ ਉੱਤੇ ਹੈਗਾ। ਮੈਂ ਸਾਰਿਆਂ ਦਾ ਆਈ ਵੈਲਕਮ ਐਵਰੀਬਾਡੀ। ਸੋ ਸਭ ਤੋਂ ਪਹਿਲਾਂ ਅਸੀਂ ਅਰਦਾਸ ਕਰੀਏ। ਡਾਕਟਰ ਜਸਵੰਤ ਸਿੰਘ ਜੀ ਪਲੀਜ਼ ਤੁਸੀਂ ਅਰਦਾਸ ਕਰੋ ਜੀ, ਫਿਰ ਅਸੀਂ ਸ਼ੁਰੂ ਕਰੀਏ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਰਿਕੁਐਸਟ ਕਰਾਂਗਾ ਸਾਧੂ ਸਿੰਘ ਜੀ ਨੂੰ, ਪਲੀਜ਼ ਵੈਲਕਮ ਔਨ ਬਿਹਾਫ ਆਫ ਗਲੋਬਲ ਸਿੱਖ ਕਾਉਂਸਲ ਜੀ ਸਾਰਿਆਂ ਦਾ। ਪਰਮ ਸਤਿਕਾਰਯੋਗ ਸਨਮਾਨਯੋਗ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗਲੋਬਲ ਸਿੱਖ ਕਾਉਂਸਲ ਵੱਲੋਂ ਚਮਕੌਰ ਦੀ ਗੜੀ ਅਤੇ ਸਰਹੰਦ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਟ ਕਰ ਰਹੇ ਹਾਂ। ਦਾਸ ਆਪ ਜੀ ਸਾਰੇ ਭੈਣਾਂ ਤੇ ਵੀਰਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਪ੍ਰੋਗਰਾਮ ਸ਼ੁਰੂ ਕਰਨ ਦੀ ਆਗਿਆ ਮੰਗਦਾ ਹੈ। ਹਾਂਜੀ, ਜੇ ਥੋੜਾ ਜਿਹਾ ਜੋ ਸਾਡੇ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਬਾਬਤ ਮੈਂ ਜੇ ਹਾਂਜੀ ਲਿਓ 2 ਮਿੰਟ ਲਓ ਜੀ ਉਹਦੇ ਬਾਰੇ। ਗਲੋਬਲ ਸਿੱਖ ਕਾਉਂਸਲ ਵੱਲੋਂ ਇਹ ਪ੍ਰੋਜੈਕਟ ਇਸ ਵੇਲੇ ਚੱਲ ਰਹੇ ਨੇ ਤੇ ਮੈਂ I'm going to go over on them very briefly. ਸਿੱਖੀ ਰੈਨੇਸੈਂਸ ਪ੍ਰੋਜੈਕਟ, ਜਿਸ ਦੇ ਵਿੱਚ ਗੁਰਬਾਣੀ ਸਾਂਝ ਅਤੇ ਸਿੱਖੀ ਕਨਸੈਪਟ ਦਾ ਵਿਚਾਰ ਕੀਤੀ ਜਾਂਦੀ ਹੈ। ਪਹਿਲ ਪ੍ਰੋਜੈਕਟ ਵਿੱਚ ਅਪਲਿਫਟ ਆਫ ਵੀਕਰ ਸੈਕਸ਼ਨ ਦੀ ਮਦਦ ਅਤੇ ਕ੍ਰਿਸਚੀਅਨ ਕਨਵਰਜੈਂਸ ਜੋ ਕਿ ਪੰਜਾਬ ਵਿੱਚ ਜ਼ੋਰਾਂ ਤੇ ਹੈ, ਉਸ ਨੂੰ ਠੱਲ ਪਾਉਣ ਵਾਸਤੇ ਉਪਰਾਲੇ ਕੀਤੇ ਜਾਂਦੇ ਹਨ। ਇਹਨਾਂ ਉਪਰਾਲਿਆਂ ਨਾਲ ਪੰਜਾਬ ਦੇ 20 ਪਿੰਡਾਂ ਵਿੱਚ ਸੈਂਟਰ ਖੋਲ੍ਹੇ ਗਏ ਹਨ, ਜਿਸ ਵਿੱਚ 450 ਬੱਚੇ ਸਟੂਡੈਂਟਸ ਨੂੰ ਹੋਮਵਰਕ ਕਰਾਇਆ ਜਾਂਦਾ ਹੈ ਤੇ ਨਾਲ ਦੀ ਨਾਲ ਸਿੱਖੀ ਕਨਸੈਪਟ ਵੀ ਦੱਸੇ ਜਾਂਦੇ ਹਨ। ਕਿਛ ਸੁਣੀਏ ਕਿ ਸਿੱਖੀ ਪ੍ਰੋਜੈਕਟ ਵਿੱਚ ਸਿੱਖੀ ਮੁੱਦਿਆਂ ਉੱਤੇ ਵਿਚਾਰ ਕਰਕੇ ਹੱਲ ਲੱਭੇ ਜਾਂਦੇ ਹਨ। ਵੂਮਨ ਐਮਪਾਵਰਮੈਂਟ ਵਿੱਚ ਭੈਣਾਂ ਨੂੰ ਸੁਜੈਸ਼ਨ ਦੇ ਕੇ ਉਹਨਾਂ ਦਾ ਮਨੋਬਲ ਉੱਚਾ ਕੀਤਾ ਜਾਂਦਾ ਹੈ। ਸਿੱਖ ਵਿਜ਼ਡਮ ਵਿੱਚ ਸਿੱਖੀ ਬਾਰੇ ਅਤੇ ਗੁਰਬਾਣੀ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ। ਗਲੋਬਲ ਸਿੱਖ ਕਾਉਂਸਲ ਸਾਰੇ ਸੰਸਾਰ ਵਿੱਚ ਸਿੱਖਾਂ ਦੀ ਆਪਣੀ ਆਵਾਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਲੈਟ ਅਸ ਸਟਾਰਟ ਵਿਦ ਇਟ। ਸਭ ਤੋਂ ਪਹਿਲਾਂ I would request ਪ੍ਰੋਫੈਸਰ ਰਮਨੀਤ ਕੌਰ ਜੀ, ਪਲੀਜ਼ ਤੁਸੀਂ ਸਟਾਰਟ ਕਰੋ ਜੀ। ਹਾਂਜੀ, ਤੇ ਵੈਲਕਮ।
ਹਾਂਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਇਹ ਕਹਿਣਾ ਚਾਹੁੰਦੀ ਸੀਗੀ ਕਿ ਜਿਹੜੀ ਅਸੀਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲਬਾਤ ਕਰ ਰਹੇ ਹਾਂ ਸੋ ਮੇਰੇ ਪਰਸਪੈਕਟਿਵ ਵਿੱਚ ਇਹ ਉਹਨਾਂ ਦਾ ਬਹੁਤ ਵੱਡਾ ਸੈਕਰੀਫਾਈਸ ਸੀ ਬਹੁਤ ਹੀ ਐਗਜ਼ੈਂਪਲਰੀ ਸੈਕਰੀਫਾਈਸਿਸ ਹੈਗੇ ਨੇ ਤੇ ਜਦੋਂ ਅਸੀਂ ਸਿੱਖ ਹਿਸਟਰੀ ਪੜ੍ਹਦੇ ਹਾਂ ਸਾਨੂੰ ਉਸ ਚੋਂ ਬਹੁਤ ਇਨਸਪੀਰੇਸ਼ਨ ਮਿਲਦੀ ਹੈ ਕਿ ਕਿਸ ਤਰ੍ਹਾਂ ਸਾਡੇ ਗੁਰੂ ਸਾਹਿਬ ਦੇ ਬੱਚਿਆਂ ਨੇ ਕਿਸ ਤਰ੍ਹਾਂ ਗਲਤ ਚੀਜ਼ਾਂ ਨੂੰ ਨਹੀਂ ਮੰਨਿਆ ਉਹਨਾਂ ਨੇ ਟੋਲਰੇਟ ਕੀਤਾ ਸਾਰਾ ਕੁਝ ਤੇ ਉਹ ਇੱਕ ਰਾਈਚੀਅਸਨੈਸ ਦੇ ਪਾਥ ਤੇ ਚੱਲਦੇ ਰਹੇ ਸੋ ਮੈਨੂੰ ਸਭ ਤੋਂ ਵੱਡੀ ਗੱਲ ਇਹ ਸਾਰੀ ਹਿਸਟਰੀ ਪੜ੍ਹ ਕੇ ਮੈਸੇਜ ਇਹ ਮਿਲਦਾ ਹੈ ਕਿ ਕਿਸ ਤਰ੍ਹਾਂ ਅਸੀਂ ਕਿਵੇਂ ਖੜੇ ਰਹਿਣਾ ਹੈ ਈਵਨ ਬਹੁਤ ਜ਼ਿਆਦਾ ਚਾਹੇ ਟੌਰਚਰ ਹੋਵੇ ਚਾਹੇ ਜਿੰਨੀ ਮਰਜ਼ੀ ਸਿਚੁਏਸ਼ਨ ਖਰਾਬ ਹੋਏ ਪਰ ਸਹੀ ਰਸਤੇ ਤੇ ਤੁਰਨਾ ਹੀ ਸਾਡੀ ਜ਼ਿੰਦਗੀ ਦਾ ਪਰਪਸ ਹੈ ਤੇ ਮੈਨੂੰ ਬਹੁਤ ਇਨਸਪੀਰੇਸ਼ਨ ਮਿਲਦੀ ਹੈ ਹਿਸਟਰੀ ਤੋਂ ਤਾਂ ਮੈਨੂੰ ਲੱਗਦਾ ਕਿ ਸਾਨੂੰ ਜੇ ਇਸ ਚੀਜ਼ ਨੂੰ ਅਲਾਈਵ ਰੱਖਣਾ ਹੈ ਜਾਂ ਇਸ ਚੀਜ਼ ਨੂੰ ਇਸ ਮੈਸੇਜ ਨੂੰ ਪ੍ਰੋਪੇਗੇਟ ਕਰਨਾ ਹੈ ਤੇ ਉਹਦੇ ਵਾਸਤੇ ਮੇਰੇ ਖਿਆਲ ਵਿੱਚ ਕੁਝ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਮਾਡਰਨ ਵਰਲਡ ਦੇ ਵਿੱਚ ਉਹ ਹੈਗੀਆਂ ਨੇ ਅਕੋਰਡਿੰਗ ਟੂ ਮੀ ਇੱਕ ਤਾਂ ਸਾਨੂੰ ਡਿਸਕਸ਼ਨ ਫੋਰਮਸ ਕਰਨੇ ਚਾਹੀਦੇ ਨੇ ਤਾਂ ਕਿ ਅਸੀਂ ਇਸ ਸੈਕਰੀਫਾਈਸ ਦੀ ਗੱਲ ਬਾਰ-ਬਾਰ ਕਰ ਸਕੀਏ ਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਇਨਸਪਾਇਰ ਹੋ ਸਕਣ ਕਿਉਂਕਿ ਆਈ ਥਿੰਕ ਦੈਟ ਇਜ਼ ਦੀ ਰੀਅਲ ਥਿੰਗ ਐਂਡ ਜਿਹੜੇ ਡਿਸਕਸ਼ਨ ਫੋਰਮਸ ਨੇ ਉਹ ਜ਼ੂਮ ਤੇ ਵੀ ਕੀਤੇ ਜਾ ਸਕਦੇ ਨੇ ਤੇ ਬਾਕੀ ਗੁਰਦੁਆਰਾ ਸਾਹਿਬ ਵਿੱਚ ਵੀ ਕੀਤੇ ਜਾ ਸਕਦੇ ਨੇ ਤੇ ਅਕੋਰਡਿੰਗ ਟੂ ਮੀ ਉਹ ਮਤਲਬ ਦੋਨੋਂ ਪਲੇਟਫਾਰਮਸ ਦੇ ਵਿੱਚ ਚੀਜ਼ਾਂ ਬਹੁਤ ਯੂਜ਼ਫੁਲ ਰਹਿੰਦੀਆਂ ਨੇ ਸੋ ਮੇਰਾ ਫਰਸਟ ਇਹ ਹੈਗਾ ਕਿ ਇਸ ਚੀਜ਼ ਬਾਰੇ ਡਿਸਕਸ਼ਨ ਕੀਤੀ ਜਾਵੇ ਤਾਂ ਕਿ ਜ਼ਿਆਦਾ ਜ਼ਿਆਦਾ ਮੈਸੇਜ ਪ੍ਰੋਪੇਗੇਟ ਕੀਤਾ ਜਾਵੇ ਤੇ ਇਨਸਪੀਰੇਸ਼ਨ ਦੀ ਜਿਹੜੀ ਸਪਿਰਿਟ ਹੈਗੀ ਹੈ ਉਹ ਸਾਡੇ ਵਿੱਚ ਅਲਾਈਵ ਰਵੇ ਬਾਕੀ ਆਈ ਥਿੰਕ ਯੂਨੀਵਰਸਿਟੀਜ਼ ਦੇ ਵਿੱਚ ਵੀ ਕਾਫੀ ਗਰੁੱਪਸ ਬਣੇ ਹੁੰਦੇ ਨੇ ਤੇ ਯੂਨੀਵਰਸਿਟੀਜ਼ ਦੇ ਵਿੱਚ ਵੀ ਕਈ ਇਵੈਂਟਸ ਆਰਗੇਨਾਈਜ਼ ਕੀਤੇ ਜਾ ਸਕਦੇ ਨੇ ਜਿਨ੍ਹਾਂ ਵਿੱਚ ਇਸ ਚੀਜ਼ ਬਾਰੇ ਗੱਲਬਾਤ ਕੀਤੀ ਜਾਵੇ ਤੇ ਯੂਨੀਵਰਸਿਟੀਜ਼ ਵਿੱਚ ਮਲਟੀਕਲਚਰਲ ਕਮਿਊਨਿਟੀਜ਼ ਹੁੰਦੀਆਂ ਨੇ ਮਲਟੀਕਲਚਰਲ ਲੋਕ ਹੁੰਦੇ ਨੇ ਤਾਂ ਕਿ ਇਕੱਲੀ ਸਾਡੀ ਆਪਣੀ ਕਲਚਰ ਤੱਕ ਇਹ ਗੱਲਾਂ ਕਨਫਾਈਨਡ ਨਾ ਰਹਿਣ ਅੱਗੇ ਹੋਰ ਵਧਣ ਹੋਰ ਲੋਕਾਂ ਤੱਕ ਅਸੀਂ ਇਹ ਗੱਲ ਪਹੁੰਚਾ ਸਕੀਏ ਸੋ ਮੇਰੇ ਸੁਜੈਸ਼ਨ ਇਹ ਹੈਗਾ ਕਿ ਯੂਨੀਵਰਸਿਟੀਜ਼ ਵਿੱਚ ਵੀ ਇਵੈਂਟਸ ਕਰਨੇ ਚਾਹੀਦੇ ਨੇ ਐਂਡ ਥਰਡ ਮੇਰੇ ਵੱਲੋਂ ਸੁਜੈਸ਼ਨ ਇਹ ਹੈਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਕਈ ਪਿਕਚਰਸ ਦਾ ਜਾਂ ਫਿਰ ਪੇਂਟਿੰਗਸ ਦਾ ਜੋ ਇਸ ਹਿਸਟਰੀ ਨੂੰ ਡਿਪਿਕਟ ਕਰਦੀਆਂ ਨੇ ਉਹਨਾਂ ਦਾ ਡਿਸਪਲੇ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੇ ਲੋਕੀ ਗੁਰਦੁਆਰੇ 'ਚ ਆਉਂਦੇ ਨੇ ਐਡਲਟਸ ਬੱਚੇ ਕਿਸੇ ਵੀ ਏਜ ਦੇ ਲੋਕ ਸੋ ਦੈਟ ਦੇ ਗੈਟ ਇਨਸਪੀਰੇਸ਼ਨ ਉਹਨਾਂ ਨੂੰ ਪਤਾ ਚੱਲੇ ਕਿ ਸਾਡੀ ਹਿਸਟਰੀ ਵਿੱਚ ਕੀ ਹੋਇਆ ਸੀ ਇਹਨਾਂ ਦਿਨਾਂ ਦੇ ਵਿੱਚ and I think the last suggestion I would like to give is interfaith meetings I think ਇਹ ਵੀ ਬਹੁਤ ਪ੍ਰਮੋਟ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਇੰਟਰਫੇਥ ਮੀਟਿੰਗਸ ਦੇ ਵਿੱਚ ਜਾ ਕੇ ਅਸੀਂ ਆਪਣੀ ਹਿਸਟਰੀ ਨੂੰ ਦੂਜੇ ਕਲਚਰਸ ਦੇ ਲੋਕਾਂ ਨਾਲ ਸ਼ੇਅਰ ਕਰਦੇ ਹਾਂ ਤੇ ਉਹਦੇ ਵਿੱਚੋਂ ਮਤਲਬ ਦੂਸਰੇ ਲੋਕਾਂ ਨੂੰ ਵੀ ਇਨਸਪੀਰੇਸ਼ਨ ਮਿਲਦੀ ਹੈ ਸੋ ਇਹ ਮੇਰੇ ਕੁਝ ਸੁਜੈਸ਼ਨਸ ਨੇ ਕਿ ਇਹ ਸਭ ਕਰਨਾ ਚਾਹੀਦਾ ਹੈ ਇਨ ਦਾ ਮਾਡਰਨ ਵਰਲਡ ਤਾਂ ਕਿ ਅਸੀਂ ਇਸ ਸਪਿਰਿਟ ਨੂੰ ਅਲਾਈਵ ਰੱਖ ਸਕੀਏ ਤੇ ਇਸ ਸਪਿਰਿਟ ਨੂੰ ਪ੍ਰੋਪੇਗੇਟ ਕਰ ਸਕੀਏ ਥੈਂਕ ਯੂ ਜੀ ਥੈਂਕ ਯੂ ਭੈਣ ਜੀ ਬਹੁਤ ਵਧੀਆ ਨਾਓ ਇਫ ਆਈ ਹੈਵ ਅੰਗਰੇਜ਼ ਸਿੰਘ ਜੀ ਹੈਗੇ ਆ ਮੈਨੂੰ ਕਿਉਂਕਿ ਕਈਆਂ ਦੇ ਯੂਜ਼ਰ ਦਿਸਦੇ ਪਏ ਆ ਐਂਡ ਆਈ ਕੈਨੋਟ ਨੋ ਕਿ ਅੰਗਰੇਜ਼ ਸਿੰਘ ਜੀ ਤੇ ਪਰਮਪਾਲ ਸਿੰਘ ਜੀ ਜੇ ਨਹੀਂ ਤਾਂ ਫਿਰ ਡਾਕਟਰ ਜਸਵੰਤ ਸਿੰਘ ਜੀ ਤੁਸੀਂ ਪਲੀਜ਼ ਡਾਕਟਰ ਸਾਹਿਬ ਅਨਮਿਊਟ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਅੱਜ ਦਾ ਮੁੱਦਾ ਅਸੀਂ ਇੱਥੇ ਡਿਸਕਸ ਕਰ ਰਹੇ ਹਾਂ ਜੀ ਇਹ ਐਕਚੁਅਲੀ ਇੰਨਾ ਇੰਪੋਰਟੈਂਟ ਹੈ ਜੇਕਰ ਅਸੀਂ ਇਹਦੇ ਤੋਂ ਕੋਈ ਸੇਧ ਨਾ ਲਈ ਤਾਂ ਮੈਨੂੰ ਲੱਗਦਾ ਆਪਾਂ ਆਪਣੀ ਹਿਸਟਰੀ ਖਾਸ ਕਰਕੇ ਜਿਹੜੀ ਨਵੀਂ ਜਨਰੇਸ਼ਨ ਹੈ ਉਹਦੇ ਵਿੱਚ ਟੋਟਲੀ ਲੂਜ਼ ਕਰ ਜਾਵਾਂ ਫਿਰ ਮੀਟ ਹੋ ਗਏ ਤੁਸੀਂ ਹਾਂਜੀ ਇਹਨੂੰ ਟ੍ਰੀਟ ਕਰਨ ਵਾਸਤੇ ਮੇਰੇ ਹਿਸਾਬ ਨਾਲ ਦੋ ਡਿਫਰੈਂਟ ਆਸਪੈਕਟ ਹੈ ਇੱਕ ਤਾਂ ਹੈ ਗੁਰਦੁਆਰਾ ਸਾਹਿਬ ਜਿਵੇਂ ਕਿ ਰਮਨੀਤ ਭੈਣ ਜੀ ਨੇ ਵੀ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਉਹ ਬਿਲਕੁਲ ਠੀਕ ਹੈ ਜਿਹੜੀ ਉਹਨਾਂ ਨੇ ਗੱਲਾਂ ਕੀਤੀਆਂ ਪਰ ਦੇਖੋ ਗੁਰਦੁਆਰੇ ਦਾ ਪਰਪਸ ਇਹ ਹੈ ਕਿ ਫੈਮਿਲੀ ਬਣ ਕੇ ਅਸੀਂ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਰੱਬ ਦੇ ਨਾਲ ਗੁਰੂ ਦੇ ਨਾਲ ਜੁੜੀਏ ਗੁਰੂ ਦੇ ਨਾਲ ਕਿੱਦਾਂ ਜੁੜਿਆ ਜਾ ਸਕਦਾ ਹੈ
ਜਦੋਂ ਕੋਈ ਕੀਰਤਨ ਵਗੈਰਾ ਹੋ ਰਿਹਾ ਹੁੰਦਾ ਹੈ ਜਾਂ ਕੋਈ ਨਾਮ ਸਿਮਰਨ ਹੋ ਰਿਹਾ ਹੁੰਦੀ ਹੈ ਜਾਂ ਕਥਾ ਹੋ ਰਹੀ ਹੈ, ਬੱਚੇ ਹਮੇਸ਼ਾ ਸਾਡੇ ਇੱਕ ਆਰਫਨ ਦੀ ਤਰ੍ਹਾਂ ਇੱਧਰ ਉੱਧਰ ਘੁੰਮਦੇ ਹੁੰਦੇ ਆ। ਅਸੀਂ ਉਹਦੇ ਨਾਲ ਨਹੀਂ ਕੰਸਰਨ ਕਿ ਬੱਚੇ ਕੀ ਕਰ ਰਹੇ ਹਨ। ਜੇਕਰ ਕੋਈ ਸਾਡੇ ਬੱਚੇ ਨੂੰ ਕੁਝ ਕਹਿੰਦਾ ਹੈ ਤਾਂ ਅਸੀਂ ਜਿਹੜਾ ਬੱਚੇ ਨੂੰ ਰੋਕਦਾ ਹੈ ਉਹਦੇ ਤੇ ਗੁੱਸੇ ਹੋ ਜਾਂਦੇ ਆ, ਦੇਖੋ ਜੀ ਵੀ ਮੇਰੇ ਬੱਚੇ ਨੂੰ ਇਹ ਕਰਤਾ। ਸੋ ਇਹਦੇ ਵਾਸਤੇ ਇਹ ਹੈ ਕਿ ਗੁਰਦੁਆਰਾ ਸਾਹਿਬ ਨੂੰ ਇੱਕ ਪਾਠਸ਼ਾਲਾ ਸਮਝਿਆ ਜਾਵੇ, ਜਿਹਦੇ ਵਿੱਚ ਇਸ ਗੱਲ ਤੇ ਫੋਕਸ ਕੀਤਾ ਜਾਵੇ ਕਿ ਗੁਰਦੁਆਰਾ ਮੇਨਲੀ ਇਜ਼ ਮੈਂਟ ਫਾਰ ਦ ਚਿਲਡਰਨ ਸੋ ਦੈਟ ਦੇ ਕੈਨ ਅੰਡਰਸਟੈਂਡ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੁੰਦਾ ਹੈ। ਉਹਦੇ ਵਿੱਚ ਕੋਈ ਇਹੋ ਜਿਹੀ ਕੋਸ਼ਿਸ਼ ਕੀਤੀ ਜਾਵੇ ਕਿ ਹਰ ਇੱਕ ਪਰਿਵਾਰ ਆਪਣੇ ਘਰ ਵਿੱਚ ਹਰ ਗੁਰਪੁਰਬ ਤੇ, ਖਾਸ ਕਰਕੇ ਸ਼ਹੀਦੀਆਂ ਦੇ ਗੁਰਪੁਰਬ ਤੇ, ਕਿਉਂਕਿ ਆਪਾਂ ਗੱਲ ਅੱਜ ਸ਼ਹੀਦੀ ਗੁਰਪੁਰਬ ਦੀ ਕਰ ਰਹੇ ਹਾਂ, ਬੱਚਿਆਂ ਦੀ, ਛੋਟੇ ਬੱਚਿਆਂ ਦੀ, ਸਾਹਿਬਜ਼ਾਦਿਆਂ ਦੀ, ਉਹਨਾਂ ਦੀ ਯਾਦ ਵਿੱਚ ਪਰਿਵਾਰ ਦੇ ਵਿੱਚ ਸਧਾਰਨ ਪਾਠ ਘਰ ਰੱਖੇ ਜਾਣ ਤੇ ਭੋਗ ਵਾਲੇ ਦਿਨ ਆਪਾਂ ਸਾਰੇ ਗੁਰਦੁਆਰੇ ਜਾ ਕੇ ਬੱਚਿਆਂ ਨੂੰ ਨਾਲ ਲਿਜਾ ਕੇ ਗੁਰਦੁਆਰਾ ਸਾਹਿਬ ਵਿੱਚ ਭੋਗ ਪਾਇਆ ਜਾਵੇ। ਜਿਵੇਂ ਕਿ ਆਪਣਾ ਕੋਈ ਬੜਾ ਨਜ਼ਦੀਕੀ ਪਰਿਵਾਰ ਦਾ ਕੋਈ ਬੰਦਾ ਦੁਨੀਆ ਵਿੱਚੋਂ ਚਲਾ ਜਾਂਦਾ ਹੈ, ਆਪਾਂ ਸਾਰੇ ਉਹਦੇ ਵਾਸਤੇ ਅਰਦਾਸ ਕਰਦੇ ਹਾਂ, ਉਹਦੇ ਵਾਸਤੇ ਪਾਠ ਕਰਦੇ ਹਾਂ। ਬੱਚਿਆਂ ਵਾਸਤੇ ਇੰਨੇ ਮਹਾਨ ਗੁਰਪੁਰਬ ਤੇ ਜਿਨ੍ਹਾਂ ਬੱਚਿਆਂ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ, ਉਹਨਾਂ ਵਾਸਤੇ ਆਪਾਂ ਇਹ ਗੱਲ ਕਿਉਂ ਨਹੀਂ ਕਰ ਸਕਦੇ। ਗੁਰਦੁਆਰਾ ਸਾਹਿਬ ਦੇ ਵਿੱਚ ਹਮੇਸ਼ਾ ਇਸ ਦਿਨ ਸੈਮੀਨਾਰ ਹੋਣੇ ਚਾਹੀਦੇ ਹਨ, ਜਿਹੜੇ ਕਿ ਬੱਚਿਆਂ ਵੱਲੋਂ ਹੀ ਰਨ ਕੀਤੇ ਜਾਣ ਤੇ ਬੱਚੇ ਹੀ ਉਹਨੂੰ ਚੰਗੀ ਤਰ੍ਹਾਂ ਸਮਝ ਸਕਣ ਬੱਚਿਆਂ ਦੀ ਬੋਲੀ ਵਿੱਚ, ਤਾਂ ਜੋ ਉਹਨਾਂ ਨੂੰ ਇਹ ਸਮਝ ਆ ਸਕੇ ਕਿ ਸਾਡੀ ਹਿਸਟਰੀ ਦਾ ਇੱਕ ਇੰਨਾ ਵੱਡਾ ਇੰਪੋਰਟੈਂਟ ਮੈਸੇਜ ਜਿਹੜਾ ਹੈ ਉਹ ਮਿਸ ਕੀਤਾ ਜਾ ਰਿਹਾ ਹੈ। ਤੇ ਸਭ ਤੋਂ ਵੱਡੀ ਗੱਲ, ਇਹ ਜਿਹੜੀ ਨਾਨਕਸ਼ਾਹੀ ਕੈਲੰਡਰ ਹੈ ਉਹ ਬਿਲਕੁਲ ਸੈਪਰੇਟ ਕਰਕੇ ਰੱਖ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਨਾਲ। ਹੁਣ ਅੱਜ ਕੱਲ੍ਹ ਜੋ ਹੋ ਰਿਹਾ ਹੈ ਕਿ ਉਹਨਾਂ ਦਿਨਾਂ ਵਿੱਚ ਹੀ ਆਪਾਂ ਜਲੂਸ ਕੱਢ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦਾ, ਤੇ ਨਾਲ ਬੱਚਿਆਂ ਦੀ ਸ਼ਹੀਦੀ ਮਨਾਈ ਜਾਂਦੀ ਹੈ। ਜਿਸ ਗੁਰਦੁਆਰਾ ਸਾਹਿਬ 'ਚ ਮੈਂ ਜਾਂਦਾ, ਉੱਥੇ ਅਸੀਂ ਇਹ ਡਿਸਾਈਡ ਕੀਤਾ ਕਿ ਛੋਟੇ ਸਾਹਿਬਜ਼ਾਦਿਆਂ ਤੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਕਰਿਆ ਕਰਾਂਗੇ, ਤੇ ਉਹਦੇ ਵਿੱਚ ਸਾਰਾ ਫੋਕਸ ਜਿਹੜਾ ਹੈ ਉਹ ਛੋਟੇ ਬੱਚਿਆਂ ਤੇ ਵੱਡੇ ਬੱਚਿਆਂ ਤੇ ਰਹੇਗਾ, ਤਾਂ ਜੋ ਉਹ ਲਰਨ ਕਰ ਸਕਣ ਕਿ ਸਾਡੀ ਜਿਹੜੀ ਪਾਸਟ ਹੈ ਉਹ ਕਿੰਨੀ ਗਲੋਰੀਅਸ ਸੀਗੀ। ਬਾਕੀ ਜਿਹੜੀ ਰਮਨੀਤ ਭੈਣ ਜੀ ਨੇ ਕਹੀ ਉਹਨੂੰ ਮੈਂ ਐਕਸਪੈਂਡ ਕਰਨੀ ਚਾਹੁੰਦਾ, ਥੋੜਾ ਜਿਹਾ ਕਰਨਾ ਚਾਹੁੰਦਾ ਕਿ ਇਹ ਜਿਹੜੇ ਕਲਚਰਲ ਸੈਮੀਨਾਰ ਹੈ ਕਾਲਜਿਸ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ, ਸਕੂਲਾਂ ਦੇ ਵਿੱਚ, ਉਹਨਾਂ ਦਾ ਫੋਕਸ ਹਮੇਸ਼ਾ ਜਿਹੜੇ ਇਹਨਾਂ ਦਿਨਾਂ ਵਿੱਚ ਹੈ ਉਹ ਹੋਣਾ ਚਾਹੀਦਾ ਹੈ ਆਪਣੇ ਬੱਚਿਆਂ ਦੀ ਸ਼ਹੀਦੀ ਬਾਰੇ ਦੱਸਣਾ। ਉਹਨਾਂ ਦੇ ਟੌਪਿਕ ਬਣਾ ਕੇ ਬੱਚਿਆਂ ਨੂੰ ਪ੍ਰਿਪੇਅਰ ਕੀਤਾ ਜਾਵੇ, ਕਾਲਜ ਵਿੱਚ ਜਾ ਕੇ ਗੱਲ ਕੀਤੀ ਜਾਵੇ ਕਿ ਸਾਡੇ ਵਾਸਤੇ ਇਹ ਬਹੁਤ ਇੰਪੋਰਟੈਂਟ ਦਿਨ ਹੈ। ਉੱਥੇ ਬੱਚਿਆਂ ਨੂੰ ਐਨਕਰੇਜ ਕੀਤਾ ਜਾਵੇ ਕਿ ਉਹਦੇ ਬਾਰੇ ਟਾਕ ਦੇਣ, ਫਿਰ ਉਹਨਾਂ ਨੂੰ ਹੈਫਟੀ ਪ੍ਰਾਈਜ਼ ਦੇ ਕੇ, ਤਾਂ ਜੋ ਉਹਨਾਂ ਨੂੰ ਲੱਗੇ ਕਿ ਭਾਈ ਅਸੀਂ ਜਿਹੜੀ ਗੱਲ ਕੀਤੀ ਹੈ ਇਹ ਸੁਣੀ ਗਈ ਹੈ ਤੇ ਇਸ ਦੀ ਸਾਨੂੰ ਕੀਮਤ ਵੀ ਮਿਲੀ ਹੈ ਜਾਂ ਇਨਾਮ ਵੀ ਮਿਲਿਆ ਹੈ, ਤਾਂ ਜੋ ਉਹਦੇ ਨਾਲ ਐਕਸਾਈਟ ਹੋ ਜਾਣ ਤੇ ਅੱਗੇ ਵੀ ਇਹੋ ਜਿਹੇ ਕੰਮ ਕਰ ਸਕਣ। ਇਹ ਵੀ ਬਿਲਕੁਲ ਠੀਕ ਹੈ, ਗੁਰਦੁਆਰਾ ਸਾਹਿਬ ਵਿੱਚ ਸਾਨੂੰ ਪੇਂਟਿੰਗਸ ਲਾਉਣੀਆਂ ਚਾਹੀਦੀਆਂ, ਘਰਾਂ ਵਿੱਚ ਵੀ ਪੇਂਟਿੰਗ ਲਾਉਣੀਆਂ ਚਾਹੀਦੀਆਂ। ਕਿਉਂ ਜ਼ਰੂਰੀ ਹੈ ਕਿ ਅਸੀਂ, ਚਲੋ ਫੈਮਿਲੀ ਰੂਮ ਨੂੰ ਤਾਂ ਛੱਡ ਦਿਓ, ਬਾਕੀ ਦੇ ਘਰ ਦੇ ਵਿੱਚ ਆਪਾਂ ਕਿਉਂ ਨਹੀਂ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੈ ਉਹਦੇ ਬਾਰੇ ਕੁਝ ਲਾਈਨਾਂ ਲਿਖ ਕੇ, ਕੁਝ ਫੋਟੋਆਂ ਬਣਾ ਕੇ, ਤਾਂ ਜੋ ਬੱਚਾ ਸਵੇਰੇ ਸ਼ਾਮ ਉਹ ਦੇਖੇ, ਰਾਦਰ ਦੈਨ ਹੀਰ ਰਾਂਝਾ ਜਾਂ ਕੋਈ ਇਹੋ ਜਿਹੀਆਂ ਫੋਟੋਆਂ ਲਾ ਦਈਏ ਜਿਹਦਾ ਕੋਈ ਸਾਡੇ ਧਰਮ ਨਾਲ, ਸਾਡੇ ਨਾਲ ਕੋਈ ਮਤਲਬ ਨਹੀਂ ਬਣਦਾ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਘਰ ਵਿੱਚ ਕਰ ਸਕਦੇ ਹਾਂ। ਡੇ 1 ਤੋਂ ਬੱਚਿਆਂ ਨੂੰ ਗੁੜਤੀ ਦਿੱਤੀ ਜਾਵੇ ਕਿ ਤੁਹਾਡੀ ਉਮਰ ਦੇ ਸੀਗੇ ਜਦੋਂ ਬੱਚੇ, ਜਦੋਂ ਉਸ ਏਜ ਤੇ ਪਹੁੰਚਣ ਆਪਣੇ ਬੱਚੇ, ਉਹਨਾਂ ਨੇ ਦੇਖੋ ਕੰਟਰੀ ਵਾਸਤੇ, ਆਪਣੇ ਦੇਸ਼ ਵਾਸਤੇ, ਆਪਣੇ ਧਰਮ ਵਾਸਤੇ ਬਚਾਉਣ ਵਾਸਤੇ ਕੀ ਕੁਝ ਕਰ ਦਿਖਾਇਆ। ਸਾਡਾ ਵੀ ਇਹ ਫਰਜ਼ ਬਣਦਾ ਬੱਚਿਓ ਕਿ ਅਸੀਂ ਵੀ ਜੇ ਹੋਰ ਕੁਝ ਨਹੀਂ ਕਰ ਸਕਦੇ, ਅੱਜ ਦੇ ਦਿਨ ਉਹਨਾਂ ਨੂੰ ਯਾਦ ਕਰ ਲਈਏ। ਉਹਦੀ ਯਾਦ ਵਿੱਚ ਘਰ ਪਾਠ ਕਰੋ, ਜੇ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ, ਜਦ ਅਵੇਲੇਬਿਲਿਟੀ ਨਹੀਂ ਹੈਗੀ, ਉਹ ਦਿਨ ਕੀਰਤਨ ਕਰੋ, ਪਾਠ ਕਰੋ, ਨਾਮ ਸਿਮਰਨ ਕਰੋ, ਪ੍ਰਸ਼ਾਦ ਬਣਾਓ ਤੇ ਬੱਚਿਆਂ ਨੂੰ ਦੱਸੋ ਕਿ ਭਾਈ ਅੱਜ ਇਹ ਕਿੰਨਾ ਇੰਪੋਰਟੈਂਟ ਦਿਨ ਹੈ। ਮਠਿਆਈ ਵਟਐਵਰ ਜੋ ਕੁਝ ਕਰਨਾ ਚਾਹੁੰਦੇ ਹੋ ਕਰੋ, ਤਾਂ ਜੋ ਬੱਚਿਆਂ ਨੂੰ ਦੱਸਿਆ ਜਾ ਸਕੇ ਕਿ ਇਹ ਅਫਸੋਸ ਕਰਨ ਦਾ ਦਿਨ ਨਹੀਂ, ਇਹ ਸਾਨੂੰ ਇਸ ਗੱਲ ਨੂੰ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਨ ਦੀ ਲੋੜ ਹੈ ਕਿ ਸਾਡੇ ਬੱਚਿਆਂ ਨੇ, ਛੋਟੇ ਛੋਟੇ ਬੱਚਿਆਂ ਨੇ ਐਗਜ਼ਾਮਪਲ ਕਾਇਮ ਕੀਤੀ ਹੈ ਜਿਹੜੀ ਕਿ ਵਰਲਡ 'ਚ ਹੋਰ ਕਿਤੇ ਨਹੀਂ ਮਿਲਦੀ। ਸੋ ਜੇਕਰ ਪਿਆਰਿਓ ਆਪਾਂ ਇਹੋ ਜਿਹੀ ਗੱਲ ਕਰਾਂਗੇ, ਘਰ ਦੇ ਵਿੱਚ ਕਰਾਂਗੇ, ਗੁਰਦੁਆਰਿਆਂ ਦੇ ਵਿੱਚ ਕਰਾਂਗੇ, ਸਕੂਲਾਂ ਵਿੱਚ ਕਰਾਂਗੇ, ਕਾਲਜਾਂ ਵਿੱਚ ਕਰਾਂਗੇ, ਤੇ ਕਿਉਂ ਨਹੀਂ ਅਸੀਂ ਆਪਣੇ ਗੁਰੂ ਦੇ ਇੰਨੇ ਲਾਡਲਿਆਂ ਨੂੰ ਯਾਦ ਰੱਖ ਸਕਾਂਗੇ।
ਜੇ ਉਹਨਾਂ ਨੂੰ ਯਾਦ ਰੱਖਾਂਗੇ ਤੇ ਸਾਡਾ ਕਲਚਰ ਵੱਧਦਾ ਰਹੇਗਾ, ਸਾਡਾ ਧਰਮ ਵੱਧਦਾ ਰਹੇਗਾ, ਸਾਡੇ ਬੱਚੇ ਸਿੱਖੀ ਨਾਲ ਅਟੈਚ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਥੈਂਕ ਯੂ ਡਾਕਟਰ ਜਸਵੰਤ ਸਿੰਘ ਜੀ, ਬਹੁਤ ਵਧੀਆ। ਨਾਓ ਮੈਂ ਕਿਹਾ ਸਾਡੇ ਨਾਲ ਪਰਮਪਾਲ ਸਿੰਘ ਜੀ ਜੁੜ ਗਏ ਹੈਗੇ। ਪਰਮਪਾਲ ਸਿੰਘ ਜੀ, ਆਈ ਵੁੱਡ ਰਿਕੁਐਸਟ ਯੂ ਤੁਸੀਂ ਪਲੀਜ਼, ਜੇ ਵੀਡੀਓ ਔਨ ਕਰ ਲਓ ਤਾਂ ਬਹੁਤ ਵਧੀਆ ਗੱਲ ਆ। ਜੀ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਸੋਹਣੇ ਵੀਰ ਜੀ ਨੇ ਵਿਚਾਰ ਰੱਖੇ ਨੇ, ਤੇ ਇਹੀ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਕਿ ਸਾਡੇ ਬੱਚਿਆਂ ਨੇ ਉਹ ਕੁਝ ਕਰ ਦਿਖਾਇਆ, ਸਾਡੇ ਗੁਰੂ ਸਾਹਿਬ ਦੇ ਬੱਚਿਆਂ ਨੇ, ਕਿ ਜੋ ਦੁਨੀਆ ਵਿੱਚ ਸ਼ਾਇਦ ਇੱਕ ਮਿਸਾਲ ਹੈ, ਰਹਿੰਦੀ ਦੁਨੀਆ ਤੱਕ ਸ਼ਾਇਦ ਰਹੇਗੀ, ਕਿਉਂਕਿ ਐਸਾ ਇਤਿਹਾਸ ਨਾ ਕਦੇ ਰਚਿਆ ਗਿਆ ਔਰ ਸ਼ਾਇਦ ਹੀ ਕਦੇ ਰਚਿਆ ਜਾਵੇ। ਤੋ ਲੇਕਿਨ ਜਿਹੜਾ ਦਾਸ ਦੀ ਸੋਚ ਉਹ ਇਹ ਹੈ ਕਿ ਇਹਨਾਂ ਨੇ ਜਿਹੜਾ ਕਾਰਜ ਕੀਤਾ, ਬੇਸਿਕਲੀ ਉਹ ਕੀ ਕਾਰਜ ਸੀ? ਬੇਸਿਕਲੀ ਉਹ ਹਿਊਮਨ ਇਕੁਐਲਿਟੀ ਵਾਸਤੇ, ਕਿਉਂਕਿ ਗੁਰੂ ਸਾਹਿਬ ਦਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਿਧਾਂਤ ਸੀ ਉਹ ਏਕ ਪਿਤਾ ਏਕ ਅਸਕਿ ਹਮ ਬਾਰਕ ਦਾ ਸੀ, ਹਿਊਮਨ ਇਕੁਐਲਿਟੀ ਦਾ ਸੀ, ਹਿਊਮੈਨਿਟੀ, ਹਿਊਮਨ ਰਾਈਟਸ ਦਾ ਸੀ। ਤੋ ਇਹਦੇ ਵਾਸਤੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸੀ, ਤੋ ਜੋ ਅੱਗੇ ਬਾਣੀ ਲਿਖੀ ਗਈ, ਜੋ ਗੁਰੂ ਸਾਹਿਬ ਨੇ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ 10 ਗੁਰੂ ਸਾਹਿਬਾਨ ਤੱਕ, ਜਾਂ ਉਸ ਤੋਂ ਬਾਅਦ ਪੁਰਾਤਨ ਸਿੱਖਾਂ ਨੇ, ਜਾਂ ਅੱਜ ਵੀ ਜੋ ਕੁਰਬਾਨੀਆਂ ਨੇ, ਬੇਸ ਇਹਨਾਂ ਦਾ ਇਹ ਠੀਕ ਹੈ ਕਿ ਅੱਜ ਸ਼ਾਇਦ ਉਸ ਗੱਲ ਦਾ ਸਾਨੂੰ ਪਤਾ ਨਹੀਂ ਵੀ ਇਹ ਕੁਰਬਾਨੀਆਂ ਜਦੋਂ ਆਪਾਂ ਕਿਸੇ ਧਰਮ ਨਾਲ, ਕਿਸੇ ਦੇਸ਼ ਨਾਲ, ਕਿਸੇ ਖਿੱਤੇ ਨਾਲ ਜੋੜ ਦਾਂਗੇ, ਤਾਂ ਫਿਰ ਉਹ ਕੁਰਬਾਨੀਆਂ ਜਿਹੜੀਆਂ ਨੇ ਉਹਦਾ ਜਿਹੜਾ ਅਸਲ ਮਿਸ਼ਨ ਸੀ ਉਹਦੇ ਤੋਂ ਉਹ ਸਾਨੂੰ ਪਤਾ ਨਹੀਂ ਰਹਿਣ ਲੱਗਾ ਕਿਹੜਾ ਸੀ। ਲੇਕਿਨ ਅਸਲ ਮਿਸ਼ਨ ਜਿਹੜਾ ਸੀ ਉਹ ਹਿਊਮਨ ਇਕੁਐਲਿਟੀ ਸੀ, ਉਹਨਾਂ ਦਾ ਹਿਊਮਨ ਰਾਈਟਸ ਸੀ, ਔਰ ਏਕ ਪਿਤਾ ਏਕ ਅਸਕਿ ਹਮ ਬਾਰਕ ਸੀ। ਤੋ ਇਹ ਚੀਜ਼ ਜਿਹੜਾ ਸਾਨੂੰ ਇਹ ਜਿਹੜਾ ਸਵਾਲ ਰੱਖਿਆ ਗਿਆ ਆਪਣੇ ਸੈਮੀਨਾਰ 'ਚ, ਵੈਬੀਨਾਰ ਵਿੱਚ, ਕਿ ਆਪਾਂ ਉਹਨਾਂ ਨੂੰ ਕਿਵੇਂ ਮਨਾਈਏ। ਤਾਂ ਮੈਨੂੰ ਲੱਗਦਾ ਕਿ ਮਨਾਉਣ ਦਾ ਇੱਕੋ ਹੀ ਸਹੀ ਰਸਤਾ ਉਹ ਹਰੇਕ ਵਾਸਤੇ ਵੇ, ਕਿ ਆਪਾਂ ਜਿਹੜਾ ਉਹਨਾਂ ਦਾ ਮਿਸ਼ਨ ਸੀ, ਜਿਨ੍ਹਾਂ ਵਾਸਤੇ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ, ਗੁਰਬਾਣੀ ਲਿਖੀ ਗਈ, ਉਸ ਵਾਸਤੇ ਆਪਾਂ ਗਲੋਬਲਾਈਜੇਸ਼ਨ ਪੂਰੇ ਵਰਲਡ ਵਿੱਚ, ਕਿਉਂਕਿ ਅੱਜ ਜਿਹੜਾ ਹੈ ਉਹ ਗਲੋਬਲਾਈਜੇਸ਼ਨ ਦਾ ਟਾਈਮ ਹੈ, ਮੀਡੀਆ ਐਸਾ ਹੈ, ਤਾਂ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਕੁਰਬਾਨੀ ਸਹੀ ਰੂਪ ਵਿੱਚ ਆਪਾਂ ਤਾਂ ਹੀ ਮਨਾ ਸਕਾਂਗੇ। ਨਹੀਂ ਤੇ ਕਿੰਨੀ ਵੀ ਆਪਾਂ ਮਨਾਉਂਦੇ ਰਹੀਏ, ਖੁਸ਼ੀ ਨਾਲ ਮਨਾ ਲਈਏ, ਜਾਂ ਆਪਾਂ ਸੋਚੀ ਵੀ ਲੰਗਰ ਨਹੀਂ ਲਾਣਾ, ਜਾਂ ਜ਼ਮੀਨ ਤੇ ਸੋਣਾ ਹੈ, ਜਾਂ ਕੁਝ ਹੋਰ ਕੁਝ ਕਰਨਾ ਹੈ, ਤਾਂ ਉਹ ਉਹਨਾਂ ਦੀ ਸ਼ਹਾਦਤ ਨੂੰ ਕੁਝ ਵੀ ਪੇ ਨਹੀਂ ਕਰੇਗਾ। ਇਸ ਤਰ੍ਹਾਂ ਦਾ ਕੋਈ ਢੰਗ, ਸਿਰਫ ਇੱਕੋ ਢੰਗ ਪੇ ਕਰ ਸਕਦਾ ਹੈ ਕਿ ਜਿਸ ਕੰਮ ਵਾਸਤੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਵੀ ਉਹ ਆਪਾਂ ਮਿਲ ਕੇ ਚੱਲੀਏ, ਔਰ ਉਹ ਕਿਹੜਾ ਢੰਗ ਹੈ ਉੱਤੇ ਵਿਚਾਰ ਕਰੀਏ ਕਿ ਕਿਵੇਂ ਆਪਾਂ ਮਿਲ ਸਕਦੇ ਹਾਂ, ਛੋਟੀਆਂ ਮੋਟੀਆਂ ਗੱਲਾਂ ਨੂੰ ਦਰਕਿਨਾਰ ਕਰਕੇ। ਕਿਉਂਕਿ ਇਹ ਕੁਛ ਵੀ ਉਹਨਾਂ ਦਾ ਮਿਸ਼ਨ ਨਹੀਂ ਸੀ ਕਿ ਜੋਤਾਂ ਕੋ ਜਗਾਉਂਦਾ ਹੈ ਕਿ ਨਹੀਂ ਜਗਾਉਂਦਾ, ਕੌਣ ਪਾਠ ਕਰਦਾ ਹੈ ਕਿ ਨਹੀਂ ਕਰਦਾ, ਨਾ ਇਹ ਚੀਜ਼ਾਂ ਦਾ ਕੋਈ ਗੁਰੂ ਸਾਹਿਬ ਦਾ ਮਿਸ਼ਨ ਸੀ, ਨਾ ਹੀ ਇਹ ਸਿੱਖ ਪੰਥ ਦਾ ਮਿਸ਼ਨ ਹੈ। ਇਹਦੇ ਵਿੱਚ ਜਾਣ ਬੁੱਝ ਕੇ ਜਿਹੜਾ ਹੈ ਉਹ ਕੁਛ ਲੋਕਾਂ ਨੇ ਸਾਨੂੰ ਉਲਝਾ ਲਿਆ, ਤਾਂ ਕਿ ਉਹਦੇ ਵਿੱਚ ਆਪਾਂ ਉਸੇ ਚੱਕਰ 'ਚ ਪਈ ਰਹੀਏ ਕਿ ਉਹ ਠੀਕ ਹੈ ਕਿ ਉਹ ਗਲਤ ਹੈ, ਜਦਕਿ ਇਹ ਠੀਕ ਗਲਤ ਦਾ ਚੱਕਰ ਉਹਨਾਂ ਦੇ ਹਿਸਾਬ ਕਿਤਾਬ ਵਿੱਚ ਹੈ ਹੀ ਨਹੀਂ ਸੀ। ਉਹਨਾਂ ਦਾ ਇੱਕ ਹੀ ਹਿਸਾਬ ਕਿਤਾਬ ਸੀ ਵੀ ਜੋ ਦੁਨੀਆ 'ਚ ਮਨੁੱਖ ਪੈਦਾ ਹੋਇਆ, ਉਹਨੂੰ ਇਸ ਦੁਨੀਆ ਨੂੰ ਪ੍ਰਮਾਤਮਾ ਨੇ ਪਤਾ ਨਹੀਂ ਉਹਨੂੰ ਕਿਵੇਂ ਸਰੀਰ ਦਿੱਤਾ ਹੈ, ਤੇ ਉਹ ਜਿਹੜਾ ਉਹ ਆਪਣਾ ਜੀਵਨ ਜਿਹੜਾ ਜੋ ਵੀ ਮਨੁੱਖ ਸੰਸਾਰ ਵਿੱਚ ਆਇਆ ਉਹ ਆਪਣਾ ਸੁਖੀ ਭੋਗ ਕੇ ਜਾਏ। ਅਸੀਂ ਆਪਣਾ ਸੁਖ ਛੱਡਦੇ ਹਾਂ, ਉਹਨਾਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਹ ਗੁਰੂ ਸਾਹਿਬ ਦੇ ਬੱਚਿਆਂ ਦਾ ਸੀ, ਇਹੀ ਗੁਰੂ ਸਾਹਿਬ ਦਾ ਸੀ, ਇਹੀ ਗੁਰਬਾਣੀ ਦਾ ਸੰਦੇਸ਼ ਹੈ। ਔਰ ਇਸੇ ਲੈਵਲ ਤੇ ਸਾਨੂੰ ਜਿਹੜਾ ਉਹ ਗਲੋਬਲਾਈਜੇਸ਼ਨ ਉਹਨਾਂ ਦੀ ਕਰਨੀ ਚਾਹੀਦੀ, ਕਿ ਸਾਰੇ ਆਪਾਂ ਇਕੱਠੇ ਹੋ ਕੇ ਦੱਸੀਏ ਕਿ ਸਾਡੇ ਗੁਰੂ ਸਾਹਿਬ ਦੀਆਂ ਕਿੰਨੀਆਂ ਵੱਡੀਆਂ ਕੁਰਬਾਨੀਆਂ ਸੀ, ਔਰ ਉਹਨਾਂ ਦਾ ਅਸਲ ਮਿਸ਼ਨ ਕੀ ਸੀ, ਜੋ ਹਰ ਵਿਦਵਾਨ ਮੰਨਦਾ ਹੈ ਕਿ ਜਦੋਂ ਸਿੱਖ ਇਹ ਗੱਲ ਸਮਝ ਗਏ ਤਾਂ ਉਸ ਵੇਲੇ ਹੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਕੇ ਜਾਂ ਉਹਨਾਂ ਦੇ ਸਿਧਾਂਤ ਅਨੁਸਾਰ ਸੰਸਾਰ ਸੁਖੀ ਵਸ ਸਕੇਗਾ। ਤੇ ਜਦੋਂ ਆਪਾਂ ਇੱਧਰ ਸੋਚਾਂਗੇ ਔਰ ਮਿਲ ਕੇ ਚੱਲਾਂਗੇ ਕਿ ਆਪਾਂ ਕਿਵੇਂ ਕੰਮ ਸੰਭਾਲਣਾ, ਤੇ ਮੈਨੂੰ ਲੱਗਦਾ ਸੱਚੀ ਸ਼ਰਧਾਂਜਲੀ ਹੋਵੇਗੀ, ਸਹੀ ਰੂਪ ਵਿੱਚ ਉਹਨਾਂ ਦੀ ਸ਼ਹੀਦੀ ਮਨਾਈ ਜਾਏਗੀ। ਨਹੀਂ ਤੇ ਕਿਸੇ ਢੰਗ ਨਾਲ ਕੋਈ ਮਨਾ ਲੇ, ਵੱਡਾ ਵੱਡਾ ਨਗਰ ਕੀਰਤਨ ਜੋ ਮਰਜ਼ੀ ਕਰ ਲੇ, ਇਹ ਗੁਰੂ ਸਾਹਿਬ ਦੇ ਦਰ ਤੇ ਪ੍ਰਵਾਨ ਹੋਣ ਵਾਲੀਆਂ ਗੱਲਾਂ ਨਹੀਂ ਹੈ। ਭੁੱਲ ਚੁੱਕ ਦੀਆਂ ਸਮਾਂ ਜੀ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਤੁਹਾਡਾ ਬਹੁਤ ਬਹੁਤ। ਹੁਣ ਡਾਕਟਰ ਕਾਲਾ ਸਿੰਘ ਜੀ ਪਲੀਜ਼, ਤੁਸੀਂ ਆਪਣੇ ਵਿਚਾਰ। ਜੀ ਮੈਂ ਆਜਵਾ ਇੱਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ। ਫਤਿਹ ਜੀ। ਇਹ ਸੁਣਨ ਦੇ ਵਿੱਚ ਆਇਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਸ਼ਹੀਦਾਂ ਦੇ ਜਿਹੜੇ ਦਿਹਾੜੇ ਨੇ ਇਹਨਾਂ ਨੂੰ ਕਿੱਦਾਂ ਗਲੋਬਲਾਈਜੇਸ਼ਨ ਕਰਕੇ ਸਮਝਾਈਏ, ਕਿੱਦਾਂ ਕਾਲਜਿਸ ਵਿੱਚ ਯੂਨੀਵਰਸਿਟੀਜ਼ ਵਿੱਚ ਘਰਾਂ ਦੇ ਵਿੱਚ ਸਮਝਾਈਏ। ਜਿੱਥੇ ਮੇਰਾ ਦਿਮਾਗ ਜਾਂਦਾ ਹੈ ਉਹ ਹੈ ਕਿ ਅਸੀਂ ਸਮਝਾਉਣਾ ਕੀ ਹੈ। ਪਹਿਲਾਂ ਥੋੜੀ ਹੁਣੇ ਗੱਲ ਇਹ ਵੀ ਹੋਈ ਹੈ ਕਿ ਸਮਝਾਉਣਾ ਕੀ ਹੈ, ਰਮਪਾਲ ਸਿੰਘ ਜੀ ਨੇ ਗੱਲ ਕੀਤੀ ਹੈ। ਤੇ ਮੈਂ ਇਸ ਨੂੰ ਥੋੜਾ ਜਿਹਾ ਜਰਾ ਡਿਟੇਲ ਦੇ ਵਿੱਚ ਡਿਸਕਸ ਕਰਾਂਗਾ ਕਿ ਅਸੀਂ ਦੱਸਣਾ ਕੀ ਹੈ ਔਰ ਕਰਨਾ ਕੀ ਹੈ। ਕਿਹੜੀ ਚੀਜ਼ਾਂ ਨੇ ਸ਼ਹੀਦੀ ਦੇ ਵਿੱਚ। ਇੱਕ ਵਾ ਕਿ ਅਸੀਂ ਸ਼ਹੀਦੀ ਦਾ ਸੋਗ ਬਣਾਈਏ ਕਿ ਬੱਚੇ ਜਾਂ ਬਾਕੀ ਦੇ ਹੋਰ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦਾ ਸੋਗ ਬਣਾਈਏ। ਜਦੋਂ ਅਸੀਂ ਸੋਗ ਬਣਾਉਂਦੇ ਆ ਤਾਂ ਉਹ ਸੋਗ ਦੇ ਵਿੱਚ ਅਸੀਂ ਜ਼ਮੀਨ ਤੇ ਵੀ ਸੁਣਦੇ ਆ ਵੀ ਦੇਖੀਏ ਵੀ ਉਹਨਾਂ ਨੂੰ ਕਿੱਦਾਂ ਤਕਲੀਫ ਹੋਈ। ਜਦੋਂ ਅਸੀਂ ਆਪਣੇ ਸ਼੍ਰੋਮਣੀ ਕਮੇਟੀ ਦੇ ਬਾਰੇ ਗੱਲ ਕਰਦੇ ਹਾਂ, ਉਹਨਾਂ ਦੇ ਵੱਲੋਂ ਵੀ ਹੁਕਮਨਾਮਾ ਜਾਰੀ ਹੋਇਆ ਕੱਲ ਕਿ 2 ਹਫ਼ਤਿਆਂ ਤੱਕ ਗੁਰਦੁਆਰਿਆਂ ਦੇ ਵਿੱਚ ਮਿਠਾਈਆਂ ਨਾ ਬਣਨ, ਮਿੱਠਾ ਨਾ ਬਣੇ, ਲੰਗਰ ਜਿਹੜਾ ਵਾ ਉਹ ਸਾਦਾ ਬਣੇ। ਇਹ ਸਾਰੇ ਸੋਗ ਦੇ ਨਿਸ਼ਾਨੀਆਂ ਨੇ। ਕੀ ਨੰਬਰ 2 ਉਹਦੇ ਕਿ ਕੀ ਸਾਨੂੰ ਸੋਗ ਮਨਾਉਣਾ ਚਾਹੀਦਾ ਵਾ ਸ਼ਹੀਦੀਆਂ ਦਾ। ਨੰਬਰ 2 ਪੁਆਇੰਟ ਇੱਥੇ ਹੁੰਦਾ ਹੈ ਕਿ ਜੇ ਅਸੀਂ ਸੋਗ ਮਨਾਉਂਦੇ ਆ ਤੇ ਅਸੀਂ ਗਲਤ ਰਸਤੇ ਤੇ ਆ ਮੇਰੇ ਹਿਸਾਬ ਦੇ ਨਾਲ। ਕਿਉਂਕਿ ਅਗਰ ਇਹ ਸ਼ਹੀਦੀਆਂ ਨਾ ਹੁੰਦੀਆਂ ਤੇ ਅੱਜ ਅਸੀਂ ਇਹ ਸੈਮੀਨਾਰ ਨਾ ਕਰ ਰਹੇ ਹੁੰਦੇ, ਸਾਡੇ ਸਿਰ ਦੇ ਉੱਪਰ ਦਸਤਾਰ ਨਾ ਹੁੰਦੀ, ਸਾਡੇ ਗੁਰਦੁਆਰੇ ਨਾ ਹੁੰਦੇ, ਸਾਡੀ ਹੋਂਦ ਨਾ ਹੁੰਦੀ। ਇਸ ਵਾਸਤੇ ਸਾਨੂੰ ਇਸ ਚੀਜ਼ ਨੂੰ ਖੁਸ਼ੀ ਦੇ ਤੌਰ ਦੇ ਉੱਪਰ ਮਨਾਉਣਾ ਚਾਹੀਦਾ ਵਾ, ਨਾ ਕਿ ਸੋਗ ਦੇ ਤੌਰ ਦੇ ਉੱਪਰ। ਇੱਥੇ ਸਾਡੀ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਬਿਲਕੁਲ ਗਲਤ ਰਸਤੇ ਦੇ ਉੱਪਰ ਜਾ ਰਹੀ ਹੈ। ਸਾਨੂੰ ਇਹਦੇ ਉੱਪਰ ਸਾਨੂੰ ਸੋਗ ਨਹੀਂ ਖੁਸ਼ੀ ਦੇ ਹਿਸਾਬ ਨਾਲ ਮਨਾਉਣਾ ਚਾਹੀਦਾ ਹੈ। ਨੰਬਰ 3 ਪੁਆਇੰਟ ਇਹ ਹੁੰਦਾ ਆ ਕਿ ਜੇ ਅਸੀਂ ਸੋਗ ਮਨਾਉਂਦੇ ਆ ਤੇ ਗੁਰੂ ਸਾਹਿਬਾਂ ਦਾ ਸਾਨੂੰ ਹੁਕਮ ਹੈ ਕਿ ਤੇਰਾ ਕੀਆ ਮਿੱਠਾ ਲਾਗੇ, ਤਾਂ ਸਾਨੂੰ ਅਸੀਂ ਇਸ ਚੀਜ਼ ਦੇ ਬਿਲਕੁਲ ਖਿਲਾਫ ਹੋ ਗਏ ਦਾ ਮਤਲਬ ਆ ਕਿ ਸ਼ਹੀਦੀਆਂ ਹੋਈਆਂ, ਸਾਨੂੰ ਸੋਗ ਹੋਇਆ, ਅਸੀਂ ਸਾਦਾ ਜੀਵਨ ਬਿਤਾਉਣਾ ਆ, ਮਿਠਾਈ ਨਹੀਂ ਖਾਣੇ 2 ਹਫ਼ਤਿਆਂ ਤੱਕ, ਤੇ ਤੇਰਾ ਕੀਆ ਮਿੱਠਾ ਲਾਗੇ ਅਸੀਂ ਮੰਨੀ ਨਹੀਂ ਗੱਲ ਨੂੰ। ਫਿਰ ਅਸੀਂ ਉਹਦੇ ਖਿਲਾਫ ਚਲੇ ਗਏ ਆ ਉਸ ਚੀਜ਼ ਦੇ, ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਦੱਸਣਾ ਕੀ ਆ, ਲੋਕਾਂ ਨੂੰ ਗਲੋਬਲਾਈਜੇਸ਼ਨ ਨੂੰ ਅਸੀਂ ਦੱਸਣਾ ਕੀ ਆ। ਜਦੋਂ ਯੂਨੀਵਰਸਿਟੀ ਦੇ ਵਿੱਚ ਇਹ ਪ੍ਰੋਗਰਾਮ ਕਰਨੇ ਨੇ ਬੱਚਿਆਂ ਨੇ ਉੱਥੇ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਦੱਸਣਾ ਕੀ ਆ। ਜਦ ਤੱਕ ਇਹ ਨਹੀਂ ਪਤਾ ਹੋਏਗਾ ਦੱਸਣਾ ਕੀ ਆ ਤਾਂ ਉਹ ਗਲਤ ਕਈ ਵਾਰੀ ਜਿਹੜੇ ਮੈਸੇਜ ਵਾ ਉਹ ਦੁਨੀਆ 'ਚ ਚਲਾ ਜਾਂਦਾ ਆ। ਜਿੱਥੇ ਤੱਕ ਹੁਣ ਮੇਰਾ ਦਿਮਾਗ ਜਾਂਦਾ ਆ ਕਿ ਇਹ ਦਿਨ ਸਾਨੂੰ ਬੜੇ ਹੌਸਲੇ ਦੇ ਨਾਲ, ਆਪਣੇ ਖੁਸ਼ੀ ਦੇ ਨਾਲ ਮਨਾਉਣੇ ਚਾਹੀਦੇ ਨੇ। ਔਰ ਮਨਾਉਣੇ ਕਿੱਦਾਂ ਚਾਹੀਦੇ ਨੇ, ਇਹਦੇ ਬਾਰੇ ਜਿਹੜੀਆਂ ਗੱਲਾਂ ਹੋਈਆਂ ਨੇ ਕਿ ਘਰਾਂ ਦੇ ਵਿੱਚ ਬੱਚਿਆਂ ਨੂੰ ਦੱਸਣਾ ਚਾਹੀਦਾ ਆ। ਮੈਂ ਹੁਣ ਗੱਲ ਕਰਾਂਗਾ ਵੈਸਟਰਨ ਸੁਸਾਇਟੀ ਦੇ ਬਾਰੇ, ਇੰਡੀਆ ਦੇ ਬਾਰੇ ਨਹੀਂ, ਕਿਉਂਕਿ ਵੈਸਟਰਨ ਸੁਸਾਇਟੀ ਦੇ ਵਿੱਚ ਇੱਥੇ ਬੱਚੇ ਜਿਹੜੇ ਨੇ ਉਹ ਕ੍ਰਿਸਮਸ ਦਾ ਟਾਈਮ ਆ, ਘਰ ਦੇ ਵਿੱਚ ਲਾਈਟਾਂ ਵੀ ਜਲਦੀਆਂ ਚਾਹੀਦੀਆਂ ਵਾ, ਜਾਂ ਕ੍ਰਿਸਮਸ ਟਰੀ ਵੀ ਹੋਣਾ ਚਾਹੀਦਾ ਆ। ਭਾਵੇਂ ਸਾਡੇ ਬੱਚਿਆਂ ਨੇ ਕਦੇ ਨਹੀਂ ਕੀਤਾ, ਪਰ ਜ਼ਿਆਦਾਤਰ ਬੱਚੇ ਜਿਹੜੇ ਭਾਵੇਂ ਸਿੱਖ ਨੇ ਭਾਵੇਂ ਨੇ ਉਹ ਕਰਦੇ ਨੇ। ਮਾਪੇ ਵੀ ਕਹਿ ਦਿੰਦੇ ਨੇ ਕਿ ਚਲੋ ਕੋਈ ਗੱਲ ਨਹੀਂ, ਕ੍ਰਿਸਮਸ ਟਰੀ ਵੀ ਲੱਗ ਜਾਂਦੇ ਆ, ਬਾਹਰ ਲਾਈਟਾਂ ਵੀ ਲੱਗ ਜਾਂਦੀਆਂ ਨੇ। ਪਰ ਉਹਦੇ ਨਾਲ ਅਗਰ ਅਸੀਂ ਬੈਠ ਕੇ, ਜਿੱਦਾਂ ਹੁਣੇ ਗੱਲ ਹੋ ਚੁੱਕੀ ਆ ਕਿ ਬੱਚਿਆਂ ਦੇ ਨਾਲ ਥੋੜੀ ਦੇਰ ਦੇ ਵਾਸਤੇ ਇਹ ਵੀ ਦੱਸੀਏ ਕਿ ਬੱਚਿਓ ਕ੍ਰਿਸਮਸ ਹੈ, ਪਰ ਉਹਦੇ ਨਾਲ ਸਾਡੇ ਇਹ ਦਿਨ ਵੀ ਹੈਗੇ ਨੇ। ਭਾਵੇਂ ਬੱਚੇ ਸੁਣਦੇ ਨਹੀਂ ਅੱਜ ਕੱਲ੍ਹ, ਮੇਰਾ ਤਾਂ ਐਕਸਪੀਰੀਅੰਸ ਇਹ ਹੈ ਕਿ ਬੱਚੇ ਅੱਜ ਕੱਲ੍ਹ ਸੁਣਦੇ ਨਹੀਂ ਹੋ, ਪਰ ਨਾ ਵੀ ਸੁਣਨ ਤਾਂ ਵੀ ਉਹਨਾਂ ਨੂੰ ਕੋਲ ਬਿਠਾ ਕੇ ਥੋੜੀ ਦੇਰ ਦੇ ਵਾਸਤੇ ਵੀ ਬੱਚਿਓ ਅਗਰ ਅਸੀਂ ਇਹ ਕੰਮ ਕਰਨਾ ਆ ਤੇ ਇਹ ਵੀ ਗੱਲ ਸੁਣੋ ਜ਼ਰੂਰ, ਔਰ ਉਹਨਾਂ ਨੂੰ ਸੁਣਾਈ ਜਾਵੇ। ਇੱਕ ਚੀਜ਼ ਮੈਂ ਪਹਿਲਾਂ ਵੀ ਬਹੁਤ ਪਹਿਲਾਂ ਡਾਕਟਰ ਜਗਜੀਤ ਸਿੰਘ ਹੋਣਾ ਦੇ ਹੁਣ ਤੋਂ ਪਹਿਲਾਂ ਦੀ ਗੱਲ ਵਾ, ਮੈਂ ਕੈਨੇਡੀਅਨ ਸਿੱਖ ਸੁਸਾਇਟੀ ਦੇ ਵਿੱਚ ਵੀ ਇੱਕ ਵਾਰੀ ਮੈਂ ਇਹ ਗੱਲ ਕੀਤੀ ਸੀਗੀ ਕਿ ਜਦੋਂ ਅਸੀਂ ਬਾਹਰ ਜਾਂਦੇ ਹਾਂ ਅੱਜ ਕੱਲ੍ਹ
ਜਾਂ ਡਿਊਰਿੰਗ ਅਪ੍ਰੈਲ ਮੰਥ ਬੜੇ ਕ੍ਰਿਸਚੀਅਨ ਜਿਹੜੇ ਨੇ ਉਹ ਬਾਹਰ ਸੜਕਾਂ ਤੇ ਤੁਹਾਨੂੰ ਮਿਲ ਜਾਂਦੇ ਨੇ, ਪੈਂਫਲੇਟਸ ਲੈ ਕੇ ਤੁਹਾਨੂੰ ਦੱਸਣ ਵਾਸਤੇ ਮਾਰਚ ਦੇ ਵਿੱਚ ਹੁੰਦੇ ਨੇ। ਵਾਈ ਕਾਂਟ ਵੀ ਆਲਸੋ ਇਨ ਅ ਗਰੁੱਪ ਆਫ 2 to 3 ਇੱਕ ਅਸੀਂ ਪੈਂਫਲੇਟਸ ਬਣਾ ਕੇ ਛੋਟਾ ਜਿਹਾ ਇਸ ਚੀਜ਼ ਦੇ ਬਾਰੇ ਲੋਕਾਂ ਨੂੰ ਦੇਈਏ, ਵੰਡੀਏ। 100 ਪੈਂਫਲੇਟਸ ਵੰਡਾਂਗੇ, ਉਹਨਾਂ ਚੋਂ ਅਗਰ ਕਿਸੇ ਨੇ 2 ਨੇ ਵੀ ਪੜ੍ਹ ਲਏ, ਉਹਨੂੰ ਕੁਝ ਸਮਝ ਆ ਗਈ, ਤੇ ਮੈਂ ਕਹਾਂਗਾ ਕਿ ਸਾਡਾ ਇਹ ਜਿਹੜਾ ਪ੍ਰੋਗਰਾਮ ਹੈ, ਇਹ ਜੋ ਅਸੀਂ ਕਰ ਰਹੇ ਹਾਂ, ਉਹ ਸਫਲ ਹੋ ਜਾਏਗਾ। ਇਹ ਮੇਰੇ ਕੁਝ ਥੋੜੇ ਜਿਹੇ ਸੁਝਾਅ ਨੇ ਔਰ ਮੇਰੇ ਜਿਹੜੇ ਕੁਝ ਖਿਆਲਾਤ ਨੇ। ਹੋ ਸਕਦਾ ਕਿ ਮੇਰੇ ਖਿਆਲਾਤ ਜਿਹੜੇ ਨੇ ਇਹ ਕਈਆਂ ਨੂੰ ਸ਼ਾਇਦ ਉਹਨਾਂ ਦੇ ਦਿਲ ਵੀ ਫਰੰਦੜੇ, ਕਿਉਂਕਿ ਸਾਡੇ ਦਿਲ ਬੜੀ ਜਲਦੀ ਫਰੰਦੜੇ ਜਾਂਦੇ ਨੇ, ਸਪੈਸ਼ਲੀ ਇੰਡੀਆ ਦੇ ਵਿੱਚ। ਤੇ ਜੇ ਕਿਸੇ ਦੇ ਦਿਲ ਫਰੰਦੜੇ ਗਏ ਹੋਣ ਤਾਂ ਮੈਂ ਮਾਫੀ ਮੰਗ ਲੈਣਾ ਆ, ਪਰ ਇਹ ਮੇਰੇ ਖਿਆਲਾਤ ਨੇ ਔਰ ਮੈਂ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਤੇ ਮੈਂ ਇਸ ਚੀਜ਼ ਦੇ ਬਾਰੇ ਭੈਣ ਮਨਦੀਪ ਕੌਰ ਜੀ ਨੂੰ ਥੈਂਕ ਯੂ ਕਰਨਾ। ਇਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਹੈ ਕਿ ਤੁਸੀਂ ਬੋਲਣਾ ਜ਼ਰੂਰ। ਮੈਂ ਬੋਲਣਾ ਨਹੀਂ ਸੀ ਚਾਹੁੰਦਾ, ਪਰ ਉਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਤੇ ਮੇਰਾ ਨਾਮ ਦਿੱਤਾ ਤੇ ਮੈਂ ਬੋਲ ਪਿਆ ਵਾ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਡਾਕਟਰ ਕਾਲਾ ਸਿੰਘ ਜੀ। ਡਾਕਟਰ ਕਾਬਲ ਸਿੰਘ ਜੀ ਪਲੀਜ਼। ਹਾਂਜੀ ਵੀਰ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ ਜੀ। ਮੈਂ ਆਪਣਾ ਨਾਂ ਐਤਕੀ ਨਹੀਂ ਸੀ ਰਜਿਸਟਰ ਨਹੀਂ ਸੀ ਕਰਾਇਆ। ਉਹਦਾ ਕਾਰਨ ਇਹ ਸੀ ਕਿ ਈਮੇਲ ਵੀ ਮੈਸੇਜ ਆਈਆਂ, ਸਭ ਕੁਝ ਹੀ, ਕਿ ਮੇਰੇ ਕੋਲ ਕੋਈ ਖਾਸ ਮੈਨੂੰ ਲੱਗਦਾ ਨਹੀਂ ਸੀ। ਕਈ ਵਾਰੀ ਤੁਹਾਨੂੰ ਹੁੰਦਾ ਕਿ ਮੈਂ ਕਹਿਣਾ ਚਾਹੁੰਦਾ ਏਜੰਡਾ ਆਲਰੇਡੀ ਹੁੰਦਾ, ਲੇਕਿਨ ਇਹ ਹੈ ਕਿ ਹੁਣ ਗੱਲਾਂ ਬਾਤਾਂ ਸੁਣ ਕੇ ਜ਼ਰੂਰ, ਕਿਉਂਕਿ ਡਾਕਟਰ ਸਾਹਿਬ ਨੇ ਹੁਕਮ ਕਰ ਦਿੱਤਾ ਹੈ। ਤੇ ਇੱਕ ਚੀਜ਼ ਜਿਹੜੀ ਪਹਿਲਾਂ ਮੈਂਸ਼ਨ ਹੋਈ ਸੀ ਡਾਕਟਰ ਜਸਵੰਤ ਸਿੰਘ ਹਰਾਣਾ ਜੀ, ਕਿ ਗੁਰਦੁਆਰਾ ਜਿਹੜਾ ਹੈ ਇਹ ਪਾਠਸ਼ਾਲਾ ਬਣ ਜਾਣਾ ਚਾਹੀਦਾ ਹੈ। ਹਾਂਜੀ। ਮੈਂ ਤੇ ਇਹਨਾਂ ਨੇ ਹੁਣ ਦੱਸਿਆ ਕਿ ਡਾਕਟਰ ਬਲਦੇਵ ਸਿੰਘ ਹਰਾਣਾ, ਅਸੀਂ 5 ਆਰਟੀਕਲ ਲਿਖੇ ਨੇ ਜੀ ਸਾਂਝੀ ਵਿਰਾਸਤ ਦੇ ਵਿੱਚ। ਪਿਛਲੇ 5 ਮਹੀਨਿਆਂ ਤੋਂ ਲਾਸਟ ਇਸ ਮਹੀਨੇ ਆ ਗਿਆ ਦਸੰਬਰ 'ਚ, ਕਿ ਗੁਰਦੁਆਰਾ ਤੋਂ ਗੁਰਮਤ ਪਾਠਸ਼ਾਲਾ। ਉਹਦਾ ਮਤਲਬ ਇਹ ਹੈ ਕਿ ਜੇ ਅਸੀਂ ਇਹਨੂੰ ਗੁਰਦੁਆਰੇ ਨੂੰ ਜਿਹੜਾ ਹੈ ਕਿ ਇਹਨੂੰ ਅਸੀਂ ਜਿਹੜਾ ਕਿ ਸਾਡਾ ਪ੍ਰੋਪਰ ਵਰਡ ਪਾਠਸ਼ਾਲਾ ਸ਼ੁਰੂ ਤੋਂ ਕਲਚਰ ਟ੍ਰੈਡੀਸ਼ਨਲ ਆ, ਉਹਦੇ 'ਚ ਵਰਤੀਏ, ਨਾ ਕਿ ਅਸੀਂ ਉਹਨੂੰ ਜਿਵੇਂ ਕਿ ਹੁਣ ਅਸੀਂ ਲੰਗਰ 'ਚ ਸਭ ਤੋਂ ਵਧੀਆ ਹੋਵੇ ਤੇ ਉਹ ਗੱਲਾਂ ਬਾਤਾਂ ਕਰੀਏ। ਸੋ ਉਹ ਜੇ ਕਿ ਇਹਦਾ ਚਿੱਤ ਚਾਵੇ ਤੇ ਉਹ ਪੜ੍ਹ ਸਕਦੇ ਜੇ। ਤੇ ਉਹਦੇ 'ਚ ਅਸੀਂ ਇਹੋ ਹੀ ਕਿਹਾ ਹੈ ਕਿ ਉੱਥੇ ਜਿਹੜਾ ਜਿੰਨਾ ਵੀ ਪ੍ਰਚਾਰ ਹੋਵੇ ਨਾ, ਪਹਿਲੀ ਗੱਲ ਇਹ ਆ ਕਿ ਉਹਦੇ ਵਿੱਚ ਇੱਕ ਕਿਸਮ ਦਾ ਕੱਲਾ ਜਿਹੜਾ ਕੀਰਤਨ ਬਹੁਤ ਚੰਗਾ ਹੈ ਜੀ, ਕੁਛ ਚਿਰ ਵਾਸਤੇ ਤੁਹਾਡਾ ਮਨ ਨੂੰ ਸ਼ਾਂਤੀ ਦੇਣ ਵਾਸਤੇ। ਪਾਠ ਵੀ ਠੀਕ ਆ ਜੇ ਤੁਸੀਂ ਉਹ ਜਸਟ ਸ਼ਾਂਤੀ ਵਾਸਤੇ ਜਾਂ ਜੋ ਵੀ ਆ, ਲੇਕਿਨ ਇਹ ਆ ਕਿ ਜਿੰਨਾ ਚਿਰ ਅਸੀਂ ਚੀਜ਼ਾਂ ਸਮਝਦੇ ਨਹੀਂ ਗੁਰਬਾਣੀ ਨੂੰ, ਜੇ ਕੀਰਤਨ ਹੋਈ ਜਾਂਦਾ ਤੇ ਜਿਹਨੂੰ ਜ਼ਿਆਦਾ ਲੋਕਾਂ ਨੂੰ, ਮੇਰੇ ਖਿਆਲ 90% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕੀ ਕਿਹਾ ਕੀ ਜਾ ਰਿਹਾ, ਮੈਸੇਜ ਕੀ ਹੈ। ਹਾਂ, ਇਹ ਠੀਕ ਹੈ ਕਿ ਜਿਵੇਂ ਟੀਵੀ ਦੇਖ ਲਓ ਜਾਂ ਕੀਰਤਨ ਸੁਣ ਲੈਂਦੇ ਹਾਂ ਅਸੀਂ। ਸੋ ਉਹਦੇ 'ਚ ਇਹ ਆ ਕਿ ਜੇ ਤੁਸੀਂ ਕੀਰਤਨ ਕਰਨਾ, ਜਾਂ ਤੇ ਉਹਦਾ ਭਾਵ ਅਰਥ ਪਹਿਲਾਂ ਸਮਝਾਇਆ ਜਾਵੇ ਜਾਂ ਅਖੀਰ ਤੇ ਸਮਝਾਇਆ ਜਾਵੇ ਕਿ ਅਸੀਂ ਆਹ ਕੀਰਤਨ ਕੀਤਾ ਹੈ। ਸੋ ਉਹਦੇ 'ਚ ਅਸੀਂ ਸਾਰੇ ਇਹੋ ਕਹੇ ਆ ਕਿ ਇਹ ਇੱਕ ਕਿਸਮ ਦਾ ਟੀਚਿੰਗ ਜਗ੍ਹਾ ਚਾਹੀਦੀ ਆ। ਅਸੀਂ ਉਹਦੇ 'ਚ ਇਹ ਵੀ ਕਿਹਾ ਕਿ ਲਾਇਬ੍ਰੇਰੀ ਜਿਹੜੀਆਂ ਨੇ ਉਹ ਨਹੀਂ ਹੈਗੀਆਂ। ਐਨੀਵੇ ਥੋੜਾ ਵੱਖਰਾ, ਮੈਂ ਸੌਰੀ ਉਧਰ ਨਹੀਂ ਜਾਣਾ ਚਾਹੁੰਦਾ ਜੀ। ਐਨੀਵੇ, ਤੇ ਉਹ ਦੂਸਰੀ ਗੱਲ ਜਿਹੜੀ ਮੈਨੂੰ ਲੱਗੀ ਜੀ ਕਿ ਲੰਗਰ ਸਾਦਾ, ਡਾਕਟਰ ਕਾਲਾ ਸਿੰਘ ਨੇ ਕਿਹਾ ਸਾਦਾ ਨਹੀਂ ਹੋਣਾ ਚਾਹੀਦਾ, SGPC ਨੇ ਕਿਹਾ, ਉਹ ਠੀਕ ਹੈ। ਉਹਨਾਂ ਦਾ ਜਿਹੜਾ ਪਰਪਸ ਜਾਂ ਜੋ ਵੀ ਆ ਉਹ ਵੱਖਰਾ ਆ। ਇਸ ਵੇਲੇ ਇਟ ਕੈਨ ਬੀ ਟੇਕਨ ਇਨ ਡਿਫਰੈਂਟ ਵੇ, ਕਿ ਲੰਗਰ ਤੇ ਵੈਸੇ ਹੀ ਸਾਦਾ ਹੋਣਾ ਚਾਹੀਦਾ। ਅਸੀਂ ਕੋਈ ਉੱਥੇ ਅਸੀਂ ਉਹ ਇੱਕ ਤੇ ਬਿਮਾਰੀਆਂ ਲਾਉਂਦੇ ਆ ਲੋਕਾਂ ਨੂੰ ਖਵਾ ਕੇ ਜ਼ਿਆਦਾ ਸਮਾਨ, ਤੇ ਚਲੋ ਅਨਇੰਟੈਂਸ਼ਨਲੀ ਉਹਨਾਂ ਨੇ ਚੰਗੀ ਗੱਲ ਕਰ ਦਿੱਤੀ ਮੇਰੇ ਖਿਆਲ 'ਚ। ਤੇ ਉਹਨਾਂ ਨੂੰ ਇਹ ਵੀ ਕਹਿ ਦੇਣਾ ਚਾਹੀਦਾ ਕਿ ਲੰਗਰ ਹਮੇਸ਼ਾ ਹੀ ਸਾਦਾ ਹੋਣਾ ਚਾਹੀਦਾ। ਤੇ ਤੀਸਰੀ ਗੱਲ ਹੈ ਜੀ, ਬਿਲਕੁਲ ਪਰਚੇ ਵੰਡਣ ਵਾਲੀ ਡਾਕਟਰ ਕਾਲਾ ਸਿੰਘ ਹਰਾਣਾ ਨੇ ਕਿਹਾ, ਤੇ ਇਹ ਵੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ। ਵਧੀਆ ਜੀ ਤਰੀਕਾ। ਅਸੀਂ ਡਾਕਟਰ ਬਲਦੇਵ ਸਿੰਘ ਹਰਾਣਾ ਹੀ ਕਈ ਵਾਰੀ ਆਪੋ ਇਹ ਗੱਲ ਕਰਦੇ ਹਾਂ ਕਿ ਜਿਹੜੇ ਨਗਰ ਕੀਰਤਨ ਅਸੀਂ ਕਰਦੇ ਹਾਂ ਉਹਦੇ ਵਿੱਚ ਸਭ ਕੁਝ ਬਾਕੀ ਜ਼ੋਰ ਲਾਉਨੇ ਆ, ਲੇਕਿਨ ਅਸੀਂ ਕੋਈ ਗਿਆਨ ਨਹੀਂ ਉਹ 'ਚ ਦਿੰਦੇ ਵੀ ਇਹ ਨਗਰ ਕੀਰਤਨ ਕਿਉਂ ਹੋ ਰਿਹਾ। ਹਾਂ ਠੀਕ ਹੈ ਜੀ, ਆਪਾਂ ਮੱਥਾ ਟੇਕੀ ਜਾਂਦੇ ਹਾਂ, ਲੇਕਿਨ ਅਸੀਂ ਜਿਹੜੇ ਆਸੇ ਪਾਸੇ ਵਾਲੇ ਲੋਕ ਨੇ
ਉਹਨਾਂ ਦੀ ਲੈਂਗੁਏਜ ਦੇ ਵਿੱਚ ਜਿਹੜੀ ਇਹਨਾਂ ਗੱਲ ਕਹੀ ਆ ਪਰਚੀ ਵੰਡੀਏ ਵੀ ਅੱਜ ਅਸੀਂ ਆ ਜੇ ਅਸੀਂ ਇਕੱਠੇ ਹੋਏ ਆ ਤੇ ਕਿਉਂ ਹੋਏ ਆ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਉਹਨਾਂ ਦੀ ਲੈਂਗੁਏਜ ਦੇ ਵਿੱਚ। ਇਸੇ ਤਰ੍ਹਾਂ ਹੀ ਆ ਕਿ ਜਦੋਂ ਵੀ ਤੁਸੀਂ ਕੁਝ ਕਰਦੇ ਜੇ ਲੋਕਾਂ ਨੂੰ ਜਿੰਨਾ ਚਿਰ ਤੁਸੀਂ ਸਮਝਾਉਂਦੇ ਨਹੀਂ ਉਹਨਾਂ ਚਿਰ ਉਹਦਾ ਕੋਈ ਫਾਇਦਾ ਨਹੀਂ। ਹਾਂ ਬਿਲਕੁਲ ਜੀ, ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ, ਇਹਦੇ 'ਚ ਮੈਂ ਆਈ ਫੁਲੀ ਐਗਰੀ। ਸੋ ਮੇਰੇ ਤੇ ਇਹੋ ਹੀ ਸੁਜੈਸ਼ਨ ਨੇ ਜੀ ਕਿ ਗੁਰਦੁਆਰੇ ਦੇ ਜਿੰਨਾ ਚਿਰ ਅਸੀਂ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਦੀ ਸ਼ਹੀਦੀ ਵਾਸਤੇ ਜਿਹੜੇ ਤੁਹਾਨੂੰ ਉਹ ਲੈਕਚਰ ਹੋਣ, ਇਹ ਨਹੀਂ ਇਕੱਲਾ ਕਿ ਗੁਰਦੁਆਰੇ ਦੇ ਵਿੱਚ ਅੱਗੋਂ ਪਿੱਛੋਂ ਵੀ ਲੈਕਚਰ ਕਰ ਹਾਲ ਦੇ ਵਿੱਚ ਅਦਰ ਟਾਈਮ ਨਾਟ, ਕਿਉਂਕਿ ਗੁਰਦੁਆਰਾ ਟਾਈਮ ਦੇ ਵਿੱਚ ਥੋੜਾ ਜਿਹਾ ਟਾਈਮ ਹੁੰਦਾ, ਲੋਕੀ ਆਉਂਦੇ ਨੇ ਉਦੋਂ ਕੀਰਤਨ ਵੀ ਕਰਨਾ ਜੀ, ਥੋੜੀ ਵਿਆਖਿਆ 10-15 ਮਿੰਟ ਕਰਨੀ ਆ। ਸੋ ਵੱਖਰੇ ਸੈਮੀਨਾਰ ਗੁਰਦੁਆਰਾ ਸਾਹਿਬ ਆਰਗੇਨਾਈਜ਼ ਕਰਨ ਕਿ ਇਹ ਜੀ ਸਾਡੇ ਸ਼ਹੀਦੀਆਂ ਦੇ ਸੰਬੰਧਿਤ ਨੇ, ਉਹਦੇ ਵਿੱਚ ਜਿਹੜਾ ਹੈ ਕਿ ਤੁਹਾਨੂੰ ਕੋਸ਼ਿਸ਼ ਕੀਤੀ ਜਾਵੇ ਕਿ ਜਿੰਨੇ ਤੋਂ ਵੱਧ ਲੋਕ ਆ ਕੇ ਹਿੱਸਾ ਲੈਣ, ਉਹਨਾਂ ਨੂੰ ਸਮਝਾਇਆ ਜਾਵੇ। ਸੋ ਇਹ ਜਿਹੀ ਜੀ ਮੇਰੀਆਂ ਕੁਝ ਜਿਹੜੀਆਂ ਸੁਜੈਸ਼ਨਸ। ਠੀਕ ਹੈ, ਥੈਂਕ ਯੂ ਡਾਕਟਰ ਕਾਬਲ ਸਿੰਘ ਜੀ, ਥੈਂਕ ਯੂ ਜੀ। ਸਾਡੇ ਕੋਲ ਜਸਮੀਤ ਸਿੰਘ ਜੀ ਹੈਗੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ ਆਈ ਜੀ। ਹੋਪ ਸਾਊਂਡ ਆ ਰਹੀ ਹੈ, ਆਵਾਜ਼ ਆ ਰਹੀ ਹੈਗੀ ਜੇ ਹੈਲੋ। ਮੈਂ ਕਿਹਾ ਸਾਰੇ ਅਸੀਂ ਮਿਊਟਿਡ ਹਾਂ ਜੀ, ਵੈਸੇ ਤਾਂ ਤੁਹਾਡੇ ਵੱਲੋਂ ਹੀ ਕੋਈ ਆ ਰਹੀ ਹੋਣੀ ਹੈ, ਨਹੀਂ ਤਾਂ ਅਦਰਵਾਈਜ਼ ਤਾਂ ਨਹੀਂ ਆਣੀ ਚਾਹੀਦੀ। ਨਹੀਂ, ਮੇਰੀ ਸਾਊਂਡ ਆ ਰਹੀ ਹੈ ਨਾ? ਹਾਂਜੀ ਹਾਂਜੀ, ਤੁਹਾਡੀ ਆ ਰਹੀ ਹੈ ਜੀ। ਹਾਂਜੀ ਠੀਕ ਹੈ ਜੀ। ਮੈਂ ਬਸ ਜ਼ਿਆਦਾ ਨਹੀਂ ਕੁਝ, ਮੈਂ ਬਸ ਇੱਕ ਦੋ ਮੇਰਾ ਜਿਹੜਾ ਐਕਸਪੀਰੀਅੰਸ ਹੈ ਉਹਦੇ ਬਾਰੇ ਮਤਲਬ ਦੱਸਣਾ ਹੈ ਕਿ ਆਪਾਂ ਕਿਵੇਂ ਯਾਦ ਕਰ ਸਕਦੇ ਹਾਂ। ਮੋਸਟਲੀ ਜੋ ਮੈਂ ਚੀਜ਼ਾਂ ਦੱਸਣੀ ਸੀਗੀਆਂ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਪਹਿਲਾਂ ਹੀ ਸਕਾਲਰਸ ਨੇ ਦੱਸ ਦਿੱਤੀਆਂ ਇੱਧਰ, ਜਿਵੇਂ ਕਿ ਯੂਨੀਵਰਸਿਟੀਜ਼ ਆਪਾਂ ਜਾ ਸਕਦੇ ਹਾਂ, ਕਾਲਜਿਸ ਦੇ ਵਿੱਚ ਜਾ ਕੇ ਸੈਮੀਨਾਰ ਕਰ ਸਕਦੇ ਹਾਂ, ਰਾਈਟ। ਹੁਣ ਮੇਰਾ ਫਰਸਟ ਮਤਲਬ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਯਾਦ ਕਿਉਂ ਨਹੀਂ ਕਰ ਪਾਉਂਦੇ। ਫਰਸਟ ਆਫ ਆਲ ਰੂਟ ਕਾਜ਼ ਸਾਡਾ ਇਹ ਹੈ, ਸਾਡੇ ਵਿੱਚ ਅਵੇਅਰਨੈਸ ਹੀ ਨਹੀਂ ਹੈ। ਬੱਚਿਆਂ ਦੇ ਅੱਜ ਦੇ ਵਿੱਚ ਅਵੇਅਰਨੈਸ ਨਹੀਂ ਹੈਗੀ ਹੈ। ਅਵੇਅਰਨੈਸ ਕਿੱਦਾਂ ਲਿਆ ਸਕਦੇ ਆ, ਰਾਈਟ। ਜਿਵੇਂ ਹੁਣ ਪਹਿਲਾਂ ਹੀ ਤੁਸੀਂ ਦੱਸਤਾ ਵੀ ਸਕੂਲ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਜਾ ਕੇ, ਫੈਮਿਲੀ ਦੇ ਵਿੱਚ ਅਸੀਂ ਆਪਾਂ ਗੱਲ ਕਰ ਸਕਦੇ ਹਾਂ ਇਹਦੇ ਬਾਰੇ, ਰਾਈਟ। ਹੁਣ ਗੁਰਦੁਆਰਿਆਂ ਦੇ ਵਿੱਚ ਇਹਦੇ ਬਾਰੇ ਜਾ ਕੇ ਦੱਸ ਹੋ ਸਕਦਾ। ਕੁਐਸਚਨ ਐਂਡ ਆਨਸਰ ਵਾਲਾ ਸਿਸਟਮ ਹੋਣਾ ਚਾਹੀਦਾ ਵੀ ਜਦ ਗੁਰਦੁਆਰੇ 'ਚ ਕੋਈ ਕਥਾ ਚੱਲਦੀ ਹੈ ਜਾਂ ਕੁਛ ਵੀ ਚੱਲਦਾ ਤੇ ਉਹਦੇ ਬਾਰੇ ਸੰਗਤ ਨੂੰ ਫਿਰ ਉਹਨੂੰ ਜਿਹੜੇ ਡਾਊਟਸ ਹੈ ਕਲੀਅਰ ਕਰਨ ਦਾ, ਡਾਊਟਸ ਆਪਣੇ ਕਲੀਅਰ ਕਰਨੇ ਚਾਹੀਦੇ ਨੇ, ਉਹ ਹੋਣਾ ਚਾਹੀਦਾ। ਤੇ ਹੁਣ ਇੱਕ ਮੈਂ ਮਤਲਬ ਆਪਣਾ ਦੱਸਦਾ, ਇੱਕ ਮੈਂ ਨਾ ਇੱਕ ਮੈਂ ਦੇਖਿਆ ਸੀਗਾ, ਇੱਕ ਖਾਲਸਾ ਕੈਂਪ ਲੱਗਦਾ, ਕੋਈ ਆਰਗੇਨਾਈਜ਼ ਕਰਦੇ ਨੇ। ਉਹਦੇ ਵਿੱਚ ਕੀ ਹੁੰਦਾ, ਇੱਕ ਰਿਟਰੀਟ ਟਾਈਪ ਹੁੰਦਾ ਵੀ ਮਤਲਬ 3-4 ਦਿਨ ਦਾ ਨਾ ਕਿਤੇ ਪਹਾੜਾਂ ਤੇ ਜਾ ਕੇ ਕੈਂਪਿੰਗ ਵਗੈਰਾ ਹੁੰਦੀ ਹੈ। ਜਿਵੇਂ ਆਪਾਂ ਛੁੱਟੀਆਂ 'ਚ ਨਹੀਂ ਜਾਂਦੇ ਕਿਤੇ ਵੀ, ਕੈਂਪ ਵਗੈਰਾ ਲਾ ਲਿਆ, ਕਿਤੇ ਚਲੇ ਗਏ, ਉਸ 'ਚ ਬਾਣੀ ਪੜ੍ਹਾਈ ਜਾਂਦੀ ਹੈ, ਸ਼ਸਤਰ ਵਿੱਦਿਆ ਪੜ੍ਹਾਈ ਜਾਂਦੀ ਹੈ। ਸ਼ਸਤਰ ਵਿੱਦਿਆ ਬਾਰੇ ਦੱਸਿਆ ਜਾਂਦਾ, ਸਿੱਖ ਹਿਸਟਰੀ ਬਾਰੇ ਦੱਸਿਆ ਜਾਂਦਾ, ਔਰ ਉਹ ਸਾਰੇ ਏਜਿਸ ਦੇ ਕੋਈ ਵੀ ਉਹ ਜੁਆਇਨ ਕਰ ਸਕਦਾ। ਆਈ ਥਿੰਕ ਉਹ ਬਹੁਤ ਵਧੀਆ ਚੀਜ਼ ਹੈ ਜੋ ਅਸੀਂ ਆਪਾਂ ਨੂੰ ਸਾਨੂੰ ਕਰਨਾ ਚਾਹੀਦਾ। ਉਹਦੇ ਨਾਲ ਜ਼ਰੂਰੀ ਨਹੀਂ ਕਿ ਸ਼ਹੀਦੀਆਂ ਹੀ, ਹੋਰ ਵੀ ਟੌਪਿਕਸ ਨੇ ਸਿੱਖ ਹਿਸਟਰੀ ਵਿੱਚ, ਸਿੱਖੀ ਵਿੱਚ, ਸਾਰਿਆਂ ਵਿੱਚ ਹੀ ਸਾਨੂੰ ਉਸ ਨੂੰ ਇੱਕ ਕਹਿੰਦੇ ਲਾਗੂ ਟਾਈਪ ਕਰਨਾ ਚਾਹੀਦਾ। ਤਾਂ ਉਹਦੇ ਨਾਲ ਓਬਵੀਅਸਲੀ ਜੇ ਜਦ ਆਪਾਂ ਕਿਆ ਕਹਿੰਦੇ ਆ ਕਿਸੇ ਵੀ ਚੀਜ਼ 'ਚ ਭਾਗ ਲੈਂਦੇ, ਸਾਨੂੰ ਨੌਲੇਜ ਮਿਲਣੀ ਹੈ, ਐਕਸਪੀਰੀਅੰਸ ਮਿਲੇਗਾ ਤਾਂ ਓਬਵੀਅਸਲੀ ਨੌਲੇਜ ਮਿਲੇਗੀ, ਅਵੇਅਰਨੈਸ ਆਏਗੀ ਤਾਂ ਬੰਦਾ ਯਾਦ ਰੱਖੇਗਾ। ਮੈਂ ਬਸ ਇਹੀ ਸੀਗਾ ਜੋ ਮੇਰੇ ਮਨ 'ਚ ਸੀਗਾ। ਬਾਕੀ ਯੂ ਕੈਨ ਕੰਟੀਨਿਊ। ਬਾਕੀ ਜੇ ਕੋਈ ਸਵਾਲ ਵਗੈਰਾ ਹੋਏਗਾ ਮੈਂ ਐਂਡ 'ਚ ਬਾਕੀ ਪੁੱਛ ਲਾਂਗਾ। ਆਹੀ ਸੀਗਾ ਜੀ। ਬਾਕੀ ਸਮਾਂ ਦੇਣ ਲਈ ਥੈਂਕ ਯੂ ਸੋ ਮਚ। ਜਸਮੀਤ ਸਿੰਘ ਜੀ, ਥੈਂਕਸ ਅ ਲੋਟ। ਹੁਣ ਚਲੋ ਮੈਂ ਪ੍ਰਿਵਿਲੇਜ ਲੈਂਦਾ ਹੋਇਆ ਮੈਂ ਕੁਝ ਟਾਈਮ ਲੈਣ ਲੱਗਾ ਵਿੱਚੋਂ। ਮੈਂ ਜਿੱਦਾਂ ਦੇਖਦਾ ਕਿ ਪਹਿਲੇ ਅਸੀਂ ਇਹ ਤਾਂ ਦੇਖ ਲਈਏ ਕਿ ਅਸੀਂ ਸਿੱਖਣਾ ਕੀ ਹੈ। ਜੇ ਮੈਂ ਆਪਣੇ ਹਿਸਾਬ ਨਾਲ, ਜੋ ਹੋ ਸਕਦਾ ਹੈ ਮੇਰੀ ਸੋਚ ਹੋਵੇ, ਮੈਂ ਇਸ ਟੌਪਿਕ ਨੂੰ 2 ਹਿੱਸਿਆਂ 'ਚ ਵੰਡਿਆ। ਪਹਿਲੇ ਤਾਂ ਅਸੀਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਦੇਖੀਏ, ਉਹਦੇ ਵਿੱਚੋਂ ਕੀ ਅਸੀਂ ਅੱਜ ਦੇ ਪਰਸਪੈਕਟਿਵ ਵਿੱਚ ਗੱਲ ਕਰੀਏ। ਇੱਕ ਤਾਂ ਉਹਨਾਂ ਦੀ ਜਿਹੜੀ ਸ਼ਹੀਦੀ ਸੀ, ਦੈਟ ਵਾਸ ਫਾਈਟ ਅਗੇਂਸਟ ਟ੍ਰੈਨੀ, ਕਿ ਜ਼ੁਲਮ ਦੇ ਖਿਲਾਫ ਕਿੱਦਾਂ ਲੜਾਈ ਕੀਤੀ। ਇਹ ਇੱਕ ਚੀਜ਼ ਨੂੰ ਹਾਈਲਾਈਟ, ਸਾਨੂੰ ਵੈਲਿਊ ਸਿਸਟਮ ਨੂੰ ਹਾਈਲਾਈਟ ਕਰਨਾ ਸੋਸਾਇਟੀ ਵਿੱਚ ਚਾਹੀਦਾ ਕਿ ਇਹ ਲੜਾਈ ਸੀ, ਨਾ ਕਿ ਕੋਈ ਜ਼ਮੀਨ ਜਾਂ ਕਿਸੇ ਹੋਰ ਚੀਜ਼ ਵਾਸਤੇ, ਵੈਲਥ ਵਾਸਤੇ ਨਹੀਂ ਸੀ, ਇਕੁਐਲਿਟੀ ਵਾਸਤੇ ਔਰ ਹਿਊਮਨ ਰਾਈਟਸ ਦੀ, ਜਿੱਦਾਂ ਪਹਿਲੇ ਕਿਹਾ ਗਿਆ, ਉਹ ਲੜਾਈ ਸੀ। ਦੂਸਰਾ, ਸਾਨੂੰ ਇਹਦੇ ਵਿੱਚ ਇੱਕ ਬੜੀ ਵੱਡੀ ਸਿੱਖਿਆ ਮਿਲਦੀ ਹੈ ਕਿ ਹਾਊ ਦੀ ਫਾਦਰ
looked at the equality between the people and the ਜਿਹੜੇ ਉਹਨਾਂ ਦੇ ਸਿੱਖ ਸੀ ਤੇ ਆਪਣੇ ਬੇਟਿਆਂ ਦੇ ਵਿੱਚ ਇਕੁਐਲਿਟੀ ਕਿੱਦਾਂ ਉਹਨਾਂ ਨੇ ਰੱਖੀ। ਇਸ ਪੁਆਇੰਟ ਨੂੰ ਹਾਈਲਾਈਟ ਕਰਨਾ ਕਿ ਹਰ ਇੱਕ ਨੂੰ ਜੋਤ ਸਰੂਪ ਸਮਝਣਾ, ਮਨ ਤੋਂ ਜੋਤ ਸਰੂਪ ਹੈ, ਉਸ ਜੋਤ ਸਰੂਪ ਨੂੰ ਹਾਈਲਾਈਟ ਅਸੀਂ ਕਈ ਵਾਰੀ ਘੱਟ ਕਰਦੇ ਹਾਂ ਕਿ ਉਹ ਇਕੁਐਲਿਟੀ ਉਹਨਾਂ ਨੇ ਕਿਸ ਤਰੀਕੇ ਨਾਲ ਮੇਨਟੇਨ ਕੀਤੀ ਤੇ ਆਪਣੇ ਸਿੱਖਾਂ ਵਿੱਚ ਤੇ ਬੇਟਿਆਂ ਵਿੱਚ ਜਿਹੜੇ ਬਾਇਓਲੋਜੀਕਲ ਫਾਦਰ ਹੁੰਦੇ ਹੋਇਆ ਉਹਨਾਂ ਨੇ ਕੋਈ ਫਰਕ ਨਹੀਂ ਰੱਖਿਆ। ਤੀਸਰੀ ਚੀਜ਼ ਜਿਹਦੀ ਕਰੇਜ ਕਿੱਥੋਂ ਆ ਰਹੀ ਹੈ? ਕੀ ਸਾਡੇ ਵਿੱਚ ਉਹ ਸਾਰੀ ਕਰੇਜ ਲੋਸਟ ਤਾਂ ਨਹੀਂ ਹੋ ਗਈ ਗੁਰੂ ਦੇ ਸਿੱਖ ਹੁੰਦੇ ਹੋਇਆ? ਉਹ ਜਿਹੜੀ ਕਰੇਜ ਸੀ, ਇਹ ਵੱਡੇ ਸਾਹਿਬਜ਼ਾਦਿਆਂ ਦੀ ਮੈਂ ਜੇ ਗੱਲ ਕਰ ਰਿਹਾ, ਫਿਰ ਉਹਨਾਂ ਦੀ ਕਿੱਦਾਂ ਦੀ ਥਿੰਕਿੰਗ ਹੈ, ਜਿਹੜੀ ਕੋਆਪਰੇਟਿਵ ਥਿੰਕਿੰਗ ਹੈ, ਨਾ ਕਿ ਕੰਪੀਟੀਟਿਵ ਥਿੰਕਿੰਗ ਸੀਗੀ। ਸਾਰੇ ਰਲ ਕੇ ਲੜ ਰਹੇ ਆ, ਸਾਰਿਆਂ ਨੇ ਇੱਕ ਯੂਨਿਟ ਬਣਿਆ। ਜਿੱਦਾਂ ਅਸੀਂ ਕਿਹਾ ਕਿ ਅਸੀਂ ਆਪਣੇ ਵਖਰੇਵੇ ਛੱਡ ਲਈਏ, ਅਸੀਂ ਤਾਂ ਛੋਟੀ ਛੋਟੀ ਗੱਲ ਦੇ ਪਿੱਛੇ ਵਖਰੇਵੇ ਪਾ ਕੇ ਬੈਠੇ ਆ, ਉਹ ਤਾਂ ਮਰਨ ਲਈ ਵੀ ਵਖਰੇਵਾ ਨਹੀਂ ਆ ਉੱਥੇ। ਸੋ ਇਹ ਕੁਝ ਪੁਆਇੰਟਸ ਮੈਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ, ਛੋਟੇ ਸਾਹਿਬਜ਼ਾਦਿਆਂ ਦੀ ਫਤਿਹ ਸਿੰਘ, ਜ਼ੋਰਾਵਰ ਸਿੰਘ ਜਿਹੜੇ 5 ਸਾਲ ਦੇ, ਉਹਨਾਂ ਦੇ ਉੱਤੇ ਆਵਾਂ। ਤੇ ਬਿਲਕੁਲ ਠੀਕ ਹੈ, ਪਹਿਲੇ ਕਈ ਕਹਿ ਚੁੱਕੇ ਆ ਕਿ ਇਟ ਵਾਜ਼ ਔਨ ਏ ਰਾਈਟ ਆਫ ਫੇਥ। ਜਿਹੜਾ ਰਾਈਟ ਆਫ ਫੇਥ ਹੈ, ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਪ੍ਰੋਟੈਕਟ ਕੀਤਾ, ਉਹਦੇ ਉੱਤੇ ਉਹਨਾਂ ਨੇ ਸਟੈਂਡਿੰਗ ਦਿੱਤੀ, ਉਹਨਾਂ ਦੇ ਪਹਿਰਾ ਦਿੱਤਾ ਔਰ ਪੂਰਾ ਦਿੱਤਾ। ਸੋ ਦਾਦੇ ਦੀ ਪੂਰੀ ਉਸ ਰੋਲ ਨੂੰ ਕੀਤਾ। ਫਿਰ ਦੂਜੀ ਚੀਜ਼ ਸਾਨੂੰ ਇਹ ਪਤਾ ਲੱਗਦੀ ਹੈ ਕਿ ਏਜ ਡਜ਼ ਨਾਟ ਡੈਟਰ ਕਰੇਜ। ਅਸੀਂ ਕਈ ਵਾਰੀ ਕਹਿੰਦੇ ਹਾਂ ਜੀ ਜਿਹੜਾ ਛੋਟਾ ਹੁੰਦਾ ਜੀ ਉਹਦੀ ਕਰੇਜ ਨਹੀਂ ਹੋ ਸਕਦੀ, ਵੱਡਾ ਹੁੰਦਿਆਂ ਆਉਂਦੀ ਹੈ ਜਾਂ ਕੁਝ ਹੈ। ਇਸ ਤੋਂ ਸਾਨੂੰ ਵੱਡੀ ਸਿੱਖਿਆ ਮਿਲੀ ਕਿ ਏਜ ਜਿਹੜੀ ਹੈ ਉਹ ਕਿਸੇ ਤਰ੍ਹਾਂ ਨਾਲ ਵੀ ਕਰੇਜ ਵਾਲੀ ਗੱਲ ਦੇ ਵਿੱਚ ਰਸਤੇ 'ਚ ਨਹੀਂ ਆਉਂਦੀ। ਤੀਸਰੀ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਅਸੀਂ ਕਈ ਵਾਰੀ ਮਿਸ ਕਰ ਜਾਂਦੇ ਹਾਂ, ਰੋਲ ਆਫ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ। ਜਿਹੜੀ ਚੀਜ਼ ਉਹਨਾਂ ਨੂੰ ਸਿੱਖਿਆ ਦਿੱਤੀ ਗਈ ਔਰ ਉਹਨਾਂ ਨੂੰ ਉਹ ਦ੍ਰਿੜ ਕਰਾਇਆ ਗਿਆ ਕਿ ਕਿੱਦਾਂ ਸਟੈਂਡ ਕਰਨਾ ਔਰ ਕਿਸ ਤਰੀਕੇ ਨਾਲ ਈਵਨ ਪ੍ਰੈਸ਼ਰ ਨੂੰ ਵਿਦ ਸਟੈਂਡ ਕਰਕੇ ਉਹਦੇ ਅਗੇਂਸਟ ਹੋਣਾ। ਕੁਝ ਇਹਦੇ ਵਿੱਚ ਜਿਹੜੇ ਹੋਰ ਪਾਤਰ ਆ ਗਏ ਆ ਸਾਰੀ ਸ਼ਹਾਦਤ ਵਿੱਚ, ਸਾਨੂੰ ਉਹਨਾਂ ਦੇ ਕਰੈਕਟਰਸ ਨੂੰ ਵੀ ਹਾਈਲਾਈਟ ਕਰਨਾ ਚਾਹੀਦਾ ਔਰ ਉਹਨਾਂ ਦੇ ਰੋਲ ਨੂੰ ਵੀ, ਭਾਵੇਂ ਪੋਜ਼ਿਟਿਵ ਹੈ ਤੇ ਨੈਗੇਟਿਵ ਹੈ, ਉਸ ਤੋਂ ਲਰਨਿੰਗ ਲੈਣੀ ਚਾਹੀਦੀ ਹੈ। ਮੇਬੀ ਸਾਡੇ ਕੋਲ ਗੰਗੂ ਦਾ ਰੋਲ ਹੋਵੇ, ਉਹ ਵੀ ਹਾਈਲਾਈਟ ਕਰਕੇ ਸਾਨੂੰ ਨੈਗੇਟਿਵ ਰੋਲ ਨੂੰ ਵੀ ਅਵੇਅਰ ਹੋਣਾ ਚਾਹੀਦਾ ਕਿ ਅਸੀਂ ਕਿਸੇ ਉਸ ਟ੍ਰੈਪ ਵਿੱਚ ਤਾਂ ਨਹੀਂ ਆ ਰਹੇ, ਜਾਂ ਅਸੀਂ ਐਜ਼ ਏ ਸੁਸਾਇਟੀ। ਮਾਤਾ ਗੁਜਰੀ ਜੀ ਦਾ, ਗੁਜਰ ਕੌਰ ਜੀ ਦਾ ਰੋਲ, ਕਿਸ ਤਰੀਕੇ ਨਾਲ ਉਹਨਾਂ ਨੇ ਬੱਚਿਆਂ ਨੂੰ ਟ੍ਰੇਨ ਕੀਤਾ, ਕਿਸ ਤਰੀਕੇ ਨਾਲ ਇਹ ਹੋਇਆ। ਉਸ ਤੋਂ ਬਾਅਦ ਦੀਵਾਨ ਟੋਡਰਮਲ ਜੀ ਦਾ, ਨੂਰ ਮੁਹੰਮਦ ਸ਼ੇਰ ਖਾਨ ਜੀ ਦਾ ਰੋਲ, ਈਵਨ ਵਜ਼ੀਰ ਖਾਨ ਦਾ, ਹਾਊ ਹੀ ਬਿਹੇਵਡ, ਕਾਜ਼ੀਜ਼ ਦਾ ਰੋਲ। ਕੀ ਸਾਡੇ ਵਿੱਚ ਜਸਟਿਸ ਸਿਸਟਮ ਦੇ ਵਿੱਚ ਉਹ ਚੀਜ਼ਾਂ ਨਹੀਂ ਹੈਗੀਆਂ ਆਉਂਦੀਆਂ, ਜਾਂ ਅਸੀਂ ਉਹ ਕਾਜ਼ੀ ਦਾ ਕੀ ਰੋਲ ਸੀ, ਕਿਸ ਤਰੀਕੇ ਨਾਲ ਉਹ ਕਰ ਰਿਹਾ ਸੀ। ਮੋਤੀ ਰਾਮ ਮਹਿਰਾ ਦਾ ਰੋਲ। ਸੋ ਇਹ ਸਾਰੇ ਰੋਲਸ ਵੀ ਹਾਈਲਾਈਟ ਕਰਕੇ, ਭਾਵੇਂ ਉਹ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ, ਵੀ ਸ਼ੁੱਡ ਬੀ ਏਬਲ ਟੂ ਬ੍ਰਿੰਗ ਇਟ ਟੂ ਆਵਰ ਸੋਸਾਇਟੀ, ਤੇ ਸਾਨੂੰ ਸਾਰਿਆਂ ਨੂੰ ਦੱਸਣਾ ਚਾਹੀਦਾ। ਹੁਣ ਅਗਲੀ ਕੁਐਸਚਨ ਆਉਂਦਾ ਕਿ ਦੱਸਣਾ ਕਿੱਦਾਂ। ਉਹ ਬਿਲਕੁਲ ਠੀਕ ਹੈ, ਡਾਕਟਰ ਕਾਲਾ ਸਿੰਘ ਹੋਰਾਂ ਨੇ ਜਿੱਦਾਂ ਕਿਹਾ ਪੈਂਫਲੇਟ ਦੇਣੇ। ਮੈਂ ਥੋੜਾ ਜਿਹਾ ਫੀਲ ਕਰਦਾ ਯੂਨੀਵਰਸਿਟੀਆਂ ਨਾਲੋਂ ਪਹਿਲੇ ਕਿਉਂ ਨਹੀਂ ਅਸੀਂ ਖਾਲਸਾ ਸਕੂਲਾਂ ਦੇ ਵਿੱਚ ਕੋਈ ਸੈਮੀਨਾਰ ਕਰਦੇ। ਜਿਸ ਲੈਵਲ ਤੇ ਉਹ ਬੱਚੇ ਹੈਗੇ ਆ, ਉਹਨਾਂ ਨੂੰ ਇਹ ਵੈਲਿਊ ਸਿਸਟਮ ਤੇ ਅੱਜ ਕੱਲ ਦੇ ਨਾਲ ਰਿਲੇਟ ਕਰਕੇ ਜੇ ਸਿਖਾਇਆ ਜਾਏ ਤਾਂ that will get a more impression, ਸਪੈਸ਼ਲੀ ਵੈਸਟਰਨ ਕੰਟਰੀਜ਼ ਵਿੱਚ। ਜਿਸ ਤਰੀਕੇ ਨਾਲ ਅਸੀਂ ਗੱਲ ਕਰਦੇ ਹਾਂ, ਜੇ ਅਸੀਂ ਇਕੁਐਲਿਟੀ, ਇਹੋ ਜਿਹੀਆਂ ਚੀਜ਼ਾਂ, ਵੈਲਿਊ ਸਿਸਟਮ ਬੇਸਡ ਅਸੀਂ ਟੀਚਿੰਗ ਕਰੀਏ ਤੇ ਉਹ ਰਿਲੇਟ ਵੀ ਕਰ ਪਾਉਣਗੇ ਬੱਚੇ ਬਾਣੀ ਨਾਲ, ਔਰ ਬਾਣੀ ਨਾਲ ਰਿਲੇਟ ਕਰਦੇ ਹੋਏ ਉਹਨਾਂ ਦੇ ਰੋਲਸ ਵੀ ਉਹਨੂੰ ਬਿਲਕੁਲ ਐਨ ਪੂਰੀ ਤਰੀਕੇ ਨਾਲ ਐਪਰੀਸ਼ੀਏਟ ਵੀ ਕਰ ਪਾਉਣਗੇ। ਇੱਕ ਹੁਣ ਜਿਹੜਾ ਇੱਕ ਹੋਰ ਨਵਾਂ, ਮੈਂ ਆਈ ਓਪਨ ਇਟ ਕਿ ਸ਼ਾਇਦ ਤੁਸੀਂ ਕੋਈ ਵੀ ਬੋਲੋ, ਜਿਹੜਾ ਹੁਣ ਬਾਲ ਦਿਵਸ ਮਨਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਇੱਕ ਇਹਨੂੰ ਬਾਲ ਦਿਵਸ ਦੇ ਦਿਓ। ਮੈਂ ਪਰਸਨਲ ਤੌਰ ਤੇ ਆਈ ਐਮ ਅਗੇਂਸਟ ਇਟ, ਕਿਉਂਕਿ ਇਹ ਬਾਲ ਦਿਵਸ, ਇਟ ਵਾਜ਼ ਨਾਟ
sort of a Bal Divas. It was a something ਜਿਹੜੀ ਕਿ ਸਾਰੀ ਹਿਊਮੈਨਿਟੀ ਨਾਲ ਰਿਲੇਟਡ ਹੈ। ਸੋ ਹਿਊਮੈਨਿਟੀ ਨਾਲ ਰਿਲੇਟਡ ਹੋਏ ਉਹ ਇੱਕ ਪੋਲੀਟੀਕਲ ਏਜੰਡੇ ਦੇ ਅੰਡਰ ਮੈਨੂੰ ਲੱਗਦਾ ਬਾਲ ਦਿਵਸ ਆ ਗਿਆ। ਵੀ ਸ਼ੁੱਡ ਓਵਰਆਲ ਆਈ ਫੀਲ ਕਿ ਇਹ ਬਾਲ ਦਿਵਸ ਨਹੀਂ ਹੋਣਾ ਚਾਹੀਦਾ, ਪਰ ਇਹਨੂੰ ਐਜ਼ ਏ ਬੱਚਿਆਂ ਦੀ ਸ਼ਹੀਦੀ ਦਿਵਸ ਜਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਿਦ ਕੀਪਿੰਗ ਦੀ ਮਾਰਕ ਕਿ ਵੈਲਿਊ ਸਿਸਟਮ ਕਿਹੜਾ ਸੀ ਔਰ ਉਹ ਜਿਹੜੀਆਂ ਹਾਈ ਸਟੈਂਡਰਡਸ ਆਫ ਵੈਲਿਊਜ਼ ਆ ਉਹਨਾਂ ਨੂੰ ਹਾਈਲਾਈਟ ਕਰਨਾ ਬਹੁਤ ਇੰਪੋਰਟੈਂਟ ਹੈ। ਸੋ ਮੈਂ ਬਰੀਫਲੀ, ਕਿਉਂਕਿ ਇੱਕ ਚੀਜ਼ ਦੇ ਉੱਤੇ ਅਸੀਂ ਸਾਰੇ ਜਣੇ ਹੈਗੇ ਆ, ਵੀ ਕੈਨ ਟਾਕ ਅਬਾਊਟ ਐਨੀਥਿੰਗ, ਬੜਾ ਲੰਮਾ ਕਰ ਸਕਦੇ ਹਾਂ। ਗੁਰਦੁਆਰਿਆਂ ਵਿੱਚ ਵੀ ਤਾਂ ਸ਼ਾਇਦ ਇਹ ਚੀਜ਼ਾਂ ਨਾ ਡਿਸਕਸ ਹੋਣ, ਪਰ ਸਕੂਲਾਂ ਵਿੱਚ ਜਿਹੜੇ ਖਾਲਸਾ ਸਕੂਲ ਔਰ ਸਪੈਸ਼ਲੀ ਹਰ ਥਾਂ ਤੇ ਜਿੱਥੇ ਵੀ ਕੋਈ ਪੰਜਾਬੀ ਜਾਂ ਕੋਈ ਡਾਇਸਪੋਰਾ ਵੀ ਹੈ, ਪੈਂਫਲੇਟ ਦੇਣੇ ਇੰਟਰਫੇਥ ਬਿਲਕੁਲ ਠੀਕ ਹੈ, ਮਲਟੀਕਲਚਰਲ ਇੰਟਰਫੇਥ ਮੀਟਿੰਗਸ ਵੀ ਸ਼ੁੱਡ ਹਾਈਲਾਈਟ ਦਿਸ ਔਰ ਹਾਈਲਾਈਟ ਸਾਨੂੰ ਵੈਲਿਊ ਸਿਸਟਮ ਨੂੰ ਕਰੀਏ ਤੇ that would be much preferred than only going on into deep ਗੁਰਬਾਣੀ ਜਾ ਕੇ ਉਹਦੀ ਪਤਾ ਨਹੀਂ। ਮੈਂ ਇਹ ਮੇਰੇ ਆਪਣੇ ਵਿਊਜ਼ ਹੈਗੇ ਆ। ਸੋ ਮੈਂ ਇਹਨਾਂ ਵਿਊਜ਼ ਨਾਲ ਆਪਣੇ ਆਪ ਨੂੰ ਸਮੇਟਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਬਾਅਦ ਗੁਲਬਰਗ ਸਿੰਘ ਬਾਸੀ ਜੀ। ਹਾਂਜੀ, ਸਰਦਾਰ ਡਾਕਟਰ ਜਗਜੀਤ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜੇ ਮੈਂ ਦੁਬਾਰਾ ਕਹਿਣਾ ਹੁੰਦਾ ਨਾ ਤਾਂ ਜੋ ਤੁਸੀਂ ਕਿਹਾ ਮੋਸਟਲੀ ਮੇਰਾ ਉਹ ਸੀ, ਪਰ ਲੈਟ ਮੀ ਗੋ ਬੈਕ ਟੂ ਵਟ I had thought on this subject. Subject ਕੀ ਹੈ? How to remember the martyrs of Chamkaur di Gadi and Sarhand in modern times. ਜਦੋਂ ਇਹ ਸਬਜੈਕਟ ਆ ਰਿਹਾ ਸੀ ਨਾ, ਉਦੋਂ ਮਾਡਰਨ ਟਾਈਮ ਦੇ ਨਾਲ ਨਾਲ ਅਸੀਂ ਇਹ ਦੇਖ ਰਹੇ ਸੀ ਵੀ ਇਹਨਾਂ ਦਿਨਾਂ ਦੇ ਵਿੱਚ ਦੁਨੀਆ ਦੇ ਵਿੱਚ ਇਨਵਾਇਰਮੈਂਟ ਕੀ ਹੁੰਦਾ, ਔਰ ਇਨਵਾਇਰਮੈਂਟ ਜਿਹੜਾ ਪਹਿਲਾਂ ਤਾਂ ਇਹ ਵੈਸਟਰਨ ਕੰਟਰੀ ਦੇ ਵਿੱਚ ਹੀ ਸੀ, ਲੇਕਿਨ ਅੱਜ ਇਹ ਵਰਲਡ ਵਾਈਡ ਹੈ ਕਿ ਇਨਵਾਇਰਮੈਂਟ ਲੋਕਾਂ ਦਾ ਕ੍ਰਿਸਮਸ ਔਰ ਨਿਊ ਈਅਰ ਵਾਲੇ ਪਾਸੇ ਨੂੰ ਸੋਚ ਵੀ ਹੁੰਦੀ ਹੈ। So given that that is the environment, we as Sikhs want to make sure ਕਿ ਅਸੀਂ ਆਪਣੀ ਹਿਸਟਰੀ ਨੂੰ ਯਾਦ ਰੱਖੀਏ even in this environment। ਗੱਲ ਇਨਵਾਇਰਮੈਂਟ ਦੀ ਹੈ। ਆਪਾਂ ਗੁਰਪੁਰਬ ਹੋਰ ਬੜੇ ਮਨਾਉਂਦੇ ਆ ਜਿੰਨੇ ਵੀ ਸਾਡੇ ਹੈਗੇ ਆ, ਲੇਕਿਨ ਡਿਪੈਂਡਿੰਗ ਔਨ ਕਿ ਉਹਨਾਂ ਦੇ ਵਿੱਚ ਇਨਵਾਇਰਮੈਂਟ ਕੀ ਹੈ, ਸਾਡੇ ਗੁਰਪੁਰਬ ਬੜੇ ਸੋਹਣੇ ਆਪਣੇ ਤਰੀਕੇ ਨਾਲ ਚੱਲਦੇ ਆ। ਕਿਉਂਕਿ ਦੁਨੀਆ ਦਾ ਇਨਵਾਇਰਮੈਂਟ ਇਹਨਾਂ ਦਿਨਾਂ ਦੇ ਵਿੱਚ ਕ੍ਰਿਸਮਸ ਔਰ ਨਿਊ ਈਅਰ ਵਾਲੇ ਪਾਸੇ ਨੂੰ ਤੁਰਿਆ ਹੁੰਦਾ। ਬਹੁਤਾ ਜ਼ਿਆਦਾ ਕ੍ਰਿਸਮਸ ਨੂੰ ਅੱਜ ਕੱਲ੍ਹ ਸਾਰੇ ਹੀ ਗਿਫਟਾਂ ਦੇਣ ਲੱਗੇ ਹੋਏ ਆ। ਸੋ ਅਸੀਂ ਕੀ ਕਰੀਏ, ਕਿਹੜੇ ਤਰੀਕੇ ਨਾਲ ਅਸੀਂ ਇਹ ਸ਼ਹੀਦਾਂ ਨੂੰ ਯਾਦ ਰੱਖੀਏ? ਇਹਨੇ ਅਸੀਂ ਆਪ ਤਾਂ ਯਾਦ ਰੱਖਣਾ ਹੀ ਆ, ਜਿੱਦਾਂ ਮੇਰੇ ਵੀਰਾਂ ਭੈਣਾਂ ਨੇ ਕਿਹਾ ਕਿ ਅਸੀਂ ਆਪਣੇ ਆਂਢੀਆਂ ਗੁਆਂਢੀਆਂ ਨੂੰ ਵੀ ਇਹਦੇ ਬਾਰੇ ਗਿਆਨ ਦਈਏ। ਲੇਕਿਨ ਲੈਟਸ ਲੁੱਕ ਐਟ ਇਟ ਕਿ ਆਪਾਂ ਕਿਉਂ ਯਾਦ ਰੱਖਣਾ ਚਾਹੁੰਦੇ ਹਾਂ। ਫੰਡਾਮੈਂਟਲੀ ਅਸੀਂ ਇਹ ਗੁਰਪੁਰਬ ਮਨਾਉਣੇ ਦਾ ਸਾਡਾ ਰੀਜ਼ਨ ਕੀ ਹੈ? ਜੇ ਕੋਈ ਵੀ ਕੰਮ ਕਰੀਏ ਤਾਂ ਕੋਈ ਰੀਜ਼ਨ ਹੁੰਦਾ। ਇਹ ਗੁਰਪੁਰਬ ਮਨਾਉਣੇ ਦਾ ਜਾਂ ਬਾਕੀ ਗੁਰਪੁਰਬ ਮਨਾਉਣੇ ਦਾ ਸਾਡਾ ਮੇਨ ਰੀਜ਼ਨ ਇਹ ਹੁੰਦਾ ਕਿ ਸਾਨੂੰ ਇੱਕ ਤਾਂ ਆਪਣੀ ਹਿਸਟਰੀ ਦਾ ਪਤਾ ਹੋਵੇ, ਇੱਕ ਆਪਣੀ ਹਿਸਟਰੀ ਦਾ ਪਤਾ ਹੋਵੇ, ਲੇਕਿਨ ਹਿਸਟਰੀ ਦਾ ਪਤਾ ਕਰਕੇ ਕੀ ਲੈਣਾ? ਉਹਦਾ ਭਾਵ ਹੈ ਕਿ ਸਾਨੂੰ ਜਿਹੜੇ ਹਿਸਟਰੀ ਦੇ ਵਿੱਚੋਂ ਲੈਸਨ ਮਿਲਦੇ ਆ, ਉਹਨਾਂ ਐਕਸਪੀਰੀਅੰਸਿਸ ਤੋਂ ਲੈਸਨ ਮਿਲਦੇ ਆ, ਸਾਨੂੰ ਉਹਨਾਂ ਦਾ ਪਤਾ ਹੋਵੇ ਤਾਂ ਕਿ ਫਰਦਰ ਜ਼ਿੰਦਗੀ ਲਈ ਅਸੀਂ ਆਪਣਾ ਜੀਵਨ ਉਹਨਾਂ ਲੈਸਨਸ ਨੂੰ ਦੇਖ ਕੇ ਸੱਚਿਆਰ ਵਾਲੇ ਪਾਸੇ ਨੂੰ ਲਈ ਜਾਈਏ ਤੇ ਉੱਧਰ ਨੂੰ ਤੁਰੀਏ। ਹੁਣ ਆਪਾਂ ਇਸ ਲੈਸਨਸ ਨੂੰ ਕਿੱਦਾਂ
ਆਪਣੇ ਘਰਾਂ 'ਚ ਯਾਦ ਰੱਖਣਾ, ਸਪੈਸ਼ਲੀ ਇਨ ਦਿਸ এনवायरमेंट, ਜਦੋਂ ਕਿ এনवायरमेंट ਕ੍ਰਿਸਮਸ ਦਾ ਤੇ ਨਿਊ ਈਅਰ ਦਾ। ਨਾਟ ਓਨਲੀ ਅਸੀਂ ਕਿੱਦਾਂ ਆਪਣੇ ਘਰਾਂ 'ਚ ਯਾਦ ਰੱਖਣਾ, ਕਿੱਦਾਂ ਅਸੀਂ ਆਂਢੀਆਂ ਗੁਆਂਢੀਆਂ ਨੂੰ ਵੀ ਯਾਦ ਦਿਵਾਉਣਾ। ਐਂਡ ਉਹਦੇ ਵਿੱਚ ਐਬਸੋਲੂਟਲੀ ਆਈ ਅਗਰੀ ਵਿਦ all the previous speakers ਕਿ it is not a matter of ਵੀ ਜਿਹਦਾ ਆਪਾਂ ਅਫਸੋਸ ਕਹਿ ਦਿੰਦੇ ਆ, it's not grief, it is something to be proud of. We are proud of our history. We are proud of all the shaheeds of ਚਮਕੌਰ ਸਾਹਿਬ। ਸਾਡਾ ਜ਼ੋਰ ਸਿਰਫ 2 ਸਾਹਿਬਜ਼ਾਦਿਆਂ ਤੇ ਲੱਗਿਆ ਹੋਇਆ, ਵੱਡਿਆਂ ਤੇ, ਚਮਕੌਰ ਸਾਹਿਬ ਦੇ ਵਿੱਚ। ਉੱਥੇ 40 ਹੋਰ ਸਿੰਘ ਸ਼ਹੀਦ ਹੋਏ ਆ। ਐਂਡ ਉਹਨਾਂ ਸ਼ਹੀਦਾਂ ਦੀਆਂ ਬਾਅਦ ਵਿੱਚ ਸ਼ਰੀਰਾਂ ਨੂੰ ਸਤਿਕਾਰ ਨਾਲ ਉਹਨਾਂ ਦਾ ਸੰਸਕਾਰ ਕਰਨ ਦੀ ਵੀ ਇੱਕ ਬੀਬੀ ਸ਼ਹੀਦ ਹੋਈ ਹੈ। We need to remember all that. And ਇਹ ਅਸੀਂ ਕਿੱਦਾਂ ਆਪਣਾ ਹਿਸਟਰੀ ਯਾਦ ਰੱਖ ਸਕਦੇ ਤੇ ਕਿੱਦਾਂ ਨੈਕਸਟ ਵਾਲੇ ਨੂੰ, ਆਪਾਂ ਨੂੰ ਤਾਂ ਯਾਦ ਹੈ ਲੇਕਿਨ ਸਾਡੀ ਨੈਕਸਟ ਜਨਰੇਸ਼ਨ ਤੇ ਸਾਡੇ ਆਂਢੀ ਗੁਆਂਢੀ, ਉੱਥੇ ਤੱਕ ਇਹ ਗੱਲ ਪਹੁੰਚਾਉਣੀ ਹੈ। ਤੇ ਜਿੱਥੇ ਤੱਕ ਮੈਂ ਜਾਣਦਾ, ਜਦੋਂ ਅਸੀਂ ਮੇਰੇ ਵੀਰ ਡਾਕਟਰ ਜਗਜੀਤ ਸਿੰਘ ਦੀ ਗੱਲ ਨੂੰ ਮੈਂ ਰਿਪੀਟ ਕਰ ਰਿਹਾ, ਮੇ ਵੀ ਡਿਫਰੈਂਟ ਵਰਡਸ ਦੇ ਵਿੱਚ, ਜਦੋਂ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਨਾ ਸਰਹੰਦ ਵਿੱਚ, ਤਾਂ ਉਹਨਾਂ ਨੂੰ ਸਿੱਖਿਆ ਦੇਣ ਵਾਲਾ ਕੌਣ ਸੀ? ਜੇ ਉਹਦੇ ਵੀ ਅੱਗੇ ਜਾਓ ਤੇ ਨਵੇਂ ਪਾਤਸ਼ਾਹ ਨੂੰ ਜਦੋਂ ਦਿੱਲੀ ਨੂੰ ਭੇਜਿਆ, ਉਹ ਘਰੋਂ ਕੌਣ ਸੀ? ਗੁਰੂ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖਿਆ ਦਿੱਤੀ ਆ, ਉਹ ਮਾਂ ਕੌਣ ਸੀ? ਛੋਟੇ ਸਾਹਿਬਜ਼ਾਦਿਆਂ ਨੂੰ ਆਖਰੀ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਸਿੱਖਿਆ ਦਿੱਤੀ ਹੈ, ਉਹ ਦਾਦੀ ਕੌਣ ਸੀ? ਸਾਨੂੰ ਇਹ ਸਾਰੀਆਂ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਹੀ, ਔਰ ਮੈਂ ਸਿਰਫ ਤੇ ਸਿਰਫ ਇੱਥੇ ਸਾਹਿਬਜ਼ਾਦੇ ਤੇ ਦਾਦੀ ਤੱਕ ਨਹੀਂ ਸੀਮਿਤ ਕਰਨਾ ਚਾਹੁੰਦਾ। I totally support the thought of ਡਾਕਟਰ ਜਗਜੀਤ ਸਿੰਘ ਜੀ ਕਿ ਉੱਥੇ ਵਜ਼ੀਰ ਖਾਨ ਵੀ ਸੀ, ਹੋਰ ਵੀ ਪਾਤਰ ਸੀ। We need to remember all that, what we can learn from that. And ਜਿਸ ਤਰੀਕੇ ਨਾਲ ਮੇਰੇ ਵੀਰ ਡਾਕਟਰ ਜਗਜੀਤ ਸਿੰਘ ਉਹਨਾਂ ਨੇ ਕਿਹਾ ਨਾ, ਉੱਥੋਂ ਇੰਨਾ ਕੁਛ ਅਸੀਂ ਸਿੱਖਦੇ ਹਾਂ। ਐਂਡ ਉਹ ਚੀਜ਼ਾਂ ਜਿਹੜੀਆਂ ਅਸੀਂ ਸਿੱਖਦੇ ਆ ਪ੍ਰਾਊਡਲੀ, we can be proud of our shaheed. We can be proud, we can be taking this proudly to our next generation. ਉਹ ਕਿੱਦਾਂ ਲਿਜਾਣੀਆਂ? ਮੇਰੇ ਤੋਂ ਪਹਿਲਾਂ ਵੀ ਮੇਰੇ ਵੀਰਾਂ ਨੇ ਬਹੁਤ ਸੋਹਣਾ ਕਿਹਾ। ਇੱਕ ਚੀਜ਼ ਮੈਂ ਹੋਰ ਐਡ ਕਰ ਦਿੰਦਾ। I agree with all that what has been said earlier, including Nagar Kirtan and everything. ਇੱਕ ਚੀਜ਼ ਜਿਹੜੀ ਵੈਸਟਰਨ ਮੀਡੀਆ ਦੇ ਵਿੱਚ ਮੈਂ ਦੇਖਦਾ, ਇਹ ਕ੍ਰਿਸਮਸ ਤੋਂ ਪਹਿਲਾਂ ਹਰ ਸਾਲ ਜੇ ਤੁਸੀਂ ਧਿਆਨ ਹੋਵੇ ਤਾਂ ਉਹ 10 ਕਮੈਂਡਮੈਂਟਸ ਦੀ ਮੂਵੀ ਜ਼ਰੂਰ ਦਿਖਾਉਂਦੇ ਆ, ਕ੍ਰਿਸਮਸ ਦੀ ਮੂਵੀ ਜ਼ਰੂਰ ਦਿਖਾਉਂਦੇ ਆ। ਬਈ ਸਾਡੇ ਕੋਲ ਵੀ ਤਾਂ 4 ਸਾਹਿਬਜ਼ਾਦਿਆਂ ਦੀ ਮੂਵੀ ਹੈਗੀ ਆ। ਘਰਾਂ ਦੇ ਵਿੱਚ ਜੇ ਅਸੀਂ ਕਰਨਾ এনवायरमेंट ਤਾਂ ਉਹ ਔਰ ਉਸ ਕਿਸਮ ਦੀ ਮੂਵੀ ਅਸੀਂ ਆਪਣੀ ਫੈਮਿਲੀ ਨੂੰ ਵੀ ਦਿਖਾਈਏ, ਨੈਕਸਟ ਜਨਰੇਸ਼ਨ ਨੂੰ ਵੀ ਪਤਾ ਲੱਗੇ। ਹੋ ਸਕਦਾ ਇਹਨਾਂ ਦਿਨਾਂ ਵਿੱਚ ਅਸੀਂ ਆਂਢੀਆਂ ਗੁਆਂਢੀਆਂ ਨੂੰ ਬੁਲਾ ਕੇ ਵੀ ਉਹ ਮੂਵੀ ਦਿਖਾਈਏ। ਜਿੱਦਾਂ ਅਸੀਂ ਫੁੱਟਬਾਲ ਹੋਵੇ ਤਾਂ ਘਰ ਦੇ ਵਿੱਚ 4 ਬੰਦੇ ਇਕੱਠੇ ਕਰ ਲਈਦੇ ਆ ਨਾ, ਇਟ ਮੇ ਬੀ ਸੇਮ ਕਾਈਂਡ ਆਫ ਥਿੰਗ। ਅਸੀਂ 4 ਬੰਦੇ ਘਰ 'ਚ ਇਕੱਠੇ ਕਰਕੇ ਮੂਵੀ ਦਿਖਾਈਏ। ਉਹਦੇ ਨਾਲ ਬੰਦੇ ਨੂੰ ਇੱਕ ਵਾਰ ਉਹਨੇ ਮੂਵੀ ਦੇਖੀ ਹੋਈ ਤਾਂ ਇਵੈਂਟ ਭੁੱਲਣੇ ਬਹੁਤ ਔਖੇ ਆ। To me, in addition to what has already been said, I am adding a movie video. We should make an event to view it.
ਇਦਾਂ ਨਹੀਂ ਵੀ ਅਸੀਂ ਛੱਡ ਦਿੱਤੀ ਬਾਹਰ ਤੇ ਅਗਲੇ ਨੂੰ ਦੱਸਤਾ ਜਾਂ ਕਹਿਤਾ ਜੀ ਫਲਾਣੇ ਦਿਨ ਮੂਵੀ ਹੈ ਤੇ ਉਹ ਲੋਕੀ ਦੇਖ ਲੈਣਗੇ। ਨਾ, ਅਸੀਂ ਆਪਣਾ ਇਵੈਂਟ ਆਰਗੇਨਾਈਜ਼ ਕਰੀਏ, ਬੇਸ਼ੱਕ ਘਰਾਂ ਦੇ ਵਿੱਚ ਕਰੀਏ, ਬੇਸ਼ੱਕ ਗੁਰਦੁਆਰਿਆਂ 'ਚ ਕਰੀਏ, ਬੇਸ਼ੱਕ ਕੋਈ ਹੋਰ ਥਾਂ, ਕਾਮਨ ਕਮਿਊਨਿਟੀ ਸੈਂਟਰ, ਡਜ਼ਨਟ ਮੈਟਰ। ਵਟ ਮੈਟਰਸ ਇਜ਼ ਕਿ ਅਸੀਂ ਕਰਦੇ ਕੀ ਹਾਂ। ਸੋ ਇਸ ਕਿਸਮ ਦੇ, ਇਨ ਮਾਈ ਓਪੀਨੀਅਨ, ਇਸ ਕਿਸਮ ਦੇ ਇਵੈਂਟ ਈਵਨ ਐਟ ਸਮਾਲਰ ਲੈਵਲਸ, ਲੋਕੀ ਕ੍ਰਿਸਮਸ ਘਰਾਂ 'ਚ ਵੀ ਮਨਾਉਂਦੇ ਆ ਤੇ ਚਰਚ ਦੇ ਵਿੱਚ ਵੀ ਮਨਾਉਂਦੇ ਆ। ਈਵਨ ਐਟ ਸਮਾਲ ਲੈਵਲਸ ਜੇ ਅਸੀਂ ਇੱਦਾਂ ਦਾ ਕੰਮ ਕਰੀਏ, that would go a long way in remembering the lessons. I'm talking about the lessons taught to us by the Shahidi at Chamkaur Sahab and at Sarhand. आप जी का बहुत बहुत धन्यवाद। Thank you ji. Thank you Gulbagh Singh ji. Thanks. Now we open up for question answer and comments. ਸਾਡੇ ਕੋਲੋਂ ਇੱਕ hand raise ਹੈ ਜਸਮੀਤ ਸਿੰਘ ਜੀ ਦਾ। Please ਜਸਮੀਤ ਸਿੰਘ ਜੀ ਤੁਸੀਂ ਪਹਿਲੇ। ਹਾਂਜੀ ਸਰ ਮੇਰਾ ਬਸ ਹੁਣ ਇੱਕ ਸਵਾਲ ਹੈ। ਹੁਣੇ ਇਹਨਾਂ ਨੇ ਗੱਲ ਕੀਤੀ, ਹੁਣ ਇਹਨਾਂ ਨੇ ਕਿਹਾ ਵੀ ਜਿਵੇਂ ਹੁਣ ਜਿਵੇਂ ਮੂਵੀਜ਼ ਹੋਣੀ ਚਾਹੀਦੀਆਂ, ਜਿਵੇਂ 4 ਸਾਹਿਬਜ਼ਾਦੇ ਆ, ਪਰ ਹੁਣੇ ਹੀ SGPC ਨੇ ਬੈਨ ਕੀਤੀਆਂ ਮੂਵੀ। ਹੁਣੇ 2 ਦਿਨ ਪਹਿਲਾਂ ਹੀ ਇਹਨਾਂ ਨੇ ਇੱਕ ਆਰਡਰ ਪਾਸ ਕੀਤਾ, ਜਿਵੇਂ ਦਾਸਤਾਂ ਇਸ ਸਰਹੰਦ ਰਿਲੀਜ਼ ਹੋਣੀ ਸੀਗੀ, ਉਹਨੂੰ ਲੈ ਕੇ ਵਿਵਾਦ ਛਿੜਿਆ। ਪਹਿਲਾਂ ਵੀ ਬਹੁਤ ਕੋਈ ਇਹੋ ਜਿਹੀ ਮੂਵੀਜ਼ ਨੂੰ ਲੈ ਕੇ ਨਾ ਵਿਵਾਦ ਛਿੜਦਾ ਹੈ ਨਾ, ਕਿਤੇ ਫਿਰ ਇਸ ਨੂੰ ਆਪਾਂ ਮਤਲਬ ਕਿਵੇਂ ਦੇਖਦੇ ਹਾਂ? ਕੀ ਤੁਹਾਡਾ ਕੀ ਵਿਊ ਹੈ ਇਸ ਤੇ? ਐਜ਼ ਅ ਵਿਊ ਕੀ ਵਿਊ ਹੈ ਤੁਹਾਡਾ ਇਸ ਤੇ, ਕਿ ਬੈਨ ਹੋਣੀ ਚਾਹੀਦੀ ਹੈ? ਹੁਣ ਇਹਨਾਂ ਸਰ ਨੇ ਕਿਹਾ ਕਿ ਨਹੀਂ, ਸ਼ੋਅ ਕਰਨਾ ਚਾਹੀਦਾ, ਬੱਚਿਆਂ ਨੂੰ ਦਿਖਾਣੀ ਚਾਹੀਦੀ ਹੈ, ਸਭ ਨੂੰ ਦਿਖਾਣਾ ਚਾਹੀਦਾ, ਬਟ ਇਹ ਅਦਰ ਕੇਸ SGPC ਕਹਿੰਦਾ ਨਹੀਂ ਦਿਖਾਣਾ ਚਾਹੀਦਾ। ਕਿਉਂਕਿ ਦੇਖੋ this is not a public domain ਤੇ ਇੱਕ ਅਸੀਂ ਸਾਰਿਆਂ ਅਜੇ ਤੱਕ ਜੋ ਵੀ ਮੈਨੂੰ ਪਤਾ ਹੈ ਕਿ ਅਸੀਂ ਸਾਰਿਆਂ ਨੇ SGPC ਨੂੰ ਇਹ ਰਾਈਟ ਦਿੱਤਾ ਹੋਇਆ ਕਿ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਉਹਨਾਂ ਕੋਲੋਂ ਜ਼ਰੂਰ ਪਾਸ ਹੋਣੀ ਚਾਹੀਦੀ ਹੈ। ਇਹ ਸੈਂਸਰ ਬੋਰਡ ਆਫ ਇੰਡੀਆ ਦੀ ਵੀ ਹੈ ਕੰਡੀਸ਼ਨ। ਸੋ ਅਜੇ ਅਸੀਂ ਇਸ ਚੀਜ਼ ਨੂੰ ਕੁਐਸਚਨ ਨਹੀਂ ਕਰ ਸਕਦੇ ਕਿਉਂਕਿ ਕਿਸ ਤਰੀਕੇ ਨਾਲ ਹੋਈ ਸਾਨੂੰ ਨਹੀਂ ਪਤਾ, ਔਰ ਅਸੀਂ ਉਸਦੇ ਉੱਤੇ ਓਪੀਨੀਅਨ ਆਪਣਾ ਸ਼ਾਇਦ ਅਸੀਂ ਦੇ ਵੀ ਨਹੀਂ ਸਕਦੇ। ਵੈਲ ਆਈ ਵਿਲ ਪੁੱਟ ਇਟ ਫॉर ਦੀ ਫੋਰਮ ਜੇ ਕੋਈ ਕਹਿਣਾ ਚਾਹੇ, ਬਟ ਆਈ ਥਿੰਕ ਅਸੀਂ ਉਸ ਡਿਸਕਸ਼ਨ ਵਿੱਚ ਅਜੇ ਨਹੀਂ ਪਵਾਂਗੇ ਕਿ ਉਸ ਫਿਲਮ ਲਈ ਜਾਂ ਕਿਸੇ ਲਈ, ਕਿਉਂਕਿ ਕਈ ਚੀਜ਼ਾਂ ਅਸੀਂ ਸਾਨੂੰ ਤਾਂ ਵੈਸੇ ਤਾਂ ਮੇਰੀ ਪਰਸਨਲ ਵਿਊ ਇਹ ਹੈ ਕਿ ਸਾਡੇ ਜਦੋਂ ਪਿਕਚਰਸ ਹੀ ਗੁਰੂਆਂ ਦੀਆਂ ਨਹੀਂ ਹੋਣੀਆਂ ਚਾਹੀਦੀਆਂ, ਉਹ ਵੀ 2 ਡਾਇਮੈਂਸ਼ਨਲ ਆਈਡਲਿਜ਼ਮ ਹੈਗਾ। ਜਦੋਂ ਗੁਰਬਾਣੀ ਆਈਡਲਿਜ਼ਮ ਨੂੰ ਰਿਜੈਕਟ ਕਰਦੀ ਹੈ, ਉਹ ਇੱਕ ਆਈਡੀਆ ਡਿਫਰੈਂਟ ਹੋ ਸਕਦਾ ਮੂਵੀ ਨੂੰ ਕਿਸ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ, ਬਟ 2 ਡਾਇਮੈਂਸ਼ਨਲ ਆਈਡਲਿਜ਼ਮ ਆਲਸੋ ਸ਼ੁੱਡ ਬੀ ਨਾਟ ਦੇਅਰ। ਜੇ ਹੋਰ ਉਹਦੇ ਆਈਡੀਆਜ਼ ਦੇ ਉੱਤੇ ਫਲੋਟ ਕੀਤਾ ਜਾ ਸਕਦਾ, ਪਰ ਪਲੀਜ਼ ਮੂਵੀਜ਼ ਨੇ ਅੱਗੇ ਸਾਨੂੰ ਬਹੁਤ ਕਈ ਚੀਜ਼ਾਂ ਖਰਾਬ ਵੀ ਕੀਤੀਆਂ ਸਾਡੇ ਲਈ। ਸਾਨੂੰ ਮਿਰੇਕਲਸ ਦੀਆਂ ਮੂਵੀਜ਼ ਜਾਂ ਇਹੋ ਜਿਹੀਆਂ ਮੂਵੀਜ਼ ਬਹੁਤ ਦਿਖਾਈਆਂ ਗਈਆਂ ਔਰ ਜਿਹੜੀਆਂ ਕਿ ਗੁਰਬਾਣੀ ਦੇ ਅਗੇਂਸਟ ਹੈ। ਇਹ ਹੋ ਸਕਦਾ ਮੇਰਾ ਵਿਊ ਹੋਵੇ, ਮੈਂ ਨਹੀਂ ਕਹਿੰਦਾ ਕਿ ਸਾਰੇ ਫੋਰਮ ਦਾ ਵਿਊ ਹੈ, ਬਟ ਦਿਸ ਇਜ਼ ਮਾਈ ਵਿਊ ਪੁਆਇੰਟ। ਔਰ ਉਸ ਚੀਜ਼ ਨੂੰ ਹਾਈਲਾਈਟ ਕਰਦੇ ਹੋਏ ਅਸੀਂ ਗਲਤ ਪਾਸੇ ਵੀ ਚਲੇ ਜਾਂਦੇ ਹਾਂ ਕਈ ਵਾਰੀ। ਖੈਰ ਗੁਰਬਖਸ਼ ਸਿੰਘ ਬਾਸੀ ਜੀ ਤੁਸੀਂ ਹੈਂਡ ਰੇਜ਼ ਕੀਤਾ ਜੀ। ਹਾਂਜੀ ਵੀਰ ਜੀ, ਬਹੁਤ ਬਹੁਤ ਧੰਨਵਾਦ। ਤੇ ਮੈਂ ਕਲੈਰੀਫਿਕੇਸ਼ਨ ਲਈ ਇਹ ਕਹਿਣਾ ਕਿ ਮੇਰਾ ਭਾਵ ਇਹ ਨਹੀਂ ਸੀ ਕਿ ਜ਼ਰੂਰ ਹੀ ਉਹ ਇੱਕ ਮੂਵੀ ਦਿਖਾਈ ਜਾਵੇ। ਮੇਰਾ ਭਾਵ ਇਹ ਹੈ ਕਿ ਅਸੀਂ ਘਰਾਂ ਵਿੱਚ ਇਵੈਂਟ ਕਰੀਏ, ਇਨਕਲੂਡਿੰਗ showing some movies or videos of some other way to share the views, to have a time together to talk about the Shahidi and the lessons we get from those things. Yes, a particular movie may or may not be displayed. However, there would be some way, some things we can do, and maybe SGPC should come up with a better way to show it. And why not? Apa idealism de wale paase, I totally agree with Dr. Jagjeet Singh ji, fully support his views. लेकिन ਅਸੀਂ ਕਿਸੇ ਤਰੀਕੇ ਨਾਲ ਆਪਣੀ ਹਿਸਟਰੀ ਨੂੰ ਜੇ
ਦੱਸ ਸਕਦੇ ਹਾਂ ਜਿਹਦੇ ਵਿੱਚ ਕਰਾਮਾਤਾਂ ਨਹੀਂ, ਤੇ ਲੈਟਸ ਡੂ ਦੈਟ। It would be important that we in some fashion hold sessions where we can talk about these things and pass on the values to our next generation and our friends and family friends. बहुत धन्यवाद। ਥੈਂਕ ਯੂ ਜੀ, ਥੈਂਕ ਯੂ। ਸਰਦਾਰ ਸਾਧੂ ਸਿੰਘ ਜੀ ਪਲੀਜ਼। ਹਾਂਜੀ, ਮੈਂ ਸੋਚ ਰਿਹਾ ਸੀਗਾ ਕਿ ਜਦੋਂ ਮੈਂ ਸਕੂਲ 'ਚ ਗਿਆ ਸੀ ਗ੍ਰੇਡ 5 ਦੇ ਵਿੱਚ, ਤੇ ਸਾਨੂੰ ਉੱਥੇ ਕਿਤਾਬ ਹੁੰਦੀ ਸੀਗੀ, ਇੱਕ ਧਾਰਮਿਕ ਪੁਸਤਕ ਕਹਿੰਦੇ ਸੀ ਉਹਨੂੰ, ਤੇ ਉਹਦੇ ਵਿੱਚ ਆ ਸਾਰਾ ਕੁਝ ਜੋ ਆਪਾਂ ਡਿਸਕਸ ਕਰਦੇ ਹਾਂ ਨਾ, ਵਿੱਚ ਸਾਰਾ ਕੁਝ ਉਹਦੇ 'ਚ ਸੀਗਾ। ਤੇ ਆਪਾਂ ਵੀ ਛੋਟਾ ਜਿਹਾ ਇੱਕ 2-4 ਪੇਜਾਂ ਦਾ ਕੋਈ ਇਹੋ ਜਿਹਾ ਬਣਾ ਲਈਏ, ਇੱਥੇ ਇੰਗਲਿਸ਼ ਦਾ ਵੀ ਤੇ ਪੰਜਾਬੀ ਦਾ ਵੀ, ਤੇ ਵੰਡੀਏ ਉਹ। ਤੇ ਸਾਡੇ ਇੱਥੇ ਜਿਵੇਂ ਸਾਡੇ ਗੁਰਦੁਆਰੇ ਦੇ ਵਿੱਚ ਅੱਜ ਪ੍ਰੋਗਰਾਮ ਬਹੁਤ ਚੱਲ ਰਹੇ ਨੇ, ਤੇ ਮੇਰੇ ਖਿਆਲ 'ਚ ਹਰ ਇੱਕ ਗੁਰਦੁਆਰੇ ਵਿੱਚ ਹੀ ਇਹ ਪ੍ਰੋਗਰਾਮ ਚੱਲ ਰਹੇ ਨੇ ਸ਼ਹੀਦੀ ਦਿਵਸਾਂ ਦੇ ਉੱਤੇ। ਤੇ 5 ਜਨਵਰੀ 5 ਨੂੰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਹੈ, ਜੋ ਕਿ ਬਹੁਤ ਸਾਰੇ ਗੁਰਦੁਆਰੇ ਮਨਾਉਂਦੇ ਨੇ। ਠੀਕ ਹੈ, ਥੈਂਕ ਯੂ ਜੀ। ਰਮਨੀਤ ਕੌਰ ਜੀ ਤੁਸੀਂ ਪਲੀਜ਼। ਹਾਂਜੀ, ਮੇਰੇ ਸਾਰੀ ਡਿਸਕਸ਼ਨ ਸੁਣ ਕੇ ਇੱਕ ਪੁਆਇੰਟ ਮੇਰੇ ਮਾਈਂਡ 'ਚ ਆਇਆ, ਬਟ ਆਈ ਐਮ ਨॉट श्योर ਕਿ ਮੈਂ ਜੋ ਕਹਿਣ ਜਾ ਰਹੀ ਹਾਂ ਸਹੀ ਹੈ ਕਿ ਨਹੀਂ, ਜਾਂ ਨੋ ਪ੍ਰੋਬਲਮ। ਹਾਂਜੀ, ਸੋ ਬੇਸਿਕਲੀ ਮੈਨੂੰ ਮਾਈਂਡ 'ਚ ਇਹ ਗੱਲ ਆ ਰਹੀ ਸੀਗੀ ਕਿ ਜਿਵੇਂ ਸਾਡੇ ਸਾਹਿਬਜ਼ਾਦੇ ਸੀਗੇ, ਉਹ ਇੰਨਾ ਵੱਡੀਆਂ ਵੱਡੀਆਂ ਚੀਜ਼ਾਂ ਕਰ ਪਾਏ। ਆਈ ਥਿੰਕ ਉਹ ਇਹ ਸਭ ਇਸ ਲਈ ਕਰ ਪਾਏ ਕਿਉਂਕਿ ਉਹਨਾਂ ਦਾ ਜਿਹੜਾ ਮਾਈਂਡ ਸੀ ਉਹ ਬਹੁਤ ਸਟਰੋਂਗ ਸੀਗਾ। ਸੋ ਐਂਡ ਆਈ ਥਿੰਕ ਜਿਹੜਾ ਮਾਈਂਡ ਹੁੰਦਾ ਹੈ, ਉਹਦੀ ਜਿਹੜੀ ਸਟਰੈਂਥ ਹੁੰਦੀ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ। ਤੇ ਅਸੀਂ ਜੇ ਆਪਣੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਇੰਨਾ ਕੁਝ ਸਿੱਖ ਰਹੇ ਹਾਂ ਜਾਂ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ, ਮੈਨੂੰ ਲੱਗਦਾ ਹੈ ਕਿ ਸਾਡੇ ਗੁਰਦੁਆਰਿਆਂ ਵਿੱਚ ਜਾਂ ਕਿਸੇ ਹੋਰ ਪਲੇਟਫਾਰਮ ਤੇ ਕੁਝ ਇਸ ਤਰ੍ਹਾਂ ਦੀਆਂ ਟ੍ਰੇਨਿੰਗਸ ਵੀ ਹੋਣੀਆਂ ਚਾਹੀਦੀਆਂ ਨੇ, ਜਿਹਦੇ ਨਾਲ ਅਸੀਂ ਕਾਮਨ ਲੋਕ ਆਪਣੇ ਮਾਈਂਡ ਨੂੰ ਸਟਰੋਂਗ ਕਰ ਸਕੀਏ। ਕਿਉਂਕਿ ਲਾਈਫ ਦੇ ਵਿੱਚ ਕਈ ਵਾਰੀ ਬੜੀ ਟੈਂਪਟਿੰਗ ਸਿਚੁਏਸ਼ਨਸ ਵੀ ਆਉਂਦੀਆਂ ਨੇ, ਜਾਂ ਕਈ ਵਾਰੀ ਐਡਵਰਸ ਸਿਚੁਏਸ਼ਨਸ ਵੀ ਆਉਂਦੀਆਂ ਨੇ, ਕਿ ਇਸ ਤਰ੍ਹਾਂ ਦੀ ਕੁਝ ਟ੍ਰੇਨਿੰਗ ਹੋਵੇ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਸਾਰੇ ਸਿੱਖਾਂ ਨੂੰ ਦਿੱਤੀ ਜਾਂ ਆਪਣੇ ਬੱਚਿਆਂ ਨੂੰ ਦਿੱਤੀ, ਕਿ ਉਹਨਾਂ ਦਾ ਮਾਈਂਡ ਇੰਨਾ ਸਟਰੋਂਗ ਸੀਗਾ। ਐਂਡ ਈਵਨ ਜਿਹੜੇ ਕਹਿੰਦੇ ਆ ਸਿੱਖ ਫੌਜੀ ਹੁੰਦੇ ਨੇ, ਉਹ ਇੰਨੇ ਬਰੇਵ ਕਿਉਂ ਹੁੰਦੇ ਨੇ? ਕਿਉਂਕਿ ਉਹਨਾਂ ਕੋਲ ਬਾਣੀ ਹੈਗੀ ਹੈ। ਸੋ ਬਾਣੀ ਜਿਹੜੀ ਹੈਗੀ ਹੈ ਉਹ ਬਹੁਤ ਮਾਈਂਡ ਨੂੰ ਸਟਰੋਂਗ ਕਰਦੀ ਹੈ। ਸੋ ਆਈ ਵਾਸ ਜਸਟ ਥਿੰਕਿੰਗ ਕਿ ਕੁਝ ਅਸੀਂ ਜੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਸਕੀਏ। ਐਂਡ ਆਈ ਟੋਟਲੀ ਅੰਡਰਸਟੈਂਡ ਕਿ ਸਭ ਤੋਂ ਇੰਪੋਰਟੈਂਟ ਤਾਂ ਗੁਰਬਾਣੀ ਦਾ ਮੈਸੇਜ ਹੀ ਹੈਗਾ, ਜਿਹੜਾ ਜਦੋਂ ਤੁਹਾਡੇ ਅੰਦਰ ਜਾਂਦਾ ਹੈ ਤਾਂ ਤੁਹਾਡਾ ਸਭ ਕੁਝ, ਤੁਸੀਂ ਸਟਰੋਂਗ ਵੀ ਬਣ ਜਾਂਦੇ ਹੋ, ਤੁਹਾਡੇ ਡਿਸੀਜਨਸ ਵੀ ਸਹੀ ਹੁੰਦੇ ਨੇ, ਤੁਹਾਡਾ ਲਾਈਫ ਵੱਲ ਦੀ ਅਪਰੋਚ ਵੀ ਸਹੀ ਹੁੰਦੀ ਹੈ, ਤੁਸੀਂ ਹਰ ਚੀਜ਼ ਲਾਈਫ ਸਹੀ ਕਰਦੇ ਹੋ। ਸੋ ਆਈ ਥਿੰਕ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਜੇ ਕੀਤੀਆਂ ਜਾਣ ਜਿਹਦੇ ਨਾਲ ਮਾਈਂਡ ਦੀ ਸਟਰੈਂਥ ਨੂੰ ਵਧਾਇਆ ਜਾਵੇ, ਇਸ ਤਰ੍ਹਾਂ ਦੀ ਕੁਝ ਸਾਈਕੋਲੋਜੀਕਲ ਟ੍ਰੇਨਿੰਗਸ ਹੋਣ ਸਾਡੇ ਗੁਰਦੁਆਰਿਆਂ ਵਿੱਚ, ਇਸ ਤਰ੍ਹਾਂ ਦੀ ਹੈਲਪ ਦਿੱਤੀ ਜਾਵੇ ਲੋਕਾਂ ਨੂੰ। ਸੋ ਆਈ ਥਿੰਕ ਉਹ ਵੀ ਇੱਕ ਸਾਡੀ ਹਿਸਟਰੀ ਵੱਲੋਂ ਜੋ ਅਸੀਂ ਲਰਨ ਕਰ ਰਹੇ ਹਾਂ ਜਾਂ ਦੂਜਿਆਂ ਨੂੰ ਦੱਸਣਾ ਚਾਹੁੰਦੇ ਹਾਂ, it will be, I think, basically an application part. So ਮੇਰੇ mind 'ਚ ਸੁਣਦੇ ਗੱਲ ਆਈ। So I just wanted to share. ਥੈਂਕ ਯੂ ਜੀ। ਨਹੀਂ, ਤੁਸੀਂ ਠੀਕ ਕਿਹਾ, ਮੈਂ ਤੁਹਾਡੇ ਨਾਲ ਐਗਰੀ ਕਰਦਾ। ਸਾਡੇ ਕੋਲ ਵਿੰਦਰੀ ਭੈਣ ਜੀ ਬੈਠੇ ਆ, ਉਹਨਾਂ ਨੇ ਇਸ ਦੇ ਉੱਤੇ ਕਾਫੀ ਕੰਮ ਕੀਤਾ। ਬਟ ਇਹਦੇ ਨਾਲ ਰਿਲੇਟਡ ਆਈ ਪੋਜ਼ ਇਹ ਸਿੰਪਲ ਜੋ ਮੈਂ ਸਿੱਖਿਆ ਕਿ why did the Britishers take over only ਗੁਰਦੁਆਰਾਸ and not ਮੰਦਿਰਸ and mosques? ਜੇ ਇਹ ਅਸੀਂ ਇਸ ਕੁਐਸਚਨ ਦਾ ਆਨਸਰ ਲੱਭੀਏ ਤਾਂ ਬ੍ਰਿਟਿਸ਼ ਆਰਕਾਈਵਜ਼ ਵਿੱਚ ਇਹੀ ਚੀਜ਼ ਜਿਹੜੀ ਤੁਸੀਂ ਕਹੀ ਹੈ ਉਹੀ ਚੀਜ਼ ਨਿਕਲ ਕੇ ਆਉਂਦੀ ਹੈ ਕਿ ਦੀ ਸਿਕਸ ਗੈਟਸ ਦੀ ਕਰੇਜ ਫਰੋਮ ਗੁਰਬਾਣੀ ਐਂਡ ਗਿਆਨ। ਤੇ ਜੇ ਉਹ ਗਿਆਨ ਤੋਂ ਤੋੜਨ ਦਾ ਹੀ ਸਾਰਾ ਕੰਮ ਹੋ ਰਿਹਾ, ਜਿੰਨੇ ਵੀ ਇਹ ਲੰਗਰ ਜਾਂ ਹੋਰ ਚੀਜ਼ਾਂ ਕਰਦੇ ਆ, ਜੇ ਗਿਆਨ ਤੋਂ ਤੋੜਨਗੇ ਤਾਂ ਉਹ ਕਰੇਜ ਆਪਣੇ ਆਪ ਡਿਮਿਨਿਸ਼ ਹੁੰਦੀ ਜਾਏਗੀ। ਉਹੀ ਕੰਮ ਹੋ ਰਿਹਾ ਜੇ ਅਸੀਂ ਉਹਨੂੰ ਬ੍ਰੌਡਰ ਐਸਪੈਕਟ ਤੇ ਦੇਖੀਏ। ਖੈਰ ਦਿਸ ਇਜ਼ ਨਾਟ ਦੀ ਟੌਪਿਕ ਫॉर ਟੂਡੇ, ਬਟ ਆਈ ਫੁੱਲੀ ਐਗਰੀ ਵਿਦ ਯੂ ਕਿ ਮਾਈਂਡ ਟ੍ਰੇਨਿੰਗ ਜਿਹੜੀ ਹੈ ਉਹ ਗਿਆਨ ਨਾਲ ਹੋਣੀ ਹੈ, ਔਰ ਗਿਆਨ ਗੁਰਬਾਣੀ ਤੋਂ ਮਿਲਣਾ, ਔਰ ਇਹਦੇ ਵਿੱਚੋਂ ਜਿਹੜਾ ਹੈ ਉਹੀ ਕਰੇਜ ਦਿੰਦਾ। ਮੈਂ ਪੁਆਇੰਟਸ ਇਸੇ ਕਰਕੇ ਕਿਹਾ ਸੀ ਕਿ ਏਜ ਕਰੇਜ ਨਾਲ ਰਿਲੇਟਡ ਨਹੀਂ ਹੈ, ਤੇ ਕਰੇਜ ਜਿਹੜੀ ਆ ਰਹੀ ਹੈ ਉਹ ਕਿੱਥੋਂ ਆ ਰਹੀ ਹੈ, ਇਹ ਇੱਕ ਬੜਾ ਇੰਪੋਰਟੈਂਟ ਹੈ। ਔਰ ਸਾਡੇ ਵਿੱਚ ਕਰੇਜ ਉਹ ਕਿਉਂ ਨਹੀਂ ਆ ਰਹੀ? ਕਿਉਂਕਿ ਅਸੀਂ ਗੁਰਬਾਣੀ ਨਾਲੋਂ ਸ਼ਾਇਦ ਟੁੱਟੇ ਹੋਏ ਹਾਂ, ਜਾਂ ਅਸੀਂ ਉਸ ਲੈਵਲ ਤੇ ਨਹੀਂ ਪਹੁੰਚ ਰਹੇ। ਡਾਕਟਰ ਕਾਬਲ ਸਿੰਘ ਜੀ, ਤੁਸੀਂ ਹੈਂਡ ਰੇਜ਼ ਕੀਤਾ ਦੁਬਾਰਾ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਮੇਰੇ ਥੋੜਾ ਸੁਣ ਕੇ ਤੇ ਇੱਕ ਚੀਜ਼ ਆਈ ਹੈ ਕਿ ਪਰਚੇ ਠੀਕ ਹੈ ਜੀ, ਸਭ ਕੁਝ ਵਧੀਆ ਹੈ, ਤੇ ਇੱਕ ਮੇਰੇ ਦਿਮਾਗ 'ਚ ਆਈ ਕਿ ਜਿਵੇਂ ਕੈਨੇਡਾ ਦੇ ਵਿੱਚ ਜਿਹੜੇ ਇਹਨਾਂ ਦੇ ਸੈਕੰਡ ਸ਼ਹੀਦ ਹੋਏ ਨੇ ਸਿੱਖ ਆਰਮੀ ਦੇ ਲੋਕ, ਉਹਨਾਂ ਦਾ ਇੱਕ ਰਿਮੈਂਬਰੈਂਸ ਡੇ ਮਨਾਇਆ ਜਾਂਦਾ, ਤੇ ਉਸ ਵੇਲੇ ਪਾਪੀ ਦੇ ਇੱਕ ਸਿੰਬਲ ਛੋਟੇ ਛੋਟੇ ਫੁੱਲ ਬਣਾ ਕੇ ਤੇ ਵੰਡੇ ਜਾਂਦੇ ਨੇ। ਕੀ ਅਸੀਂ ਇਹੋ ਜਿਹਾ ਕੁਝ ਕਰ ਸਕਦੇ ਹਾਂ ਕਿ ਉਹ ਸਮਥਿੰਗ ਸਿਮਿਲਰ, ਕਿ ਇਹਨਾਂ ਦਿਨਾਂ ਦੇ ਵਿੱਚ, ਸ਼ਹੀਦੀ ਦਿਨਾਂ ਦੇ ਵਿੱਚ, 1 ਹਫ਼ਤਾ 2 ਹਫ਼ਤਾ ਤੁਸੀਂ ਆਪਾਂ ਕੋਈ ਇਹੋ ਜਿਹਾ ਛੋਟਾ ਜਿਹਾ ਕਿਸੇ ਲੈਵਲ ਤੇ ਡਿਜ਼ਾਈਨ ਹੋ ਜਾਵੇ, ਤੇ ਉਹਦਾ ਪਤਾ ਨਹੀਂ ਹੁਣ ਕਿੰਨੇ ਕੁ ਸੇਲ ਹੋ ਸਕਦੀ ਹੈ, ਜਾਂ ਸੇਲ ਨਾ ਵੀ ਹੋਵੇ ਵੰਡ ਸਕੀਏ, ਤੇ ਜੇ ਤੁਸੀਂ ਉਹ ਲਾ ਕੇ ਘੁੰਮ ਰਹੇ ਜੇ ਤੇ ਉਹ ਸ਼ਾਇਦ ਕੋਈ ਪੁੱਛੇ ਵੀ ਕਿ ਕਿਉਂ ਇਹ ਕੀ ਲਾਇਆ, ਵੀ ਤੁਸੀਂ ਕਿਉਂ ਲਾਇਆ। ਉਹ ਇੱਕ ਇਸ ਮੈਥਡ ਆਫ ਕਮਿਊਨੀਕੇਸ਼ਨ ਹੈ, ਟਰਾਈ ਕਰਨਾ, ਦੱਸਣ ਦੀ ਕੋਸ਼ਿਸ਼ ਵੈਰੀ ਕਰਨਾ। ਗੁੱਡ ਆਈਡੀਆ। ਹਾਂਜੀ ਹਾਂਜੀ, ਤੇ ਇੱਕ Thank ਬਾਲ ਦਿਵਸ ਦੀ ਡਾਕਟਰ ਜਗਜੀਤ ਸਿੰਘ ਨਾਲ ਗੱਲ ਕੀਤੀ। ਇਹਨੂੰ ਜੇ ਅਸੀਂ ਕਹੀਏ ਕਿ ਸਿਰਫ ਅਪੋਜ਼ ਕਰੀ ਜਾਵਾਂਗੇ, ਤੇ ਹੁਣ ਉਹ ਪੋਲੀਟੀਕਲੀ ਤੇ ਬਣਾਇਆ ਇਹ ਜਾ ਰਿਹਾ ਹੈ ਕਿ ਅਸੀਂ ਜੀ ਉਹਨਾਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਵਾਸਤੇ ਬਾਲ ਦਿਵਸ ਬਣਾਇਆ ਹੈ। ਅਸੀਂ ਜੋ ਵੀ ਕਹੀਏ, ਲੇਕਿਨ ਇਹ ਹੈ ਕਿ ਪੋਲੀਟੀਕਲ ਤੇ ਇਹੋ ਗੱਲ ਕਹੀ ਜਾ ਰਹੀ ਹੈ। ਉਹਦਾ ਕੋਈ ਆਪਾਂ ਨੂੰ ਕੋਈ ਹੈ ਜੀ ਕਾਊਂਟਰ। ਮੈਂ ਇਹ ਸੋਚਿਆ ਹੈ ਕਿ ਜੇ ਰੈਦਰ ਦੈਨ ਸੇਇੰਗ ਕਿ ਬੰਦ ਕਰ ਦਿਓ ਬਾਲ ਦਿਵਸ, ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਜਾਵੇ ਕਿਸੇ ਤਰੀਕੇ ਨਾਲ SGP ਦੇ ਥਰੂ ਜਾਂ ਕਿਸੇ ਨੂੰ, ਕਿ ਬਾਲ ਦਿਵਸ ਕੱਲਾ ਨਹੀਂ, ਬਾਲ ਸ਼ਹੀਦੀ ਦਿਵਸ ਕਰ ਦਿਓ। ਇੱਕ ਵਰਡ ਉਹਦੇ ਵਿੱਚ ਇੰਟਰਚੈਕਟ ਕਰ ਦਿਓ, ਉਹਦੇ ਨਾਲ ਫਿਰ ਸ਼ਹੀਦੀਆਂ ਦਾ ਜਿਹੜਾ ਹੈ ਤੁਹਾਡਾ ਥੋੜਾ ਜਿਹਾ ਉਹ ਐਲੀਮੈਂਟ ਆ ਜਾਵੇ। ਇਹ ਹੈ ਜੀ ਇੱਕ ਪੋਸੀਬਿਲਿਟੀ, ਤੇ ਸਿੰਬਲ ਬਣਾ ਕੇ, ਤੇ ਬਾਕੀ ਇਹ ਹੋ ਸਕਦਾ ਜੀ ਕਿ ਕੋਈ ਵਲੰਟੀਅਰਲੀ ਛੋਟਾ ਜਿਹਾ ਪੰਫਲੇਟ ਬਣਾ ਕੇ ਤੇ ਸ਼ੇਅਰ ਕਰ ਦੇਵੇ 1-2 ਦਿਨਾਂ 'ਚ, 2-4 ਦਿਨਾਂ 'ਚ, ਕਿਉਂਕਿ ਤਾਂ ਕਿ ਅਸੀਂ ਹੋਰ ਲੋਕਾਂ ਨੂੰ ਵੀ ਭੇਜ ਸਕੀਏ। ਕਿਸੇ ਕੋਲ ਕੋਈ ਛੋਟਾ ਜਿਹਾ ਇੱਕ ਪੈਰਾਗ੍ਰਾਫ, 2 ਲੈਸ ਦੈਨ 1 ਪੇਜ, ਜਿਹੜਾ ਕਿ ਫੋਨ ਦੇ ਉੱਤੇ ਸ਼ੇਅਰ ਕੀਤਾ ਜਾ ਸਕੇ, ਤਾਂ ਕਿ ਅਸੀਂ ਹੋਰ ਲੋਕਾਂ ਨੂੰ ਵੀ ਭੇਜ ਸਕੀਏ। ਇੰਗਲਿਸ਼ ਤੇ ਪੰਜਾਬੀ ਜੇ ਦੋਵੇਂ ਹੋ ਜੇ ਤਾਂ ਬਹੁਤ ਵਧੀਆ ਹੋ। ਇੰਗਲਿਸ਼ ਵਾਲਿਆਂ ਨੂੰ ਤੁਸੀਂ ਕਿਸੇ ਨੂੰ ਵੀ ਦੇ ਸਕਦੇ ਜੇ ਜਾਂ ਕਰ ਸਕਦੇ ਜੇ। ਇਹੋ ਜਿਹਾ ਇਹ ਨਹੀਂ ਜੀ, ਮੇਰੇ ਛੋਟੀ ਜੀ ਆਇਆ ਸੀ। ਤੇ ਬਾਕੀ ਹੈ ਕਿ ਗੁਰਦੁਆਰਾ ਸਾਹਿਬ ਜਿਹੜਾ ਹੈ, ਸਾਨੂੰ ਉਹਦਾ ਸਿਸਟਮ ਪ੍ਰਚਾਰ ਦਾ ਬਦਲਣਾ ਪੈਣਾ, ਨਹੀਂ ਤੇ ਹੋਰ ਕੁਝ ਨਹੀਂ ਸਾਡੇ ਕੋਲ ਜੀ। ਇਹਦੀ ਉਹ ਦੂਜੇ ਧੰਨਵਾਦ ਜੀ। ਪਾਸੇ। ਠੀਕ ਹੈ, ਥੈਂਕ ਯੂ ਜੀ। ਮੈਂ ਬਾਲ ਦਿਵਸ ਤੇ ਥੋੜਾ ਜਿਹਾ ਇਸ ਕਰਕੇ ਆ ਕਿ ਅਸੀਂ ਸਾਹਿਬਜ਼ਾਦਿਆਂ ਨੂੰ ਬਾਬੇ ਕਰਕੇ ਸੰਬੋਧਨ ਕਰਦੇ ਹਾਂ। ਅਸੀਂ ਉਹਨਾਂ ਨੂੰ ਜਿਹੜਾ ਰਿਗਾਰਡ ਦਿੰਦੇ ਆ, ਉਹ ਬਾਬੇ ਔਰ ਉਸ ਲੈਵਲ ਤੇ ਦਿੱਤਾ ਜਾਂਦਾ, ਤੇ ਬਾਲ ਦੇਣ ਕਰਨ ਨਾਲ ਉਹ ਉਹਨਾਂ ਦਾ ਪੋਲੀਟੀਕਲ ਏਜੰਡਾ ਸੀ, ਨਹਿਰੂ ਦੇ ਬਰਥਡੇ ਨਾਲ ਰਿਲੇਟ ਕੀਤਾ ਹੋਇਆ। ਅਸੀਂ ਉਸ ਏਜੰਡੇ ਦੇ ਵਿੱਚ ਫਾਲ ਨਹੀਂ ਹੋਣਾ ਚਾਹੁੰਦੇ। ਇਹ ਬੇਸਿਕਲੀ that is the reason, ਜਦੋਂ ਮੈਂ ਕਿਹਾ ਸੀ ਕਿ ਜਿਹੜੇ ਬਾਕੀਆਂ ਦੇ ਰੋਲਸ ਹੈ, ਕਨਸਪੀਰੇਟਰਸ ਦੇ ਰੋਲਸ ਹੈ, ਉਹਨਾਂ ਨੂੰ ਵੀ ਸਟੱਡੀ ਕਰੋ। ਉਹ ਇਸੇ ਕਰਕੇ ਹੈ ਕਿ ਅਸੀਂ ਅਵੋਇਡ, ਅਸੀਂ ਗੋ ਸੀ ਥਰੂ ਕਰ ਸਕੀਏ ਕਿ ਕਿਸ ਪਾਸੇ ਨੂੰ ਅਸੀਂ ਤੁਰੇ ਹੋਏ ਹਾਂ। ਅਸੀਂ ਜੇ ਉਹਨਾਂ ਨੂੰ ਬਾਬਾ ਜੀ, ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਕਹਿੰਦੇ ਆ, ਤੇ ਅਸੀਂ ਉਹਨਾਂ ਨੂੰ ਬਾਲ ਕਰਕੇ ਤੇ ਕਿਸ ਲੈਵਲ ਤੇ ਲਿਆ ਰਹੇ ਆ। ਔਰ ਸਾਨੂੰ ਇਹ ਕਲੀਅਰ ਦਿਸਦਾ ਪਿਆ ਕਿ it was a relationship of demonizing basically ਨਹਿਰੂ ਦੇ ਜਿਹੜਾ ਬਾਲ ਦਿਵਸ ਆ ਉਹਨੂੰ ਸ਼ਿਫਟ ਕਰਨ ਦੀ ਇਹ ਇੱਕ ਮੂਵਮੈਂਟ ਸੀ। ਜਦ ਕਿ ਇਹ ਹਿਸਟਰੀ ਨਾਲ ਜੇ ਅਸੀਂ ਉਹਦੇ ਪਿੱਛੇ ਸ਼ਹਾਦਤਾਂ ਦੀ ਤੇ ਹੋਰ ਚੀਜ਼ਾਂ ਦੀ ਦੇਖੀਏ ਤਾਂ ਉਹ ਬੜੇ ਵੱਡੇ ਕਾਰਨਾਮੇ ਆ। ਸੋ ਵੈਲ ਦੈਟ ਇਜ਼ ਮੇਬੀ ਆਈ ਐਮ ਥੋੜਾ ਜਿਹਾ ਮੇਰਾ ਪਰਸਨਲ ਹੋ ਸਕਦਾ। ਇਹ ਗਲੈਕਸੀ M32 ਜਿਨ੍ਹਾਂ ਦਾ ਵੀ ਹੈਗਾ, ਪਲੀਜ਼ ਉਹ ਆਪਣੇ ਆਪ ਨੂੰ ਇੰਟਰੋਡਿਊਸ ਕਰਨ, ਜੇ ਵੀਡੀਓ ਔਨ ਕਰ ਸਕਦੇ। ਹਾਂਜੀ, ਤੇ ਇੰਟਰੋਡਿਊਸ ਕਰੋ ਜੀ। ਹਾਂਜੀ, ਅਨਮਿਊਟ ਕਰ ਲਓ ਜੀ। ਹਾਂਜੀ, ਹੁਣ ਆਵਾਜ਼ ਆ ਰਹੀ ਹੈ ਨਾ? ਹਾਂਜੀ ਹਾਂਜੀ, ਆ ਰਹੀ ਜੀ। ਤੋ ਗੱਲ ਇਹ ਹੈਗੀ ਹੈ ਕਿ ਸਾਰਾ ਜਿਹੜਾ ਸਾਹਿਬਜ਼ਾਦਿਆਂ ਦਾ ਅਸੀਂ ਸ਼ਹੀਦੀ ਦਿਵਸ ਮਨਾ ਰਹੇ ਹਾਂ, ਸ਼ਹੀਦੀ ਫਗਵਾੜਾ ਮਨਾ ਰਹੇ ਹਾਂ, ਉਹਦੇ ਪਿੱਛੇ ਇੱਕੋ ਹੀ ਗੱਲ ਸਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਅਸੀਂ ਆਪਣੀ ਜਿਹੜੀ ਇਮੋਰਟਲ ਲਾਈਫ ਹੈ, ਜਿਹੜੀ ਇਹ ਸਰੀਰ ਹੈਗਾ ਜਿਹਨੇ ਖਤਮ ਹੋ ਜਾਣਾ ਹੈ, ਔਰ ਇਸ ਨੂੰ ਇਮੋਰਟਲ ਕਿਵੇਂ ਬਣਾਉਣਾ ਹੈ। ਇਮੋਰਟਲ ਦਾ ਮਤਲਬ ਸਦਾ ਵਾਸਤੇ ਅਸੀਂ ਕਿਵੇਂ ਰਹਿਣਾ, ਔਰ ਉਹ ਬਾਣੀ ਸਾਰੀ ਹੀ ਇਸੇ ਬਾਰੇ ਦੱਸ ਰਹੀ ਹੈ। ਜਿਵੇਂ ਅੱਜ ਗੁਰੂ ਨਾਨਕ ਜੀ ਤੋਂ ਲੈ ਕੇ
ਗੁਰੂ ਗੋਬਿੰਦ ਸਿੰਘ ਜੀ ਤੱਕ ਔਰ ਚਾਰੇ ਸਾਹਿਬਜ਼ਾਦੇ ਉਹ ਜਿਸ ਅਵਸਥਾ ਤੇ ਅੱਜ ਬੈਠੇ ਨੇ, ਉਸ ਅਵਸਥਾ ਨੂੰ ਅਸੀਂ ਕਿਵੇਂ ਜਿੰਦੇ ਜੀ ਅਚੀਵ ਕਰਨਾ ਹੈ, ਔਰ ਇਹ ਜਿੰਦੇ ਜੀ ਅਸੀਂ ਕਿਵੇਂ ਮਰਨਾ ਹੈ, ਜੀਵਤ ਕਿਵੇਂ ਮਰਨਾ ਹੈ, ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਜੇ ਅਸੀਂ ਸਮਝ ਆਈਏ ਤਾਂ। ਜੇ ਨਹੀਂ ਸਮਝਦੇ ਤਾਂ ਫਿਰ ਅਸੀਂ ਐਵੇਂ ਆਪਾਂ ਕਹੀ ਜਾਂਦੇ ਹਾਂ ਬੱਚਿਆਂ ਨੂੰ ਇਹ ਪੜ੍ਹਾਈਏ ਉਹ ਕਰੀਏ, ਅਸੀਂ ਆਪ ਤਾਂ ਸਮਝਦੇ ਨਹੀਂ। ਤੇ ਇਹ ਚੀਜ਼ਾਂ ਸਾਨੂੰ ਆਪਣੇ ਜੀਵਨ ਵਿੱਚ ਆਪ ਹੀ ਧਾਰਨ ਕਰਨ ਦੀ ਜ਼ਰੂਰਤ ਹੈ, ਕੋਈ ਸਾਨੂੰ ਪ੍ਰੀਚਰ ਨਹੀਂ ਦੱਸ ਸਕਦਾ। ਤੇ ਇਸ ਮੋਰਟਲ ਲਾਈਫ ਨੂੰ ਇਮੋਰਟਲ ਕਿਵੇਂ ਬਦਲਣਾ ਹੈ, ਇਹ ਸਾਰੀ ਹੀ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ ਉਹਦਾ ਨਿਚੋੜ ਹੈ ਜੋ ਮੈਂ ਸਮਝ ਪਾਇਆ। ਔਰ ਤੁਸੀਂ ਜਿਹੜੀਆਂ ਗੱਲਾਂ ਕਹੀਆਂ ਨੇ ਉਸ ਦੇ ਵਿੱਚ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ, ਪਰ ਇਸ ਦੇ ਵਾਸਤੇ ਸਾਨੂੰ ਖੁਦ ਹੀ ਵਾਹਿਗੁਰੂ ਦੇ ਨਾਲ ਜੁੜ ਕੇ, ਉਸ ਅਵਸਥਾ ਨਾਲ ਜੁੜ ਕੇ ਤਾਂ ਇਹ ਚੀਜ਼ਾਂ ਪੋਸੀਬਲ ਹੋ ਸਕਦੀਆਂ। ਮਰਜੀਵੜੇ ਬਣਨ ਦੀ ਵੀ ਜ਼ਰੂਰਤ ਹੈਗੀ ਹੈ ਤੇ ਮੋਰਟਲ ਲਾਈਫ ਨੂੰ ਇਮੋਰਟਲ ਕਿਵੇਂ ਬਦਲਣਾ ਹੈ, ਇਹ ਹੈ ਅਸਲੀ ਮੇਨ ਅੱਜ ਦਾ ਨਿਚੋੜ, ਜਿਹੜਾ ਕਿ ਮੈਨੂੰ ਸਮਝ ਆਈ ਹੈ ਤੁਹਾਡੀ ਸਾਰੀ ਗੱਲਾਂ ਤੋਂ ਸੁਣਨ ਤੋਂ ਬਾਅਦ। ਪਰ ਮੈਂ ਇੰਨਾ ਕੀ ਕੁਝ ਕਹਿਣਾ ਚਾਹਾਂਗਾ, ਫਿਰ ਵੀ ਕੋਈ ਦਾਸ ਤੋਂ ਗਲਤੀ ਹੋਵੇ ਤਾਂ ਮਾਫੀ ਚਾਹਾਂਗਾ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਤੁਸੀਂ ਨਾਂ ਨਹੀਂ ਆਪਣਾ ਦੱਸਿਆ ਜੀ। ਮੇਰਾ ਨਾਮ ਡਾਕਟਰ ਸਾਹਿਬ ਸਿੰਘ ਹੈ। ਠੀਕ ਹੈ, ਥੈਂਕ ਯੂ, ਥੈਂਕ ਯੂ ਜੀ। ਗੁਲਬਰਗ ਸਿੰਘ ਜੀ, ਤੁਸੀਂ ਐਂਡਰੇਸ ਕੀਤਾ ਜੀ। ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਫॉर गिविंग मी ਸੈਕੰਡ ਓਪਰਚੁਨਿਟੀ। ਮੈਂ ਮੁੜ ਕੇ ਉੱਥੇ ਹੀ ਆਉਣਾ ਵੀ ਰੀਅਲ ਇਸ਼ੂ ਜਿਹੜਾ ਮੈਂ ਸਮਝਦਾ ਸੀ ਉਹ ਇਹ ਸੀ ਕਿ ਇਨਵਾਇਰਮੈਂਟ, ਅੱਜ ਦਾ ਆਲੇ ਦੁਆਲੇ ਦਾ ਇਨਵਾਇਰਮੈਂਟ, ਅੱਜ ਦਾ ਮਾਹੌਲ ਕੀ ਹੈ, ਇਸ ਮਾਹੌਲ ਦੇ ਵਿੱਚ ਅਸੀਂ ਸ਼ਹੀਦਾਂ ਨੂੰ ਕਿੱਦਾਂ ਯਾਦ ਰੱਖਣਾ, ਕਿਉਂਕਿ ਅੱਜ ਦਾ ਮਾਹੌਲ ਜਿਹੜਾ ਵਰਲਡ ਵਾਈਡ ਸਿੱਖਾਂ ਦੇ ਘਰਾਂ 'ਚ ਵੀ ਜਿੱਦਾਂ ਗਿਆ ਇਹ ਕ੍ਰਿਸਮਸ ਵਾਲਾ ਬਣਿਆ ਹੋਇਆ। ਇਸ ਮਾਹੌਲ 'ਚ ਅਸੀਂ ਸ਼ਹੀਦਾਂ ਨੂੰ ਕਿੱਦਾਂ ਯਾਦ ਰੱਖਣਾ, ਉਹ ਇਹ ਗੱਲ ਆ ਵੀ ਜੇ ਆਪਾਂ ਗੁਰਦੁਆਰਿਆਂ ਦੀ ਗੱਲ ਕਰੀਏ ਨਾ ਤਾਂ ਇਸ ਮਾਹੌਲ 'ਚ ਸਾਡੇ ਤਾਂ ਯੂਥ ਗੁਰਦੁਆਰਿਆਂ 'ਚ ਅੱਗੇ ਉੱਦੇ ਨਹੀਂ ਜਾਂਦਾ, ਬਹੁਤ ਘੱਟ ਹੈ। ਜਦੋਂ ਤੁਸੀਂ ਦੇਖਦੇ ਆ ਜੇ 5-7 ਸਾਲ ਦੇ ਹੋ ਜਾਂਦੇ ਉਹ ਤੋਂ ਬਾਅਦ ਮਾਂ ਬਾਪ ਨਾਲ ਵੀ ਨਹੀਂ ਜਾਂਦੇ, ਪਹਿਲਾਂ ਤਾਂ ਮਾਂ ਬਾਪ ਉਹਨਾਂ ਨੂੰ ਖਿੱਚ ਧੂ ਕੇ ਲਈ ਜਾਂਦੇ ਆ। ਔਰ ਉਹ ਜਿਹੜੀ ਛੋਟੀ ਉਮਰ ਹੈ ਉਸ ਵੇਲੇ ਤਾਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਬੈਠਦੇ ਨਹੀਂ, ਆਲਾ ਦੁਆਲਾ ਘੁੰਮਦੇ ਹੁੰਦੇ ਆ। ਐਂਡ ਰਾਈਟਲੀ ਸੈਡ ਅਰਲੀਅਰ ਬਾਈ ਏ ਸਪੀਕਰ ਕਿ ਮਾਂ ਬਾਪ ਨੂੰ ਤਾਂ ਖਿਆਲ ਹੀ ਨਹੀਂ ਹੁੰਦਾ, ਉਹ ਤਾਂ ਨਿਆਣੇ ਔਰਫਨ ਵਾਂਗੂ ਹੀ ਗੁਰਦੁਆਰਾ ਸਾਹਿਬ 'ਚ ਘੁੰਮਦੇ ਆ। ਸੋ bringing this and passing on the values to the next generation, I would emphasize again ਕਿ ਆਪਾਂ ਨੂੰ ਘਰਾਂ ਦੇ ਵਿੱਚ ਅਸੀਂ ਜ਼ਿਆਦਾ ਕਰ ਸਕਦੇ ਹਾਂ, ਨਾਲ ਆਪਣੇ ਆਂਢੀਆਂ ਗੁਆਂਢੀਆਂ ਦੇ ਬੱਚਿਆਂ ਨੂੰ ਵੀ, ਆਂਢੀਆਂ ਗੁਆਂਢੀਆਂ ਨੂੰ ਵੀ ਲਿਆ ਕੇ ਘਰ ਕੋਈ ਇਵੈਂਟ ਰੱਖ ਕੇ ਅਸੀਂ ਜ਼ਿਆਦਾ ਇਫੈਕਟਿਵ ਹੋਵਾਂਗੇ। ਬਾਕੀ ਜਿਹੜੀਆਂ ਬਾਕੀ ਦੀਆਂ ਸਾਰੀਆਂ ਸੁਝਾਅ ਮੈਨੂੰ ਦਿਸ ਰਹੇ ਆ ਉਹ ਤਾਂ ਇਨ ਜਨਰਲ ਫॉर ਐਨੀ ਡੇ ਆਫ ਦ ਈਅਰ ਐਪਲੀਕੇਬਲ ਹੈ। ਉਹ ਤਾਂ ਜੇ ਅਸੀਂ ਗੁਰਬਾਣੀ ਨਾਲ ਜੁੜਨਾ ਤਾਂ ਅਸੀਂ ਸਿਰਫ ਇਹਨਾਂ ਦਿਨਾਂ 'ਚ ਨਹੀਂ ਸੁਣਨਾ, ਜੁੜਨਾ ਅਸੀਂ ਤੇ 24 ਘੰਟੇ 7 ਦਿਨ ਉਹਦੇ ਨਾਲ ਜੁੜਨਾ ਪੀਰੀਅਡ। ਉਹ ਇਹਨਾਂ ਦਿਨਾਂ 'ਚ ਕੋਈ ਸਪੈਸ਼ਲ ਨਹੀਂ ਆ। ਇਹਨਾਂ ਦਿਨਾਂ ਦੀ ਸਪੈਸ਼ਲਿਟੀ ਤਾਂ ਇਹੀ ਹੈ ਕਿ ਇਨਵਾਇਰਮੈਂਟ ਆਲੇ ਦੁਆਲੇ ਹੋਰ ਹੈ, ਅਸੀਂ ਇਸ ਇਨਵਾਇਰਮੈਂਟ ਨੂੰ ਕਿੱਦਾਂ, ਇਸ ਇਨਵਾਇਰਮੈਂਟ ਦੇ ਹੁੰਦਿਆਂ ਵੀ ਅਸੀਂ ਕਿੱਦਾਂ, ਕਿਹੜਾ ਤਰੀਕਾ ਕਰੀਏ ਕਿ ਅਸੀਂ ਆਪਣੀ ਗੱਲ ਯਾਦ ਰੱਖੀਏ ਐਂਡ ਨੈਕਸਟ ਜਨਰੇਸ਼ਨ ਨੂੰ ਇਹ ਪਹੁੰਚਾਈਏ। ਐਂਡ ਉਹ ਮੇਰਾ ਖਿਆਲ ਹੈ ਸਾਨੂੰ ਧਿਆਨ 'ਚ ਰੱਖ ਕੇ smaller gatherings and having some events specially for this. However we have that storytelling, it could be, or video showing or movie showing, whatever movie we find appropriate. It would be right to give that message during these days. बहुत बहुत धन्यवाद। ठीक है, थैंक यू। I have a Paul जी पर वीडियो ऑन करनी जी तुसी प्लीज अपनी। वाहिगुरु जी का खालसा वाहिगुरु जी की फतेह। अपोलोजाइज वीडियो नहीं ऑन कर सकते पर 2 मिनट लेंगे। बेसिकली हमेशा वीडियो ऑन नहीं करते वीर जी, थोड़ा जिहा वी वुड लाइक टू नो मोर अबाउट यू।
Hanji, thank you, sir. Thank you for the invite. I'll try and do that one of these days. Maafi chande Hanji. But Das ne do bentiyan karniyan sigiyan. One is basically exactly on the dot of cultural needs of our Sikh people in an environment that is very today Christian oriented due to the Christmas season that is going on. Das Singapore de vich hai. I will take two opportunities to share with you. Pehli gal ta ek case study jo pichle assi 20 saala to jo chota jiha desh Singapore multiracial country है जिथे साडे मेन शॉपिंग बेल्स दे विच भी लाइट अप्स होंदियां ने उथे क्रिश्चियंस दा आउटरीच बहुत प्रचार होंदा है सिखां दी पॉपुलेशन एक माइनॉरिटी है सो जे इथों असी कुछ इंस्पिरेशन ले सकदे हां सानू किहड़ा सॉल्यूशन मिलिया फॉर द लास्ट 20 years we have been doing Namras Kirtan Darbar every 2 years. I will share with you how effective it has been in involving the children to get reconnected क्योंकि जिहड़ी सेवा दी opportunities gurdwaras ਦੇ ਵਿੱਚ ਨਹੀਂ ਮਿਲ ਰਹੀ ਸੀ ਉਹਨਾਂ ਨੂੰ we actually hire big halls ਵੱਡੇ ਜਿੱਥੇ ਵੀ ਆਉਂਦੇ ਨੇ the exhibitions that are held there are a lot of seva opportunities from the Jodakar seva being done by the children to storytelling by the children for the children to drama big episodes that are brought from the troops in India who set up these shows and even the langar and the idea of sangat and pangat everything being hand done by the young people for the young people to give them an opportunity to experience practically while their neighbors are celebrating Christmas because Sade Desh de vich I think you would know it is such a small country we are very compact in terms of our neighborly living and there is no way we can run away from the movies of like the Christmas edition and others that are shown on national TV but being a small community for the last 20 years, every 2 years, we used to hire this hall and the next episode is happening on the 23rd to the 26th of December. So handling this darbar, giving the children to do Rimala sevas, to decoration sevas, to even setting up exhibitions, to do research on Sikhi and coming up with practical booklets, coming up with practical tools to share it with their own, the young generation, but getting them involved. Pichle 2-3 महीनों तो ये सारी सेवा शुरू हो जाती है. So this is the first case study that I wanted to share with you. दूसरी गल जिहड़ी सानू इत्थों सिੱਖਣ ਨੂੰ आई है वियतनाम is a communist country. पिछले 11-12 साल कोविड तो पहले पिछले 3 साल तो ਅਸੀਂ नहीं जा पाए but there is no गुरुद्वारा साहब there. ਉੱਥੇ 2 ਗੁਰਦੁਆਰੇ ਸਾਹਿਬ ਹੁੰਦੇ ਸੀਗੇ ਪਰ ਜਦੋਂ ਕਮਿਊਨਿਸਟ ਨੇ ਟੇਕ ਓਵਰ ਕੀਤਾ ਸੀਗਾ ਉਹ ਦੋਨੋਂ ਗੁਰਦੁਆਰੇ ਸਾਹਿਬ ਡਿਸਟਰੋਇਡ ਹੋ ਗਏ ਸੀ ਪਰ ਇੰਡੀਆ ਤੋਂ ਸਿਰਫ 5-6 ਐਕਸਪੈਟਰੇਟ ਸਿੱਖ ਫੈਮਿਲੀਜ਼ ਉੱਥੇ ਰਹਿ ਰਹੀਆਂ ਹਨ ਤੇ ਉਹਨਾਂ ਦੇ ਬੱਚੇ ਛੋਟੇ ਹੁੰਦੇ ਸੀ 10-11 ਸਾਲ ਪਹਿਲੇ ਪਰ ਹਰ ਸਾਲ ਉਹ ਸਾਨੂੰ 3-4 ਦਿਨਾਂ ਵਾਸਤੇ ਇੰਗਲਿਸ਼ ਪ੍ਰਚਾਰ ਵਾਸਤੇ ਬੁਲਾਉਂਦੇ ਸੀ ਕੀਰਤਨ ਕਥਾ ਸਿਮਰਨ ਨਾਲ ਜੋੜਨ ਵਾਸਤੇ ਕਿਉਂਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਸੋ ਇਥੋਂ ਵੀ ਸਾਨੂੰ ਪ੍ਰੈਕਟੀਕਲੀ ਬਹੁਤ ਐਕਸਪੀਰੀਅੰਸ ਮਿਲ ਰਿਹਾ ਹੁਣ ਉਹ ਬੱਚੇ ਵੀ ਵੱਡੇ ਹੋ ਚੁੱਕੇ ਨੇ ਉਹ ਬੱਚੇ ਵੀ ਉਹਨਾਂ ਦੇ ਮੈਰਿਜੇਬਲ ਏਜ ਦੇ ਹੋਣ ਵਾਲੇ ਨੇ ਪਰ ਉਹਨਾਂ ਦੇ ਵਿੱਚ ਸਿੱਖ ਵੈਲਿਊ ਸਿੱਖ ਕਲਚਰ ਹਾਲੇ ਵੀ ਇੰਟੈਕਟ ਹੈਗਾ ਕਿਉਂਕਿ ਜਿਸ ਤਰ੍ਹਾਂ ਬਾਸੀ ਸਾਹਿਬ ਜੀ ਨੇ ਕਿਹਾ ਟੁਡੇਸ एनवायरनमेंट इज सो डेंजरस फॉर अस ਤੇ ਮੈਂ ਅਖੀਰਲੀ ਬੇਨਤੀ ਕਰਕੇ ਇੱਥੇ ਭੋਗ ਪਾਵਾਂਗਾ ਬਿਲਕੁਲ ਜੋ ਵੀ ਵਿਚਾਰਾ ਅੱਜ ਆਪ ਸਾਰਿਆਂ ਨੇ ਦਿੱਤੀਆਂ ਇਟ ਇਜ਼ ਵੈਰੀ ਇੰਪੋਰਟੈਂਟ ਐਂਡ ਇਫ ਆਲ ਆਫ them ਜੇ ਅਸੀਂ ਨਾ ਜੀਵਨ ਮੁਕਤ ਸੋ ਆਖੀਏ ਦੇ ਵੱਲ ਲੈ ਕੇ ਜਾ ਸਕਦੇ ਹਾਂ then the ability to set our minds ਬਚਪਨ ਤੋਂ ਜਿਹੜੀਆਂ ਦਾਦੀਆਂ ਨਾਨੀਆਂ ਤੇ ਜੋ ਵੀ ਸਾਨੂੰ ਸਿੱਖਿਆ ਗੁਰਦੁਆਰੇ ਵਿੱਚ ਦਿੱਤੀ ਜਾਏਗੀ ਉਹ ਜੀਵਨ ਮੁਕਤ ਹਰ ਪਾਵੇ ਸੋਏ ਕਿ ਲਿਟਲ ਬੱਚੇ ਭਾਵੇਂ ਜੀਵਨ ਜੀਂਦੇ ਹੋਏ ਲਿਬਰੇਸ਼ਨ ਨੂੰ ਪ੍ਰਾਪਤ ਕਰ ਗਏ ਸੀ they raised themselves above the idea of just a body but ਜੀਵਨ ਮੁਕਤ ਗੁਰਮੁਖ ਕੋ ਹੋਈ ਅਸੀਂ ਗੁਰਮੁਖ ਜੇ ਬਣਾਂਗੇ ਲਿਬਰੇਸ਼ਨ ਆ ਜਾਏਗੀ ਉਹ ਬਾਅਦ ਜਾ ਕੇ ਨਹੀਂ ਵੇਟ ਕਰਨਾ ਪਏਗਾ ਕਿ ਮੌਤ ਤੋਂ ਬਾਅਦ ਲਿਬਰੇਸ਼ਨ ਮਿਲੇਗੀ ਪਰ ਗੁਰਬਾਣੀ ਸਾਨੂੰ ਕਿਤਨਾ ਕੁਝ ਸਮਝਾ ਰਹੀ ਹੈ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੇ ਅੰਦਰੋਂ ਅਸੀਂ ਈਗੋ ਛੱਡ ਦਿਆਂਗੇ ਉਸ ਨੂੰ ਅਸੀਂ ਇੱਕ ਪਾਸੇ ਰੱਖ ਦਿਆਂਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਵੀ ਆਪ ਜੀ ਨੇ ਭਾਈ ਸਾਹਿਬ ਵੈਲਿਊ ਸਿਸਟਮਸ ਬਾਰੇ ਦੱਸਿਆ ਜੋ ਵੀ ਐਜੂਕੇਸ਼ਨ ਬਾਰੇ ਦੱਸਿਆ ਜੋ ਵੀ ਸਭ ਕੁਝ ਅੰਦਰਲੀ ਚੇਂਜ ਲਿਆਣੀ ਹੈ whether it's mindset oriented or whichever options we have to focus on ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਜੇ ਅਸੀਂ ਇਸ ਨੂੰ ਜੀਵਨ ਮੁਕਤ ਡੇ ਤੋਂ ਸ਼ੁਰੂ ਕਰਾਂਗੇ ਨਾ ਹੌਲੀ ਹੌਲੀ ਭਾਵੇਂ ਬੱਚੇ ਹਾਂ age has no
लिमिट्स लाइक आप जी ने पहले भी कह दिता हैगा, पर दास इतनी बेनती करके अखीरली बेनती करेगा कि एज सिक्स सानू 5 सालों तो बाद ना एक डे डेडिकेट, भावें बाल दिवस की गल छड्डो क्योंकि वो उन्हां दा पॉलिटिकल एजेंडा हैगा, पर सानू सिख कम्युनिटी नू एक ऐसा दिन बनाना चाहिए जिन्हों भावें जीवन मुक्त डे आखिए, पर जीवन मुक्त दी सिक्ख्या जे बचपन तो देंगे, चिल्ड्रन विल लुक फॉरवर्ड। जिस तरह क्रिसमस डेकोरेशंस होंदी है, फैमिलीज गेट टुगेदर, दिवाली पटाखे होंदे ने, दे ऑल लुक फॉरवर्ड। हर साल एक ऐसा दिवस आएगा जीवन मुक्त मन नाम वसाए, नाम वसान दे नाल we can celebrate it. House cleaning will be done, small and big events, family gatherings will be happening, पर children look forward। ਇਹ 500 ਸਾਲਾਂ ਤੋਂ ਬਾਅਦ ਨਾ ਸਾਨੂੰ ਕੌਮ ਨੂੰ ਇੱਕ ਐਸਾ ਦਿਵਸ ਨਹੀਂ ਸ਼ਾਇਦ ਮਿਲਿਆ। Maybe we got to think as a think tank, ਅਸੀਂ ਕੀ ਕਰ ਸਕਦੇ ਹਾਂ। Let us think of a beautiful day, maybe ਉਹਦੇ ਨਾਲ ਫਿਰ ਸਾਨੂੰ ਨਾ while alive Sikh values ਵੀ implement ਕਰ ਸਕਾਂਗੇ। ਫਿਰ ਅਖੀਰ ਦੇ ਵਿੱਚ ਦਾਸ ਖਿਮਾ ਜਾਚਕ ਮੰਗਦਾ ਹੈ, ਮਨ ਹਰ ਹਰ ਭਾਉ ਗੁਰ ਕਰੇ ਪਸਾਓ, ਜੀਵਨ ਮੁਕਤ ਸੁਖ ਹੋਈ। ਸਾਨੂੰ ਵੀ ਸੁਖ ਮਿਲੇਗਾ, ਸਾਡੇ ਪਰਿਵਾਰਾਂ ਨੂੰ ਵੀ ਸੁਖ ਮਿਲੇਗਾ। ਤੇ ਅਖੀਰ ਦੇ ਵਿੱਚ ਮੇਬੀ ਯੂ ਕੈਨ ਆਲ ਥਿੰਕ ਆਫ ਅ ਡੇ, ਅੱਜ ਤੋਂ ਅਸੀਂ ਸਥਾਪਿਤ ਕਰੀਏ ਜੀਵਨ ਮੁਕਤ ਡੇ ਜਾਂ ਕੋਈ ਵੀ ਨਾਮ ਦੇਣਾ ਹੈ, ਜਿਹੜੇ ਬੱਚੇ ਵੀ ਐਕਸਾਈਟਡ ਹੋ ਕੇ ਲੁੱਕ ਫਾਰਵਰਡ ਕਰਨ ਐਜ਼ ਸਿੱਖ ਫੈਮਿਲੀਜ਼ ਕੀ ਇਹ ਦਿਨ ਆਏਗਾ, ਅਸੀਂ ਉਸ ਨੂੰ ਕਮੈਮੋਰੇਟ ਕਰਾਂਗੇ। ਘਰ ਦੀ ਸਫਾਈ ਹੋਏਗੀ, ਪਰਿਵਾਰ ਇਕੱਠੇ ਹੋਣਗੇ ਤੇ ਵਾਹ ਵਾਹ ਨਾਮ ਇਸ਼ਨਾਨ ਸੇਵਾ ਸਿਮਰਨ ਸਤਸੰਗ ਨਾਲ ਜੁੜ ਕੇ we also can bring up our children with the pride of Sikhi and the great sacrifices and the values। ਭੁੱਲ-ਚੁੱਕ ਦੀ ਮਾਫੀ, ਆਪ ਜੀ ਨੇ ਸਮਾਂ ਦਿੱਤਾ ਹੈ, ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਪਾਲ ਜੀ। ਡਾਕਟਰ ਜਸਵੰਤ ਸਿੰਘ ਜੀ, ਤੁਸੀਂ ਪਲੀਜ਼। ਹਾਂਜੀ, ਮੈਂ ਤੇ ਸਿਰਫ ਇੱਕ ਛੋਟੀ ਜਿਹੀ ਗੱਲ ਕਰਨੀ ਚਾਹੁੰਦਾ ਸੀ। ਪਹਿਲੀ ਗੱਲ ਤੇ ਇਹ ਹੈ ਕਿ ਸਾਰਾ ਕੁਝ ਆਪਾਂ ਮੈਨੂੰ ਲੱਗਦਾ ਹੈ ਕਿ ਇਹ ਸੋਚ ਰਹੇ ਹਾਂ ਕਿ ਗੁਰਦੁਆਰੇ ਦੇ ਵਿੱਚ ਇਹ ਹੋਣਾ ਚਾਹੀਦਾ ਹੈ, ਗੁਰਦੁਆਰੇ ਦੇ ਵਿੱਚ ਉਹ ਹੋਣਾ ਚਾਹੀਦਾ ਹੈ। ਸਾਰਾ ਕੁਝ ਠੀਕ ਹੈ ਔਰ ਵਾਜਬ ਵੀ ਹੈ ਤੇ ਕਹਿਣਾ ਵੀ ਚਾਹੀਦਾ ਹੈ, ਪਰ ਪ੍ਰੋਬਲਮ ਇਹ ਹੈ ਕਿ ਹੂ ਵਿਲ ਬੈਲ ਦਾ ਕੈਟ। ਪ੍ਰੋਬਲਮ ਕਿੱਥੇ ਹੈ? ਮੈਂ ਤਾਂ 50-60 ਸਾਲ ਤੋਂ ਇਸ ਅਮਰੀਕਾ ਵਿੱਚ ਹੀ ਰਹਿ ਰਿਹਾ ਜੀ, ਤੇ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਉਹ ਅਮਰੀਕਾ ਦੇ ਗੁਰਦੁਆਰਿਆਂ ਰਿਲੇਸ਼ਨ ਨਹੀਂ ਕਰਨਾ ਚਾਹੁੰਦਾ। ਤੇ ਉਹ ਗੱਲ ਇਹ ਹੈ ਕਿ ਜਦੋਂ ਤੱਕ ਅਸੀਂ ਗੁਰਦੁਆਰਿਆਂ ਦੇ ਵਿੱਚ ਇਹ ਰਾਗੀ ਸਿਸਟਮ ਜਿਹੜਾ ਕਿ ਇੰਡੀਆ ਤੋਂ ਇੰਪੋਰਟ ਕਰਕੇ, ਜਿਨ੍ਹਾਂ ਨੂੰ ਇੱਕ ਲਾਈਨ ਦੀ ਵੀ ਅੰਗਰੇਜ਼ੀ ਸਮਝ ਨਹੀਂ ਆਉਂਦੀ, ਉਹ ਸਿਸਟਮ ਗੁਰਦੁਆਰਿਆਂ ਦੇ ਵਿੱਚ ਚੱਲਦਾ ਰਹੇਗਾ, ਉਦੋਂ ਤੱਕ ਸਾਡੇ ਬੱਚਿਆਂ ਦਾ ਕੁਝ ਨਹੀਂ ਹੋਣਾ ਗੁਰਦੁਆਰੇ ਦੇ ਵਿੱਚ। ਕਿਉਂਕਿ ਉਹ ਬੱਚਿਆਂ ਨੂੰ ਕੁਝ ਦੱਸ ਨਹੀਂ ਸਕਦੇ, ਉਹਨਾਂ ਦਾ ਪਰਪਸ ਹੀ ਨਹੀਂ ਹੈ ਬੱਚਿਆਂ ਵੱਲ ਧਿਆਨ ਦੇਣ ਦਾ। ਉਹ ਤੇ ਸਿਰਫ ਚਾਹੁੰਦੇ ਆ ਕਿ ਕਿੰਨੇ ਕੁ ਬਜ਼ੁਰਗ ਤੇ ਕਿੰਨੇ ਕੁ ਹੋਰ ਬੰਦੇ ਆ ਪਰਿਵਾਰ ਜਿਨ੍ਹਾਂ ਕੋਲ ਪੈਸੇ ਹੈਗੇ ਵੀ ਉਹਨਾਂ ਨੂੰ ਕਾਬੂ ਕੀਤਾ ਜਾਵੇ ਤੇ ਉਹਨਾਂ ਦੇ ਮਨਪਸੰਦ ਦੀ ਗੱਲ ਕੀਤੀ ਜਾਵੇ ਤਾਂ ਜੋ ਉਹਨਾਂ ਦਾ ਪੱਲੜਾ ਭਾਰੀ ਹੋ ਸਕੇ। ਸੋ ਸਾਨੂੰ ਕੀ ਚਾਹੀਦਾ ਹੈ ਤਾਂ ਜੋ ਅਸੀਂ ਬੱਚਿਆਂ ਨੂੰ ਇਨਵੋਲਵ ਕਰ ਸਕੀਏ। ਮੈਂ ਫੋਕਸ ਉਹਦੇ ਤੇ ਹੀ ਕਰਨਾ ਚਾਹੁੰਦਾ ਜੋ ਅਸੀਂ ਅੱਜ ਦੀ ਗੱਲ ਕਰ ਰਹੇ ਹਾਂ। ਉਹਦੇ ਵਾਸਤੇ ਜ਼ਰੂਰੀ ਇਹ ਹੈ ਕਿ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਬੱਚਿਆਂ ਦੇ ਪੇਰੈਂਟਸ ਹੈ ਉਹ ਰਲ ਕੇ ਪ੍ਰੋਗਰਾਮ ਲਿਖਣ, ਜਿਹੜੀ ਮੈਨੇਜਮੈਂਟ ਕਮੇਟੀ ਆ ਉਹਦੇ ਤੇ ਉਹਨੂੰ ਐਮਫਸਾਈਜ਼ ਕਰਨ ਕਿ ਭਾਈ ਬੱਚਿਆਂ ਦੇ ਵਾਸਤੇ ਸਾਨੂੰ ਇਹ ਕਰਨ ਦੀ ਜ਼ਰੂਰਤ ਹੈ। ਕੋਸ਼ਿਸ਼ ਇਹ ਕੀਤੀ ਜਾਵੇ ਕਿ ਇੱਕ ਅੱਧਾ ਰਾਗੀ ਐਟਲੀਸਟ ਉਹ ਹੋਵੇ ਜਿਹਨੂੰ ਅੰਗਰੇਜ਼ੀ ਬੋਲਣੀ ਆਉਂਦੀ ਹੋਵੇ। ਮੈਂ ਅਮਰੀਕਾ ਦੀ ਗੱਲ ਕਰ ਰਿਹਾ, ਤੇ ਉਹ ਬੱਚਿਆਂ ਨਾਲ ਕਮਿਊਨੀਕੇਟ ਕਰ ਸਕੇ ਤਾਂ ਜੋ ਬੱਚਿਆਂ ਨੂੰ ਜੋ ਉਹ ਦੱਸ ਸਕਦੇ ਆ ਉਹ ਪੇਰੈਂਟਸ ਨਹੀਂ ਦੱਸ ਸਕਦੇ। ਤੇ ਇੱਕ ਗੱਲ ਮੈਂ ਪਹਿਲਾਂ ਕਹਿਣੀ ਭੁੱਲ ਗਿਆ ਸੀਗਾ, ਉਹ ਮੈਂ ਰਿਮਾਈਂਡ ਕਰਾਉਣਾ ਚਾਹੁੰਦਾ ਕਿ ਯਾਦ ਹੋਵੇ ਜਦੋਂ ਛੋਟੇ ਬੱਚੇ ਅਸੀਂ ਇੰਡੀਆ ਦੇ ਵਿੱਚ ਗਰੋ ਕਰ ਰਹੇ ਸੀਗੇ, ਤਕਰੀਬਨ ਹਰ ਇੱਕ ਗੁਰਦੁਆਰਾ ਵਿੱਚ ਮੁਹੱਲੇ, ਗਲੀਆਂ, ਸ਼ਹਿਰਾਂ, ਪਿੰਡਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਗੁਰਦੁਆਰੇ ਹੁੰਦੇ ਸੀ, ਉੱਥੇ ਇਹਨਾਂ ਰਾਤਾਂ ਨੂੰ ਗੁਰਪੁਰਬ ਦੀ ਰਾਤ ਤੋਂ ਪਹਿਲੀ ਰਾਤ ਜਿਹਨੂੰ ਕਿ ਆਪਾਂ ਈਵ ਕਵਾਂਗੇ, ਉਹਨਾਂ ਰਾਤਾਂ ਵਿੱਚ ਬੱਚਿਆਂ ਨੂੰ ਟਾਈਮ ਦਿੱਤਾ ਜਾਂਦਾ ਸੀ ਕਿ ਸੀਤਲ ਜੀ ਦੀਆਂ ਤੁਸੀਂ ਕਵਿਤਾਵਾਂ ਪੜ੍ਹੋ ਜਿਹੜੀਆਂ ਕਿ ਗੁਰੂ ਘਾਟ ਨਾਲ ਰਿਲੇਟਡ ਹੈ, ਗੁਰੂ ਹਿਸਟਰੀ ਨਾਲ ਰਿਲੇਟਡ ਹੈ, ਹਿਸਟਰੀ ਨਾਲ ਰਿਲੇਟਡ ਹੈ। ਤਾਂ ਇਹੋ ਜਿਹਾ ਕੋਈ ਬੰਦੋਬਸਤ ਹੋਵੇ ਕਿ ਹਰ ਇੱਕ ਗੁਰਦੁਆਰਾ ਸਾਹਿਬ ਵਿੱਚ ਇੱਕ ਸ਼ਾਮ ਪਹਿਲਾਂ ਇਹੋ ਜਿਹਾ ਕੋਈ ਅਰੇਂਜਮੈਂਟ ਕੀਤਾ ਜਾਵੇ ਜਿੱਥੇ ਕਿ ਬੱਚਿਆਂ ਨੂੰ ਚਾਂਸ ਦਿੱਤਾ ਜਾਵੇ, ਉਹੀਓ ਸਪੀਚਾਂ ਦੇਣ, ਉਹੀਓ ਧਰਮ ਦੀ ਗੱਲ ਕਰਨ, ਉਹੀਓ ਸਾਹਿਬਜ਼ਾਦਿਆਂ ਦੀ ਗੱਲ ਕਰਨ, ਤਾਂ ਜੋ ਬੱਚੇ ਤੋਂ ਬੱਚਾ ਜਿਹੜਾ ਸਿੱਖ ਸਕੇਗਾ ਉਹ ਅਡਲਟਸ ਤੋਂ ਨਹੀਂ ਸਿੱਖ ਸਕਦਾ। ਸੋ ਇਹ ਥੋੜ੍ਹੀਆਂ ਜਿਹੀ ਚੇਂਜਸ ਗੁਰਦੁਆਰਾ ਸਾਹਿਬ ਵਿੱਚ ਲਿਆਉਣ ਦੀ ਜ਼ਰੂਰਤ ਹੈਗੀ। ਕੌਣ ਲਿਆਏਗਾ ਇਹ ਬੜਾ ਵੱਡਾ ਕੁਐਸਚਨ ਹੈ ਸਾਡੇ ਸਾਰਿਆਂ ਵਾਸਤੇ। ਪਰ ਜੇਕਰ ਆਪਾਂ ਇਸ ਤਰ੍ਹਾਂ ਸੋਚਣ ਲੱਗ ਜਾਈਏ, ਸਾਡੀ ਸੋਚਣੀ ਬਦਲ ਜਾਏ ਕਿ ਇਹ ਰਾਗੀ ਸਿਸਟਮ ਇੱਥੇ ਠੀਕ ਨਹੀਂ ਹੈ, ਤਾਂ ਪਰਮਾਤਮਾ ਕਰੇਗਾ ਸਮਵੇਅਰ ਅਲੋਂਗ ਦਾ ਲਾਈਨ ਥਿੰਗਸ ਮਾਈਟ ਚੇਂਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਡਾਕਟਰ ਸਾਹਿਬ, ਥੈਂਕਸ ਫॉर ਸੁਜੈਸ਼ਨ। ਜਸਮੀਤ ਸਿੰਘ ਜੀ। ਹਾਂਜੀ ਸਰ, ਡਾਕਟਰ ਜਗਜੀਤ ਸਿੰਘ ਜੀ, ਮੇਰਾ ਤੁਹਾਡੇ ਤੋਂ ਸਵਾਲ ਹੈ।
ਪਰਸਨਲ ਸਵਾਲ ਹੈ ਜੀ, ਠੀਕ ਹੈ ਜੀ। ਤੁਸੀਂ ਨਾ ਜਿਵੇਂ ਪੁੱਟ ਕੀਤਾ ਸੀਗਾ ਇਹ ਸ਼ਹੀਦੀਆਂ ਦਾ ਸਿੱਟਾ ਨਿਕਲਿਆ, ਤੁਸੀਂ ਮਤਲਬ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਪੁੱਟ ਕੀਤਾ, ਤੇ ਮੈਂ ਪੁੱਛਣਾ ਸੀ ਤੁਹਾਡੇ ਨਾਲ ਕਨੈਕਟ ਕਿਵੇਂ ਕਰ ਸਕਦਾ ਮੈਂ ਸੋਸ਼ਲ ਮੀਡੀਆ ਤੇ ਤੁਹਾਨੂੰ ਮਤਲਬ ਆਈ ਟਰਾਈ ਟੂ ਫਾਈਂਡ ਯੂ ਬਟ ਲੱਭਿਆ ਨਹੀਂ ਕੁਝ, ਤੁਹਾਡੇ ਨਾਲ ਕਨੈਕਟ ਕਿਵੇਂ ਕਰ ਸਕਦੇ ਹਾਂ ਅਸੀਂ? ਮੈਂ ਸੋਸ਼ਲ ਮੀਡੀਆ ਤੇ ਬਹੁਤ ਘੱਟ ਹੈਗਾ, ਹਾਂ, ਪਰ ਤੁਸੀਂ ਮੈਨੂੰ ਇੱਥੇ ਫੋਨ ਨੰਬਰ ਪਾ ਦਿਓ, ਮੈਂ ਤੁਹਾਨੂੰ ਆਪਣਾ ਫੋਨ ਨੰਬਰ ਐਂਡ ਕਨੈਕਸ਼ਨ ਭੇਜ ਦਿਆਂਗਾ ਜੀ। ਠੀਕ ਹੈ ਜੀ, ਠੀਕ ਹੈ, ਧੰਨਵਾਦ ਹਾਂਜੀ, ਜੀ। ਤੁਸੀਂ ਇੱਥੇ ਚੈਟ ਵਿੱਚ ਪਾ ਦਿਓ ਜੀ, ਕੋਈ ਆਈ ਵਿਲ ਕਨੈਕਟ ਵਿਦ ਯੂ, ਜਾਂ ਈਮੇਲ ਮੈਨੂੰ ਕਰ ਸਕਦੇ। ਹਾਂਜੀ, ਐਨੀਬਡੀ। ਵੈਸੇ ਮੇਰਾ ਥੋੜਾ ਜਿਹਾ, ਮੈਂ ਡਾਕਟਰ ਸਾਹਿਬ ਦੇ ਨਾਲ, ਡਾਕਟਰ ਜਸਵੰਤ ਸਿੰਘ ਜੀ, ਮੈਂ ਥੋੜਾ ਜਿਹਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ। ਅਸੀਂ ਵੈਂਕੂਵਰ ਵਿੱਚ ਪਿਛਲੇ ਸਾਲ ਦੇਰ ਆਰ 9 ਖਾਲਸਾ ਸਕੂਲਸ, ਤੇ ਅਸੀਂ ਖਾਲਸਾ ਸਕੂਲਸ ਨੂੰ ਹੀ ਕੰਟੈਕਟ ਕੀਤਾ, ਗੁਰਦੁਆਰਿਆਂ ਨੂੰ ਛੱਡ ਕੇ ਸਕੂਲਾਂ ਨੂੰ ਕੰਟੈਕਟ ਕਰਕੇ ਉਹਨਾਂ ਵਿੱਚ ਵੈਲਿਊ ਸਿਸਟਮ ਦੇ ਉੱਤੇ ਤੇ ਗੁਰਬਾਣੀ ਦੇ ਉੱਤੇ what we learn from ਗੁਰਬਾਣੀ ਉਹਦੇ ਤੇ ਕੀਤਾ, and we got it almost something like 153 students from 6th grade to 12th grade, ਔਰ ਅਸੀਂ ਇਸ ਸਾਲ ਫਿਰ ਉਸੇ ਨੂੰ ਕੰਟੀਨਿਊ ਕਰਦੇ ਪਏ ਹਾਂ ਵੈਲਿਊ ਸਿਸਟਮ ਵਿੱਚ, ਐਂਡ ਪਿਛਲੀ ਵਾਰੀ 9 ਸਕੂਲ ਸੀ, ਐਤਕੀ we have increased to 31 schools, ਜਿਨ੍ਹਾਂ ਉਹ 22 ਸਕੂਲ ਉਹ ਹੈ ਜਿੱਥੇ ਪੰਜਾਬੀ ਪੜ੍ਹਾਈ ਜਾਂਦੀ ਹੈ, ਜਾਂ ਜਿੱਥੇ ਸਾਡੇ ਸਿੱਖ ਮੈਜੋਰਿਟੀ ਦੇ ਕੁਝ ਮਤਲਬ ਸਿੱਖ ਸਟੂਡੈਂਟਸ ਕਾਫੀ ਹੈਗੇ ਆ, ਸੋ ਵੀ ਹੈਵ ਸਿਲੈਕਟਡ ਇਟ। ਸੋ ਉਸ ਤਰੀਕੇ ਨਾਲ ਜੇ ਗੁਰਦੁਆਰੇ ਨਹੀਂ ਵੀ ਕੰਮ ਕਰ ਰਹੇ ਤਾਂ ਅਸੀਂ ਵੀ ਆਰ ਟਰਾਈਂਗ ਕਿ ਅਸੀਂ ਕਿਸੇ ਹੋਰ ਤਰੀਕੇ ਨਾਲ ਅਸੀਂ ਕੁਝ ਆਲਟਰਨੇਟਿਵ ਸੋਚ ਕੇ ਤੇ ਕਰਨ ਦੀ ਕੋਸ਼ਿਸ਼ ਕਰੀਏ। ਦੈਟ ਇਜ਼ ਵਾਟ ਵੀ ਆਰ ਡੂਇੰਗ ਇਟ। ਇਹ ਮੈਂ ਆਪਣਾ ਐਕਸਪੀਰੀਅੰਸ ਦੱਸ ਰਿਹਾ ਕਿ ਦੈਟ ਇਜ਼ ਦੀ ਵੇ ਵੀ ਡਿਡ ਇਟ। ਸੋ just that is just an supplementary. Hanji, anybody else who wants to say something? We have Jarlail Singh from Australia. I'd like to hear his views too, please. Acha ji, Dil Singh ji, je Australia to hege to please, I would definitely like to hear him also. ਨਹੀਂ, ਰਵਿੰਦਰੀ ਭੈਣ ਜੀ ਹੈਗੇ, ਉਹਨਾਂ ਨੂੰ ਵੀ ਸੁਣ ਲਈਏ। ਹਾਂਜੀ, ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ, ਜਰਨੈਲ ਸਿੰਘ ਜੀ, ਵੈਲਕਮ ਜੀ। ਮੈਂ ਇੱਕ ਗੱਲ ਕਹਿਣੀ ਚਾਹਾਂਗਾ ਜੀ, ਆਪਾਂ ਇਹ ਸ਼ਹੀਦੀ ਜਾਂ ਇਤਿਹਾਸ ਬਾਰੇ ਗੱਲ ਕਰ ਰਹੇ ਹਾਂ। ਸਾਡਾ ਦੋ ਗੱਲਾਂ ਹੈ ਜੀ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਸਾਨੂੰ ਸਾਡੇ ਇਤਿਹਾਸ ਵਿੱਚ ਜਿਹੜਾ ਰਲਗੱਡ ਹੋਇਆ ਉਹਨੂੰ ਸਾਫ਼ ਕਰਨਾ ਚਾਹੀਦਾ। ਅਗਰ ਅਸੀਂ ਜਿਸ ਤਰ੍ਹਾਂ ਦਾ ਹੁਣ ਇਤਿਹਾਸ ਹੈ ਉਹੀ ਅੱਗੇ ਕਨਵੇ ਕਰਨਾ ਤਾਂ ਉਹਦਾ ਕੋਈ ਫਾਇਦਾ ਨਹੀਂ। ਸਾਡੇ ਹੁਣ ਦੇ ਇਤਿਹਾਸ ਵਿੱਚ ਜੋ ਵੀ ਅਸੀਂ ਸੁਣਦੇ ਹਾਂ, ਗੁਰਦੁਆਰਿਆਂ 'ਚ ਬਚਪਨ ਤੋਂ ਸੁਣਦੇ ਆ ਰਹੇ ਹਾਂ, ਉਹਦੇ 'ਚ ਇਹੀ ਸੀ ਵੀ ਕਰਾਮਾਤਾਂ ਦਾ ਭਰਮਾਰ ਹੈ। ਤੇ ਬਾਕੀ ਇਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਵੀ ਕਿਹੜੇ ਕਿਹੜੇ ਰੋਲ ਨੇ, ਕਿਹੜੇ ਕਿਹੜੇ ਬੰਦੇ ਨੇ ਕੀ ਰੋਲ ਅਦਾ ਕੀਤਾ, ਉਹਦੇ ਬਾਰੇ ਵੀ ਇਤਿਹਾਸਕ ਪੱਖ ਤੋਂ ਸਾਨੂੰ ਪੂਰੀ ਛਾਣਬੀਣ ਕਰਨੀ ਚਾਹੀਦੀ ਹੈ। ਤੇ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਸਾਨੂੰ ਗੁਰਦੁਆਰਿਆਂ 'ਚ ਸਿਰਫ ਪੰਜਾਬੀ 'ਚ ਨਹੀਂ ਪ੍ਰਚਾਰ ਕਰਨਾ ਚਾਹੀਦਾ। ਅਗਰ ਅਸੀਂ ਓਵਰਸੀਜ਼ ਹਾਂ ਤਾਂ ਪੰਜਾਬੀ 'ਚ ਜਿਹੜਾ ਪ੍ਰਚਾਰ ਕਰਦੇ ਹਾਂ ਉਹਦਾ ਸਾਨੂੰ ਕੋਈ ਫਾਇਦਾ ਨਹੀਂ। ਉਹ ਸਾਨੂੰ ਅੰਗਰੇਜ਼ੀ ਵਿੱਚ ਲੱਭਣੇ ਚਾਹੀਦੇ ਬੰਦੇ ਜਿਹੜੇ ਅੰਗਰੇਜ਼ੀ 'ਚ ਪ੍ਰਚਾਰ ਕਰਨ। ਬਸ ਮੈਂ ਤਾਂ ਇੰਨੀ ਕੁ ਗੱਲ ਕਹਿਣਾ ਚਾਹਾਂਗਾ। ਧੰਨਵਾਦ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ, ਐਨੀਬਡੀ ਐਲਸ? ਵਿੰਦਰੀ ਭੈਣ ਜੀ, ਤੁਸੀਂ ਕੁਝ ਕਹੋਗੇ? Especially how to make children emotionally strong and courage ਕਿੱਦਾਂ ਵੇ?
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਹਾਂਜੀ। To the children, what I would like to say, someone has spoken that we should speak in the language of the children. That's very, very important. ਅਸੀਂ ਜਦੋਂ ਹੁਣ ਗੁਰਦੁਆਰੇ ਵਿੱਚ ਐਂਟਰ ਕੀਤਾ ਹੈ, ਅਸੀਂ ਪਰਮਿਸ਼ਨ ਲਿੱਤੀ ਸੀ ਕਿ ਬਈ ਅਸੀਂ we will speak in English so that we can give the message of the ਗੁਰਬਾਣੀ to them. ਅੱਜ ਸ਼ਹਾਦਤ ਮਨਾਈ ਜਾ ਰਹੀ ਹੈ ਬੱਚਿਆਂ ਦੀ। What is the lesson behind it? First thing, spirituality can be attained at any age. Let it be old age or let it be the children. ਬੱਚੇ ਹੋਣ ਜਾਂ ਬਜ਼ੁਰਗ ਹੋਣ। ਅੱਜ ਕੱਲ ਬੱਚੇ ਕਹਿੰਦੇ ਨੇ ਜੀ ਵੱਡੇ ਹੋ ਜਾਵਾਂਗੇ ਤਦ ਅਸੀਂ ਕਰਾਂਗੇ। ਪਰ ਛੋਟੇ ਸਾਹਿਬਜ਼ਾਦਿਆਂ ਨੇ ਇਹ ਦੱਸ ਦਿੱਤਾ ਹੈ ਕਿ this can be attained at the small ages of 5 years also. तो किया जाता है कि अगर शहादत हुई है, what did they do? What was the lesson? इन्होंने अपना आपा वार दिता। बेशक वो छोटे साहबजादे सन, गुरु तेग बहादुर साहब सन, इन्होंने सारा अपना अपना आपा वार दिता सी। That means आपा the means अपनी ईगो वार दिती। उन्होंने अपनी ईगो वारी। अजकल दे बच्चों के अंदर इतनी ईगो हैगी, इतनी डोमिनेट हो चुकी हैगी that they are not able to eradicate the egoism. हौमे नू त्याग नहीं सक रहे। बट ਅਸੀਂ दूसरे पासे टुर पे कि शहादत हो रही है ते इस करके हुण पूरा महीने दे विच कोई खुशी नहीं मनानी, किसी ने सारियां ने अपने जमीनां ते सोना हैगा। This is, I'm very sorry to say, may hurt someone's feeling, but this is all Karam Khan. Guru Sahib does not accept, Gurmat does not accept this. ਅਸੀਂ ਲੋਕਾਂ ਨੇ ਕੀ ਕਰਨਾ ਸੀ, ਅਸੀਂ ਇਥੋਂ ਇੱਕ ਲੈਸਨ ਲੈਣਾ ਸੀ ਕਿ ਅਸੀਂ ਬੱਚਿਆਂ ਨੂੰ ਡਰਿਲ ਕਰਨਾ ਹੈ, ਕਿਉਂਕਿ ਹਉਮੈ ਦੀਰਘ ਰੋਗ ਹੈ ਜਿੱਦੇ ਵਿੱਚ ਅਸੀਂ ਲੋਕਾਂ ਨੇ ਆਪਣੇ ਅੰਦਰ ਦੀ ਈਗੋ ਨੂੰ ਅਸੀਂ ਖਤਮ ਕਰਨਾ ਸੀ। ਐਂਡ ਈਗੋ ਇਜ਼ ਨਾਟ ਓਨਲੀ ਫਰੋਮ देयर, ਥਰੂ ਆਊਟ ਲਾਈਫ ਵੀ ਆਰ ਫਾਈਟਿੰਗ ਅਗੇਂਸਟ ਦ ਈਗੋਇਜ਼ਮ। ਅੱਜ ਜਿਹੜੀ ਵੀ ਲੜਾਈ ਪੋਲਿਟਿਕਸ ਵਿੱਚ ਹੋ ਰਹੀ ਹੈ, ਇਟ ਇਜ਼ ਬਿਕੋਜ਼ ਆਫ ਦ ਈਗੋਇਜ਼ਮ। ਤੋ ਅੱਜ ਅਸੀਂ ਇਹ ਜਿਹੜਾ ਮਹੀਨਾ ਹੈਗਾ ਵੇ, ਅਸੀਂ ਪੁੱਠੇ ਰਸਤੇ ਟੁੱਲ ਪਏ ਹਾਂ। So I think that we should actually take a lesson, our mission, what Guru Sahib is actually giving us. Every Guru had a mission. 10 Guru ਆਏ ਸਨ, ਉਹਨਾਂ ਦੇ ਹਰ ਗੁਰੂ ਦੇ ਮਿਸ਼ਨ ਸਨ, ਸਾਹਿਬਜ਼ਾਦਿਆਂ ਦੇ ਵੀ ਮਿਸ਼ਨ ਸੀ। ਅਸੀਂ ਮਿਸ਼ਨਸ ਭੁੱਲ ਕੇ ਅਸੀਂ ਕਰਮ ਕਾਂਡਾਂ ਵਿੱਚ ਫਸ ਗਏ। So I think we should enter into the Gurdwara with a different language where we can enter into the children. ਅਸੀਂ ਉਹਨਾਂ ਤੱਕ ਮੈਸੇਜ ਉਹਨਾਂ ਦੀ ਲੈਂਗੁਏਜ ਵਿੱਚ ਦੇ ਸਕੀਏ। Recently, when I entered into a Gurdwara and I told them I will have some certain changes in the Gurdwara, so they said, no, do not start from our Gurdwara, क्योंकि सानू बड़े लोग वड्डे जरे अगे ना बंदे पले ओ सानू मारनगे। I said, there has to be a start. कितने ने कितों से शुरू ते करना ही पड़ेगा ना। तो said, not from us. Let us start from another Gurdwara. So no one wants to, कहते ना, they don't want to bell the cat. No one wants to bell the cat. So, but I think, yes, we need the guts to get into it. And I'm sure we will, because people are started understanding we can touch the children's heart. Go through all the schools and colleges of the Sikh. Get into the Gurdwaras. Agar we totally get together, I'm sure we can succeed. Hanji, Vaheguru Ji ka Khalsa, Vaheguru Ji ki Fateh. Thank you very much ji. Anybody else ji? Or we come to an end? ਮੇਰੇ ਖਿਆਲ ਸਾਡੇ ਕੋਲ ਕੋਈ ਨਹੀਂ। I thank everybody, ਸਾਰਿਆਂ ਨੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ। ਹੁਣ ਮੈਂ ਭੈਣ ਮਨਦੀਪ ਕੌਰ ਜੀ ਨੂੰ ਕਹਾਂਗਾ, ਗਲੋਬਲ ਸਿੱਖ ਕਾਉਂਸਲ ਵੱਲੋਂ ਸਾਰਿਆਂ ਦਾ ਥੈਂਕਸ ਤੇ ਸਾਰੀ ਓਵਰਆਲ ਕਰਨ ਜੀ। ਥੈਂਕ ਯੂ। ਮਨਦੀਪ ਕੌਰ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਨੇ ਆਪਣੇ ਆਪਣੇ ਵਿਚਾਰ ਜਿਹੜੇ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਰੱਖੇ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਜੋ ਵੀ ਵਿਚਾਰ ਸਾਡੇ ਸਾਹਮਣੇ ਆਏ ਨੇ ਵੈਬੀਨਾਰ ਕਰਾਉਣ ਤੋਂ ਬਾਅਦ, ਉਹਨਾਂ ਵਿਚਾਰਾਂ ਨੂੰ ਇੱਕ ਸਮਰੀ ਰੂਪ 'ਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਸਾਡੇ ਭੈਣ ਰਮਨੀਤ ਕੌਰ ਜੀ, ਉਹਨਾਂ ਨੇ ਸਿੱਖ ਹਿਸਟਰੀ ਦੀ ਗੱਲ ਕੀਤੀ ਹੈ, ਸੈਕਰੀਫਾਈਸ ਦੀ ਗੱਲ ਕੀਤੀ, ਔਰ ਇਹ ਵੀ ਗੱਲ ਆਖੀ ਹੈ ਕਿ ਯੂਨੀਵਰਸਿਟੀਜ਼ ਦੇ ਵਿੱਚ ਜਿਹੜੀ ਹੈ ਡਿਸਕਸ਼ਨ ਹੋਣੀਆਂ ਚਾਹੀਦੀਆਂ ਨੇ। ਪਰ ਨਾਲ ਹੀ ਭੈਣ ਜੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਟ੍ਰੇਨਿੰਗ ਇਸ ਤਰ੍ਹਾਂ ਦੀ ਹੋਵੇ ਜਿਹਦੇ ਨਾਲ ਸਾਡਾ ਮਾਈਂਡ ਸਟਰੋਂਗ ਹੋਵੇ, ਤੇ ਟ੍ਰੇਨਿੰਗ ਜਿਹੜੀ ਆ ਉਹ ਸਾਨੂੰ ਗੁਰਬਾਣੀ ਤੋਂ ਮਿਲਣੀ ਹੈ। ਭੈਣ ਜੀ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਇਹ ਵਿਚਾਰ ਜਿਹੜੇ ਨੇ ਦਿੱਤੇ ਨੇ।
ਭੈਣ ਜੀ ਤੋਂ ਬਾਅਦ ਸਾਡੇ ਕੋਲ ਸਾਡੇ ਵੀਰ ਡਾਕਟਰ ਜਸਵੰਤ ਸਿੰਘ ਜੀ ਨੇ ਬਹੁਤ ਵਧੀਆ ਜਿਹੜੀਆਂ ਉਹਨਾਂ ਨੇ ਵਿਚਾਰ ਰੱਖੇ ਨੇ। ਇਹ ਗੱਲ ਵੀ ਆਖੀ ਹੈ ਵੀ ਗੁਰਦੁਆਰਿਆਂ ਦੇ ਵਿੱਚ ਜਿੱਥੇ ਅਸੀਂ ਬੱਚਿਆਂ ਨੂੰ ਲੈ ਕੇ ਆਈਏ, ਉੱਥੇ ਨਾਲ ਹੀ ਇਹਨਾਂ ਦਿਨਾਂ ਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚ ਸਹਿਜ ਪਾਠ ਜਿਹੜੇ ਨੇ ਉਹ ਆਰੰਭ ਰੱਖੀਏ, ਤੇ ਇਹਨਾਂ ਸਹਿਜ ਪਾਠਾਂ ਦੀ ਜਿਹੜੀ ਸੰਪੂਰਨਤਾ ਹੈਗੀ ਆ ਉਹ ਗੁਰਦੁਆਰੇ ਦੇ ਵਿੱਚ ਆ ਕੇ ਕਰੀਏ, ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ। ਜਿੱਥੇ ਵੀਰ ਜੀ ਨੇ ਇਹ ਗੱਲ ਆਖੀ, ਉੱਥੇ ਨਾਲ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦੀ ਗੱਲ ਜਿਹੜੀ ਆ ਉਹ ਵੀ ਵੀਰ ਜੀ ਨੇ ਕਹੀ ਹੈ। ਤੇ ਆਖਰ ਤੇ ਵੀਰ ਜੀ ਨੇ ਬੜੀ ਵਧੀਆ ਗੱਲ ਆਖੀ ਕਿ ਜਿਹੜੇ ਅਸੀਂ ਇੰਡੀਆ ਤੋਂ ਰਾਗੀ ਸਿਸਟਮ ਜਿਹੜਾ ਅਸੀਂ ਇੰਪੋਰਟ ਕਰਦੇ ਹਾਂ, ਉਹਨੂੰ ਨਾ ਇੰਪੋਰਟ ਕਰਕੇ ਜੇ ਅਸੀਂ ਆਪਣੇ ਬੱਚਿਆਂ ਦੇ ਕੋਲੋਂ ਹੀ ਆਪ ਅਸੀਂ ਸਾਰੇ ਪਰਿਵਾਰ ਮਿਲ ਕੇ ਜਿਹੜਾ ਵਾ ਇਹ ਵਾਲਾ ਕਾਰਜ ਕਰੀਏ, ਤਾਂ ਫਿਰ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਜਿਹੜੀ ਆਪਣੀ ਹਿਸਟਰੀ ਦੇ ਨਾਲ ਆਪਣੇ ਬੱਚਿਆਂ ਨੂੰ ਜ਼ਿਆਦਾ ਜੋੜ ਸਕਦੇ ਹਾਂ। ਔਰ ਵੀਰ ਜੀ ਨੇ ਹਿਸਟਰੀ ਰਿਲੇਟਡ ਜਿਹੜੀਆਂ ਕਵਿਤਾਵਾਂ ਤੇ ਸਪੀਚ ਜਿਹੜੀ ਬੱਚਿਆਂ ਦੇ ਕੋਲੋਂ ਕਰਾਉਣ ਦੀ ਗੱਲ ਆ ਉਹ ਵੀ ਆਖੀ ਹੈ, ਜਿਹੜੀ ਕਿ ਬੜੀ ਲਾਜ਼ਮੀ ਔਰ ਹੋਣੀ ਚਾਹੀਦੀ ਹੈ। ਪਰਮਪਾਲ ਸਿੰਘ ਵੀਰ ਜੀ ਨੇ ਆਖਿਆ, ਉਹਨਾਂ ਨੇ ਕਿਹਾ ਜਿਹੜਾ ਮਿਸ਼ਨ ਸੀ ਏਕ ਪਿਤਾ ਏਕਸ ਕੇ ਹਮਬਾਰਕ, ਇਸ ਮਿਸ਼ਨ ਦੇ ਉੱਤੇ ਜੇ ਗੁਰੂ ਸਾਹਿਬਾਨ ਚੱਲੇ ਸੀ, ਸਾਹਿਬਜ਼ਾਦੇ ਚੱਲੇ ਸੀ, ਭਗਤ ਸਾਹਿਬਾਨ ਚੱਲੇ ਸੀ, ਤਾਂ ਸਾਨੂੰ ਵੀ ਇਸ ਮਿਸ਼ਨ ਨੂੰ ਅੱਗੇ ਲੈ ਕੇ ਚੱਲਣਾ ਚਾਹੀਦਾ ਹੈ। ਫਿਰ ਅਸੀਂ ਗੱਲ ਕਰਦੇ ਸਾਡੇ ਵੀਰ ਡਾਕਟਰ ਕਾਲਾ ਸਿੰਘ ਜੀ ਦੀ, ਜਿਹੜੇ ਇੱਕ ਸਵਾਲ ਛੱਡ ਕੇ ਗਏ ਨੇ ਸਾਡੇ ਵਾਸਤੇ। ਉਹਨਾਂ ਨੇ ਇਹ ਸਵਾਲ ਛੱਡਿਆ ਕਿ ਕੀ ਸਾਨੂੰ ਇਹ ਦਿਨ ਸੋਗਮਈ ਮਨਾਉਣੇ ਚਾਹੀਦੇ ਨੇ ਜਿਵੇਂ ਅਸੀਂ ਮਨਾਉਂਦੇ ਹਾਂ? ਜੇ ਸੋਗਮਈ ਮਨਾਉਣੇ ਚਾਹੀਦੇ ਨੇ ਤਾਂ ਫਿਰ ਗੁਰਬਾਣੀ ਦਾ ਫਰਮਾਨ, ਇੱਕ ਪਾਸੇ ਅਸੀਂ ਕਹਿੰਦੇ ਗੁਰਬਾਣੀ ਦੇ ਫਰਮਾਨ ਤੇ ਪਹਿਰਾ ਦੇਣਾ ਚਾਹੀਦਾ, ਫਿਰ ਗੁਰਬਾਣੀ ਦਾ ਫਰਮਾਨ ਤੇਰਾ ਕੀਆ ਮਿੱਠਾ ਲਾਗੇ ਨੂੰ ਅਸੀਂ ਕਿੱਥੇ ਰੱਖਾਂਗੇ? ਇਸ ਚੀਜ਼ ਨੂੰ ਫਿਰ ਅਸੀਂ ਕਿੱਥੇ ਰੱਖਾਂਗੇ ਜੇ ਅਸੀਂ ਇਹ ਦਿਨ ਸੋਗਮਈ ਮਨਾਉਂਦੇ ਹਾਂ? ਸਗੋਂ ਇਹਨਾਂ ਦਿਨਾਂ ਨੂੰ ਵੀਰ ਜੀ ਨੇ ਆਖਿਆ ਕਿ ਇਹੋ ਜਿਹੇ ਹੌਸਲੇ ਦੇ ਨਾਲ ਮਨਾਉਣਾ ਚਾਹੀਦਾ ਤਾਂ ਕਿ ਅਸੀਂ ਦੁਨੀਆ ਨੂੰ ਸਿੱਖਿਆ ਦੇ ਸਕੀਏ। ਤੇ ਨਾਲ ਹੀ ਜੇ ਸਮਾਜਿਕ ਤੌਰ ਤੇ ਅਸੀਂ ਕ੍ਰਿਸਮਸ ਵੀ ਮਨਾਉਂਦੇ ਹਾਂ, ਉਹਦੇ 'ਚ ਕੋਈ ਹਰਜ ਨਹੀਂ ਹੈ, ਪਰ ਕ੍ਰਿਸਮਸ ਮਨਾਉਣ ਦੇ ਨਾਲ ਅਸੀਂ ਆਪਣਾ ਇਤਿਹਾਸ ਜਿਹੜਾ ਹੈ ਉਹ ਵੀ ਦੱਸੀਏ, ਪੈਂਫਲੇਟ ਜਿਹੜੇ ਨੇ ਉਹ ਵੀ ਵੰਡੀਏ। ਵੀਰ ਜੀ ਤੁਹਾਡਾ ਬਹੁਤ ਧੰਨਵਾਦ, ਜਿਹੜਾ ਤੁਸੀਂ ਇਸ ਗੱਲ ਦਾ ਹੁਲਾਰਾ ਸਾਰਿਆਂ ਨਾਲੋਂ ਹਟ ਕੇ ਦਿੱਤਾ ਹੈ ਵੀ ਕਿਵੇਂ ਅਸੀਂ ਇਹਨਾਂ ਦਿਨਾਂ ਨੂੰ ਜਿਹੜਾ ਸਾਨੂੰ ਮਨਾਉਣਾ ਚਾਹੀਦਾ ਹੈ। ਸਾਡੇ ਡਾਕਟਰ ਕਾਬਲ ਸਿੰਘ ਵੀਰ ਜੀ ਨੇ ਇਹ ਗੱਲ ਆਖੀ ਕਿ ਜਿਹੜੇ ਗੁਰਦੁਆਰੇ ਨੇ ਉਹ ਗੁਰਮਤ ਦੀ ਪਾਠਸ਼ਾਲਾ ਹੋਣੇ ਚਾਹੀਦੇ ਨੇ। ਬਿਲਕੁਲ ਸਹੀ ਗੱਲ ਆ, ਗੁਰਦੁਆਰੇ ਗੁਰਮਤ ਦੀ ਪਾਠਸ਼ਾਲਾ ਹੋਣੇ ਚਾਹੀਦੇ ਨੇ। ਅੱਜ ਅਸੀਂ ਗੁਰਦੁਆਰਿਆਂ 'ਚ ਜਾ ਕੇ ਕੀਰਤਨ ਵੀ ਸੁਣਦੇ ਹਾਂ, ਕਥਾ ਵਿਚਾਰਾਂ ਵੀ ਸੁਣਾਉਂਦੇ ਹਾਂ, ਪਰ ਜੋ ਅਸੀਂ ਉੱਥੋਂ ਸਿੱਖਣ ਜਾਂਦੇ ਹਾਂ ਉਹ ਸਿੱਖਣ ਨੂੰ ਮਿਲਦਾ ਨਹੀਂ। ਔਰ ਸੈਮੀਨਾਰ ਹੋਣੇ ਚਾਹੀਦੇ। ਔਰ ਇਹ ਵੀ ਗੱਲ ਵੀਰ ਜੀ ਨੇ ਆਖੀ ਕੋਈ ਅਜਿਹਾ ਸਿੰਬਲ, ਮੈਨੂੰ ਨਹੀਂ ਪਤਾ ਸੀ ਵੀਰ ਜੀ ਤੁਹਾਡੇ ਕੋਲੋਂ ਮੈਂ ਇਹ ਗੱਲ ਸੁਣੀ ਹੈ ਕਿ ਕੋਈ ਇਸ ਤਰ੍ਹਾਂ ਦਾ ਸਿੰਬਲ ਜਿਹੜਾ ਹੋ ਕੇ ਲੈ ਕੇ ਸਾਨੂੰ ਨਾਲ ਚੱਲਣਾ ਚਾਹੀਦਾ ਹੈ, ਜਿਹਦੇ ਨਾਲ ਸਾਨੂੰ ਅਗਲਾ ਬੰਦਾ ਖੁਦ ਪੁੱਛੇ ਕਿ ਤੁਸੀਂ ਇਹ ਜਿਹੜਾ ਸਿੰਬਲ ਆ ਨਾਲ ਲੈ ਕੇ ਚੱਲ ਰਹੇ ਹੋ, ਇਹਦਾ ਕੀ ਮਤਲਬ ਆ। ਬਹੁਤ ਧੰਨਵਾਦ ਤੁਹਾਡਾ ਇਹ ਵਾਲੀ ਇਨਪੁਟਸ ਪਾਉਣ ਵਾਸਤੇ। ਜਸਮੀਤ ਸਿੰਘ ਵੀਰ ਜੀ ਨੇ ਅੱਜ ਦੇ ਬੱਚਿਆਂ ਦੀ ਅਵੇਅਰਨੈਸ ਦੀ ਗੱਲ ਕੀਤੀ ਕਿ ਬੱਚਿਆਂ ਦੇ ਵਿੱਚ ਅਵੇਅਰਨੈਸ ਹੀ ਨਹੀਂ ਹੈਗੀ, ਤਾਂ ਫਿਰ ਇਹਨਾਂ ਦਿਨਾਂ ਦਾ ਜਿਹੜਾ ਪਤਾ ਕਿੱਥੋਂ ਲੱਗੇ। ਔਰ ਕੁਐਸਚਨ ਆਨਸਰ ਸੈਮੀਨਾਰ ਜਿਹੜੇ ਨੇ ਉਹ ਗੁਰਦੁਆਰਿਆਂ ਦੇ ਵਿੱਚ, ਕਾਲਜ ਸਕੂਲਸ ਦੇ ਵਿੱਚ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ। ਡਾਕਟਰ ਜਗਜੀਤ ਸਿੰਘ ਵੀਰ ਜੀ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਾਨੂੰ ਚਾਰਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਵੇ ਭਾਵੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਵੇ, ਉਹਨਾਂ ਦੇ ਵਿੱਚ ਹਰ ਰੋਲ ਨੂੰ ਸਮਝਣ ਦੀ ਗੱਲ ਕਹੀ ਆ ਕਿ ਜਿਹੜਾ ਹਰ ਰੋਲ ਆ, ਈਵਨ ਇੱਥੋਂ ਤੱਕ ਵੀਰ ਜੀ ਨੇ ਆਖਿਆ ਕਿ ਭਾਵੇਂ ਗੰਗੂ ਦਾ ਰੋਲ ਆ, ਸਾਨੂੰ ਉਸ ਰੋਲ ਨੂੰ ਵੀ ਸਮਝਣਾ ਚਾਹੀਦਾ ਵੀ ਕਿਤੇ ਇਹ ਤੇ ਨਹੀਂ ਕਿ ਅਸੀਂ ਨੈਗੇਟਿਵਿਟੀ ਵੱਲ ਜਾ ਰਹੇ ਹਾਂ। ਔਰ ਜਿਹੜੀ ਗੱਲ ਵੀਰ ਜੀ ਨੇ ਬੜਾ ਜ਼ੋਰ ਦੇ ਕੇ ਆਖੀ ਹੈ ਕਿ ਜਿਹੜਾ ਪਿਛਲੇ ਸਾਲ ਐਲਾਨ ਹੋਇਆ ਸੀ ਕਿ ਇਸ ਦਿਨ ਨੂੰ ਬਾਲ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਣਾ ਚਾਹੀਦਾ ਹੈ, ਮੈਂ ਵੀ ਇਸ ਗੱਲ ਨਾਲ ਐਗਰੀ ਨਹੀਂ ਕਰਦੀ। ਬਿਲਕੁਲ ਨਹੀਂ ਮਨਾਇਆ ਜਾਣਾ ਚਾਹੀਦਾ, ਕਿਉਂਕਿ ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਵੀ ਇਹ ਅਸੀਂ ਬਾਬਾ ਕਰਕੇ ਬੋਲਦੇ ਹਾਂ। ਜੋ ਵੀਰ ਜੀ ਨੇ ਦੱਸਿਆ ਹੈ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਤੇ ਅਸੀਂ ਉਹਨਾਂ ਨੂੰ ਬਾਲ ਦੇ ਨਾਲ ਲਾ ਕੇ ਇਹ ਇੱਕ ਪੋਲੀਟੀਕਲ ਸਟੰਟ ਤੇ ਹੋ ਸਕਦਾ ਹੈ, ਇਹ ਪੋਲੀਟੀਕਲ ਗੱਲ ਤਾਂ ਹੋ ਸਕਦੀ ਆ, ਪਰ ਇਹਨੂੰ ਇਸ ਗੱਲ ਨੂੰ ਅਸੀਂ ਪੋਲੀਟੀਕਲ ਰੰਗ ਜਿਹੜਾ ਉਹ ਨਾ ਦਈਏ। ਤੇ ਇਹ ਗੱਲ ਜਿਹੜੀ ਆਖੀ ਵੀਰ ਜੀ ਨੇ ਕਿ ਅੱਜ ਗੁਰਬਾਣੀ ਨਾਲੋਂ ਅਸੀਂ ਟੁੱਟ ਗਏ ਆ, ਤਾਂ ਕਰਕੇ ਸਾਡੇ 'ਚ ਕਰਜ਼ ਨਹੀਂ ਰਿਹਾ, ਤਾਂ ਕਰਕੇ ਜਿਹੜੀ ਹਿੰਮਤ ਆ ਉਹ ਕਿਤੇ ਗਵਾਚ ਗਈ ਆ, ਕਿਉਂਕਿ ਗੁਰਬਾਣੀ ਨੂੰ ਅਸੀਂ ਸਮਝ ਕੇ ਪੜ੍ਹਦੇ ਹੀ ਨਹੀਂ। ਸਾਡੇ ਸਤਿਕਾਰਯੋਗ ਵੀਰ ਸਰਦਾਰ ਗੁਲਬਰਗ ਸਿੰਘ ਬੱਸੀ ਜੀ ਨੇ ਘਰ ਦੇ ਮਾਹੌਲ ਦੀ ਗੱਲ ਕੀਤੀ ਹੈ ਕਿ ਅੱਜ ਕੱਲ੍ਹ ਜਿਹੜਾ ਮਾਹੌਲ ਆ ਇਹ ਕਿਸ ਤਰ੍ਹਾਂ ਦਾ ਹੈ। ਅਸੀਂ ਵੀਰ ਜੀ ਨੇ ਇਹ ਗੱਲ ਆਖੀ ਕਿ ਅਸੀਂ ਘਰ ਤੋਂ ਸ਼ੁਰੂ ਕਰੀਏ, ਬਜਾਏ ਅਸੀਂ ਗੁਰਦੁਆਰਿਆਂ ਦੇ ਉੱਤੇ ਗੱਲ ਕਰ ਰਹੇ ਹਾਂ ਵੀ ਗੁਰਦੁਆਰਿਆਂ 'ਚ ਇਸ ਤਰ੍ਹਾਂ ਹੋਵੇ, ਇਸ ਤਰ੍ਹਾਂ ਹੋਵੇ। ਉਹ ਤਾਂ ਹੋਵੇ ਹੀ ਹੋਵੇ, ਹੋਣਾ ਹੀ ਚਾਹੀਦਾ, ਪਰ ਅਸੀਂ ਸਭ ਤੋਂ ਪਹਿਲਾਂ ਆਪਣੇ ਘਰਾਂ ਤੋਂ ਸ਼ੁਰੂਆਤ ਕਰੀਏ, ਘਰਾਂ ਤੋਂ ਸ਼ੁਰੂਆਤ ਕਰਕੇ ਆਪਣੇ ਬੱਚਿਆਂ ਨੂੰ ਦੱਸੀਏ। ਤੇ ਕ੍ਰਿਸਮਸ ਦੇ ਜਿੱਥੇ ਸਾਡੇ ਬੱਚੇ ਕ੍ਰਿਸਮਸ ਮਨਾਉਂਦੇ ਆ, ਉੱਥੇ ਨਾਲ ਅਸੀਂ ਉਹਨਾਂ ਨੂੰ ਇਹਨਾਂ ਦਿਨਾਂ ਬਾਰੇ, ਇਹਨਾਂ ਦਿਹਾੜਿਆਂ ਬਾਰੇ ਵੀ ਦੱਸੀਏ। ਤੇ ਕੋਈ ਇਸ ਤਰ੍ਹਾਂ ਦੀ ਮੂਵੀ, ਜ਼ਰੂਰੀ ਨਹੀਂ ਕਿ ਚਾਰ ਸਾਹਿਬਜ਼ਾਦੇ ਮੂਵੀ ਉਹੀ ਹੋਵੇ,
ਕਿਉਂਕਿ ਸਾਡਾ ਇਹਨਾਂ ਦੇ ਨਾਲ ਸਾਨੂੰ ਅੱਜ ਮੂਵੀਆਂ ਦਿਖਾ ਕੇ ਇਸ ਤਰ੍ਹਾਂ ਦੀਆਂ ਇਸ ਇਧਰਲੇ ਪਾਸੇ ਲਾਉਣ ਦੀ ਲੋੜ ਨਹੀਂ। ਮੂਵੀ ਉਹ ਹੋਵੇ ਜਿਹੜੀ ਗੁਰਬਾਣੀ ਬੇਸਡ ਹੋਵੇ, ਜਿਹੜੀ ਗੁਰਬਾਣੀ ਦਾ ਮੈਸੇਜ ਦਿੰਦੀ ਹੋਵੇ, ਨਾ ਕਿ ਕੋਈ ਕਾਰਟੂਨ ਬੇਸਡ ਮੂਵੀ ਹੋਵੇ ਜਿਵੇਂ ਕਿ ਸਾਡੇ ਸਾਹਮਣੇ ਪਰੋਸੀਆਂ ਜਾ ਰਹੀਆਂ ਨੇ। ਕੋਈ ਇਸ ਤਰ੍ਹਾਂ ਦਾ ਮੈਸੇਜ ਹੋਵੇ, ਕਿਉਂਕਿ ਜਦੋਂ ਬੱਚੇ ਇਸ ਤਰ੍ਹਾਂ ਦਾ ਮੈਸੇਜ ਮੂਵੀ ਦਾ ਹੀ ਦੇਖਦੇ ਆ ਤਾਂ ਬੱਚਿਆਂ ਨੂੰ ਬੜੀ ਜਲਦੀ ਜਿਹੜੀ ਆ ਇਸ ਚੀਜ਼ ਦੀ ਸਮਝ ਆਉਂਦੀ ਹੈ। ਜਰਨੈਲ ਸਿੰਘ ਵੀਰ ਜੀ ਨੇ ਹਿਸਟਰੀ ਦੀ ਗੱਲ ਕੀਤੀ ਹੈ, ਜਿਹੜੀ ਸਾਡੀ ਹਿਸਟਰੀ ਅੱਜ ਰਲਗੜ ਹੋ ਗਈ ਹੈ। ਬਿਲਕੁਲ ਸਹੀ ਗੱਲ ਹੈ ਵੀਰ ਜੀ। ਅੱਜ ਜੇ ਅਸੀਂ ਵੇਖਣਾ ਹੋਵੇ ਤਾਂ ਸਾਡੀ ਹਿਸਟਰੀ 'ਚ ਇੰਨੀ ਕੁ ਜ਼ਿਆਦਾ ਮਿਲਾਵਟ ਹੋ ਗਈ ਆ ਕਿ ਸਾਨੂੰ ਲੱਭਣਾ ਪੈਂਦਾ ਵੀ ਇਹ ਗੱਲ ਸੱਚ ਆ ਜਾਂ ਇਹ ਗੱਲ ਸੱਚ ਆ, ਇਹ ਗੱਲ ਬਿਲਕੁਲ ਸਹੀ ਆ, ਜਾਂ ਤਾਂ ਇਸ ਤਰ੍ਹਾਂ ਦੇ ਹਿਸਟੋਰੀਅਨ ਹੋਣ ਜਿਹੜੇ ਹਿਸਟਰੀ ਦੀ ਛਾਣਬੀਨ ਕਰਕੇ ਸਾਨੂੰ ਦੱਸ ਦੇਣ, ਨਹੀਂ ਤਾਂ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਲਾ ਕੇ ਜੋ ਸਹੀ ਲੱਗਦਾ ਹੈ ਉਹਨੂੰ ਹੀ ਸਾਨੂੰ ਮੰਨਣਾ ਚਾਹੀਦਾ ਹੈ। ਤੇ ਪ੍ਰੀਚਰ ਇਹੋ ਜਿਹੇ ਲੱਭਣੇ ਚਾਹੀਦੇ ਨੇ ਜਿਹੜੇ ਇੰਗਲਿਸ਼ ਦੇ ਵਿੱਚ ਸਾਡੇ ਬੱਚਿਆਂ ਨੂੰ ਸਿਖਾ ਸਕਣ, ਕਿਉਂਕਿ ਕਿਤੇ ਨਾ ਕਿਤੇ ਅੱਜ ਸਾਡੇ ਬੱਚਿਆਂ ਨੂੰ ਪੂਰਾ ਪੰਜਾਬੀ ਦੀ ਸਮਝ ਨਹੀਂ ਲੱਗਦੀ। ਉਹ ਭਾਵੇਂ ਸਾਡੇ 'ਚ ਕਮੀ ਆ, ਘਾਟ ਆ, ਅਸੀਂ ਆਪਣੇ ਘਰਾਂ 'ਚ ਪੰਜਾਬੀ ਸਾਨੂੰ ਬੋਲਣੀ ਚਾਹੀਦੀ। ਮੈਂ ਇਸ ਗੱਲ ਤੇ ਬਹੁਤ ਜ਼ੋਰ ਦਿੰਦੀ ਹਾਂ। ਮੈਂ ਖੁਦ ਵੀ ਬੱਚਿਆਂ ਦੀਆਂ ਕਲਾਸਾਂ ਲਾਉਂਦੀ ਹਾਂ ਪੰਜਾਬੀ ਦੀਆਂ, ਪਰ ਜਿਹੜੇ ਬੱਚਿਆਂ ਨੂੰ ਨਹੀਂ ਆਉਂਦੀ ਅਸੀਂ ਉਹਨਾਂ ਨੂੰ ਵੀ ਨਾਲ ਜਿੱਥੇ ਪੰਜਾਬੀ ਸਿਖਾਈਏ ਉੱਥੇ ਨਾਲ ਅਸੀਂ ਪ੍ਰੀਚਰ ਵੀ ਇਹੋ ਜਿਹੇ ਲੱਭੀਏ ਕਿ ਉਹ ਬੱਚਿਆਂ ਨੂੰ ਸਮਝਾ ਸਕਣ ਜਿਹੜੀ ਲੈਂਗੁਏਜ ਬੱਚੇ ਸਮਝਦੇ ਆ। ਆਖਰ ਤੇ ਸਾਡੇ ਸਤਿਕਾਰਯੋਗ ਜਿਨ੍ਹਾਂ ਨੂੰ ਮੈਂ ਭੂਆ ਜੀ ਕਹਿੰਦੀ, ਸਾਡੇ ਬਿੰਦਰੀ ਭੂਆ ਜੀ, ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਉਹਨਾਂ ਨੇ ਆਖਿਆ ਕਿ ਏਜ ਦੀ ਕੋਈ ਬੰਦਿਸ਼ ਨਹੀਂ ਹੈਗੀ। ਇਹ ਅਸੀਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਜਿਹੜੀ ਗੱਲ ਆ ਇਹ ਅਸੀਂ ਸਿੱਖਦੇ ਹਾਂ। ਔਰ ਆਪਾ ਵਾਰਨ ਦੀ ਗੱਲ ਜਿੱਥੇ ਉਹਨਾਂ ਨੇ ਆਖੀ, ਉਹਨਾਂ ਨੇ ਕਿਹਾ ਆਪਾ ਵਾਰਨਾ ਸਿਰਫ ਆਪਣਾ ਸਰੀਰ ਖਤਮ ਕਰਨਾ ਨਹੀਂ, ਆਪਣੀ ਈਗੋ ਖਤਮ ਕਰਨ ਦੀ ਗੱਲ ਆ। ਜਿੰਨੀ ਦੇਰ ਤੱਕ ਅਸੀਂ ਆਪਣੀ ਈਗੋ ਖਤਮ ਨਹੀਂ ਕਰਦੇ ਉਨੀ ਦੇਰ ਤੱਕ ਗੱਲ ਜਿਹੜੀ ਅਸੀਂ ਗੁਰਬਾਣੀ ਨੂੰ ਵੀ ਸਮਝ ਨਹੀਂ ਸਕਦੇ। ਔਰ 10 ਪਾਤਸ਼ਾਹੀਆਂ ਦਾ ਮਿਸ਼ਨ ਜਿਹੜਾ ਹੈ ਉਹ ਉਹਨਾਂ ਨੇ ਯਾਦ ਰੱਖਣ ਦੀ ਗੱਲ ਜਿਹੜੀ ਕੀਤੀ ਹੈ। ਜੇ ਵੀਰ ਜਸਵੰਤ ਸਿੰਘ ਜੀ ਨੇ ਇੱਕ ਕਵਿਤਾ ਦੀ ਗੱਲ ਕੀਤੀ ਸੀ, ਕਿਉਂਕਿ ਸਾਡੇ ਕੋਲ ਟਾਈਮ ਹੈਗਾ ਹੈ, ਮੈਂ 2 ਮਿੰਟ ਤੁਹਾਡੇ ਸਾਰਿਆਂ ਦੇ ਲਵਾਂਗੀ, ਕਿਉਂਕਿ ਮੈਂ ਇਹ ਕਵਿਤਾ ਛੋਟੇ ਹੁੰਦੇ ਆਪ ਵੀ ਬੜੀ ਬੋਲਦੀ ਰਹੀ ਹਾਂ, ਮੈਂ ਬੱਚਿਆਂ ਨੂੰ ਵੀ ਸਿਖਾਉਂਦੀ ਹਾਂ। ਤੇ ਅੱਜ ਜਦੋਂ ਸਾਰੇ ਜਾਣੇ ਗੱਲ ਕਰਦੇ ਸੀ ਨਾ ਤੇ ਮੇਰੇ ਮਨ ਦੇ ਵਿੱਚ ਉਹ ਕਵਿਤਾ ਮੈਨੂੰ ਯਾਦ ਆ ਗਈ। ਸੋ ਜੇ ਤੁਹਾਡੇ ਸਾਰਿਆਂ ਦੀ ਇਜਾਜ਼ਤ ਹੋਵੇ ਤਾਂ ਮੈਂ ਉਹ ਕਵਿਤਾ ਇੱਥੇ ਸਾਂਝੀ ਕਰਨੀ ਚਾਹਾਂਗੀ। ਜ਼ਰੂਰ ਕਰਦੇ। ਉਹਦੇ ਵਿੱਚ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਚਮਕੌਰ ਦੀ ਗੜੀ ਛੱਡੀ ਹੈ, ਚਮਕੌਰ ਦੀ ਗੜੀ ਛੱਡ ਕੇ ਜਿਸ ਵੇਲੇ ਘੋੜੇ ਤੇ ਸਵਾਰ ਹੋ ਕੇ ਗਏ ਨੇ, ਇਹ ਚਰਨ ਸਿੰਘ ਸਫਰੀ ਦੀ ਕਵਿਤਾ ਹੈ। ਤੇ ਘੋੜੇ ਦੇ ਨਾਲ ਉਹਨਾਂ ਦੀ ਖਿਆਲ ਉਡਾਰੀ ਹੈ ਕਿ ਘੋੜੇ ਦੇ ਨਾਲ ਕਿਵੇਂ ਗੱਲਾਂ ਕਰ ਰਹੇ ਨੇ ਤੇ ਕਿਸ ਤਰ੍ਹਾਂ ਘੋੜੇ ਨੂੰ ਮਹਾਰਾਜ ਇਹ ਗੱਲ ਕਰ ਰਹੇ ਨੇ। ਸਿਰਫ ਇੱਕ ਖਿਆਲ ਹੈ, ਪਰ ਇਹ ਕਵਿਤਾ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਅਸੀਂ ਉਸ ਜਗ੍ਹਾ ਤੇ ਪਹੁੰਚ ਜਾਂਦੇ ਹਾਂ। ਸੋ ਇਹ ਕਵਿਤਾ ਸ਼ੁਰੂ ਹੁੰਦੀ ਹੈ, ਕਹਿੰਦੇ ਨੀਲਾ ਪਾਉਣ ਦਾ ਸਵਾਰ, ਨੀਲਾ ਘੋੜੇ ਨੂੰ ਕਿਹਾ ਗਿਆ ਹੈ, ਨੀਲਾ ਪਾਉਣ ਦਾ ਸਵਾਰ ਜਾਣੇ ਕੁੱਲ ਸੰਸਾਰ, ਅੱਜ ਚੱਲਦਾ ਮੈਦਾਨ ਵਿੱਚ ਰੁਕ ਰੁਕ ਰੁਕ, ਜਾਣ ਅਥਰੂ ਅੱਖਾਂ ਦੇ ਵਿੱਚੋਂ ਬੁੱਕ ਬੁੱਕ ਬੁੱਕ, ਇਹ ਕੀ ਹੋ ਗਿਆ, ਇਹ ਕੀ ਹੋ ਗਿਆ। ਅੱਗੇ ਲਿਖਦਾ ਕਵੀ ਲਿਖਦਾ, ਕਹਿੰਦਾ ਟਾਲਿਆ ਗਿਆ ਨਾ ਆਖਾ ਪੰਥ ਦਾ ਅਟਲ ਸੀ, ਟਾਲਿਆ ਗਿਆ ਨਾ ਆਖਾ ਪੰਥ ਦਾ ਅਟਲ ਸੀ, ਨੀਲੇ ਦਾ ਸਵਾਰ ਪਿਆ ਗੜੀ ਵਿੱਚੋਂ ਚੱਲ ਸੀ, ਜਰਾ ਕੋ ਅਗਾਂਹ ਜਾ ਕੇ ਨੀਲਾ ਗਿਆ ਖਲ ਸੀ, ਕਰੇ ਕਿਸੇ ਨੂੰ ਸਲਾਮ ਪਿਆ ਝੁਕ ਝੁਕ ਝੁਕ, ਇਹ ਕੀ ਹੋ ਗਿਆ, ਇਹ ਕੀ ਹੋ ਗਿਆ। ਘੋੜਾ ਕਹਿੰਦੇ ਕਿਸੇ ਨੂੰ ਸਲਾਮ ਕਰਦਾ ਪਿਆ ਸੀ, ਪਾਤਸ਼ਾਹ ਨੇ ਇਹਨੇ ਨੂੰ ਇੱਕ ਅਸਮਾਨੀ ਬਿਜਲੀ ਚਮਕੀ ਤੇ ਪਾਤਸ਼ਾਹ ਨੇ ਘੋੜੇ ਦੇ ਪੈਰਾਂ ਵੱਲ ਦੇਖਿਆ ਜਿਨ੍ਹਾਂ ਨੂੰ ਸੁੰਮ ਕਿਹਾ ਜਾਂਦਾ ਹੈ। ਕਹਿੰਦੇ ਬਦਲਾਂ ਚੋਂ ਬਿਜਲੀ ਸੀ ਝਮੱਕੇ ਪਈ ਮਾਰਦੀ, ਬਦਲਾਂ ਚੋਂ ਬਿਜਲੀ ਸੀ ਝਮੱਕੇ ਪਈ ਮਾਰਦੀ, ਸੁੰਮਾਂ ਵੱਲ ਨਿਗਾਹ ਹਾਏ ਗਈ ਜਾਂ ਦਤਾਰ ਦੀ, ਸੁੰਮਾਂ ਵੱਲ ਨਿਗਾਹ ਜਾਂ ਗਈ ਜਾਂ ਦਤਾਰ ਦੀ, ਲਹੂ ਵਿੱਚ ਭਿੱਜੀ ਹੋਈ ਲੋਥ ਸੀ ਜੁਝਾਰ ਦੀ, ਲਹੂ ਵਿੱਚ ਭਿੱਜੀ ਹੋਈ ਲੋਥ ਸੀ ਜੁਝਾਰ ਦੀ, ਚੰਦ ਬਦਲਾਂ ਚ ਰੋਇਆ ਅੱਜ ਲੁਕ ਲੁਕ ਲੁਕ, ਇਹ ਕੀ ਹੋ ਗਿਆ, ਇਹ ਕੀ ਹੋ ਗਿਆ। ਅੱਗੇ ਸੱਚੇ ਪਾਤਸ਼ਾਹ ਘੋੜੇ ਨੂੰ ਕਹਿੰਦੇ ਨੇ, ਕਹਿੰਦੇ ਨੀਲਿਆ ਨੀਲਿਆ ਇਸ ਥਾਂ ਵੀ ਪੂਰ ਮੇਰਾ ਪੱਖ ਦੇ, ਨੀਲਿਆ ਇਸ ਥਾਂ ਵੀ ਪੂਰ ਮੇਰਾ ਪੱਖ ਦੇ, ਮੋਤੀ ਕਿਉਂ ਲੁਟਾਈ ਜਾਂਦਾ ਹੈ ਬਾਰ-ਬਾਰ ਅੱਖ ਦੇ, ਪੈਰ ਮੇਰੇ ਪੁੱਤਰ ਦੀ ਲੋਥ ਉੱਤੇ ਰੱਖ ਦੇ, ਪੈਰ ਮੇਰੇ ਪੁੱਤਰ ਦੀ ਲੋਥ ਉੱਤੇ ਰੱਖ ਦੇ, ਕਰਾਂ ਪੰਥ ਦਾ ਨਿਸ਼ਾਨ ਉੱਚਾ ਚੁੱਕ ਚੁੱਕ ਚੁੱਕ, ਸਫਰੀ ਜੰਜੀਰ ਮੋਹ ਮਾਇਆ ਵਾਲੇ ਤੋੜ ਦੇ, ਹੱਕ ਦਾ ਪਿਆਰ ਨਹੀਂ ਸ਼ਹੀਦ ਕਦੀ ਲੋੜ ਦੇ, ਹੱਕ ਦਾ ਪਿਆਰ ਨਹੀਂ ਸ਼ਹੀਦ ਕਦੀ ਲੋੜ ਦੇ,
ਚਿੱਤ ਰਾਮ ਦੀ ਪ੍ਰੀਤ ਵੱਲ ਮੋੜਦੇ, ਅੱਜ ਜ਼ੁਲਮ ਦੀ ਕਹਾਣੀ ਗਈ ਮੁੱਕ ਮੁੱਕ ਮੁੱਕ, ਅੱਜ ਜ਼ੁਲਮ ਦੀ ਕਹਾਣੀ ਗਈ ਮੁੱਕ ਮੁੱਕ ਮੁੱਕ। ਜਦੋਂ ਵੀ ਅਸੀਂ ਇਹ ਕਵਿਤਾਵਾਂ ਸਾਨੂੰ ਜ਼ਰੂਰ ਆਪਣੇ ਬੱਚਿਆਂ ਨੂੰ ਪੜ੍ਹਾਉਣੀਆਂ ਚਾਹੀਦੀਆਂ ਨੇ, ਆਪ ਪੜ੍ਹਨੀਆਂ ਚਾਹੀਦੀਆਂ ਨੇ। ਜਦੋਂ ਅਸੀਂ ਪੜ੍ਹਦੇ ਹਾਂ ਤਾਂ ਅਸੀਂ ਕਿਤੇ ਨਾ ਕਿਤੇ ਆਪਣੀ ਹਿਸਟਰੀ ਦੇ ਨਾਲ ਇਹਨਾਂ ਕਵਿਤਾਵਾਂ ਦੇ ਰੂਪ ਦੇ ਵਿੱਚ ਜੋੜਦੇ ਹਾਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਗਲੋਬਲ ਸਿੱਖ ਕਾਉਂਸਲ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਪਾਰਟਿਸਿਪੇਟ ਕਰਨ ਦਾ। ਭੁੱਲ ਚੁੱਕ ਦੀ ਖਿਮਾ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।